ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम न्यूज़ एंड व्यूज़ ਦੇ ਵਿੱਚ मैं हाँ तरनजीत कौर घुम्मण दोस्तों हाज़र हाँ जी लैके तुहाडा अपना प्रोग्राम जिहदे ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਜੋ ਮੁੱਖ ਖਬਰਾਂ ਨੇ ਉਹਨਾਂ ਉੱਤੇ ਵਿਚਾਰ ਵਟਾਂਦਰਾ ਕਰਾਂਗੇ। ਇਸ ਦੇ ਨਾਲ ਹੀ ਜਿਹੜਾ ਦੀਵਾਲੀ ਦਾ ਤਿਉਹਾਰ ਲੰਘ ਕੇ ਹਟਿਆ ਕਿਵੇਂ ਦਾ ਰਿਹਾ ਕੈਨੇਡਾ ਵਿੱਚ ਦੀਵਾਲੀ ਦਾ ਤਿਉਹਾਰ ਕਿਵੇਂ ਦੀ ਰਹੀਆਂ ਸੈਲੀਬ੍ਰੇਸ਼ਨਸ। ਇਸ ਤੋਂ ਇਲਾਵਾ ਗੱਲ ਕਰਾਂਗੇ ਸਟੂਡੈਂਟ ਵੀਜ਼ਾ ਤੇ ਆਈ ਇੱਕ ਲੜਕੀ ਨੇ ਆਪਣੇ ਪਤੀ ਨੂੰ ਭੇਜਿਆ ਜੇਲ੍ਹ। ਇਸ ਤੋਂ ਇਲਾਵਾ ਜੀ यूके ਦੇ ਵਿੱਚ ਇੱਕ 75 ਸਾਲਾ ਸਿੱਖ ਬਜ਼ੁਰਗ ਮਹਿਲਾ ਨੂੰ ਦੇਸ਼ ਨਿਕਾਲਾ ਦਿੱਤਾ ਜਾਏਗਾ ਜਾਂ ਨਹੀਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਟਰੰਪ ਸਾਹਿਬ ਦੇ ਬਾਰੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ ਤੇ ਅਜਿਹੀਆਂ ਹੀ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹਾਂ ਜਿਨ੍ਹਾਂ ਉੱਤੇ ਤੁਹਾਡੇ ਵੀ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਨਾ ਜੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਰਾਤ ਦਾ ਐਲਾਨਨਾਮਾ ਇਹ ਗੁਰਮੀਤ ਕੜਿਆਲਵੀ ਜੀ ਦੀ ਨਜ਼ਮ ਹੈ ਜੀ। ਉਹਨਾਂ ਆਪਣੇ ਮੈਨੀਫੈਸਟੋ 'ਚ ਸਾਫ਼-ਸਾਫ਼ ਲਿਖਿਆ ਹੈ, ਮਹਿਕਾਂ ਵੰਡਣ ਵਾਲੇ ਫੁੱਲਾਂ ਦੀਆਂ ਹੱਦਾਂ ਨਿਸ਼ਚਿਤ ਕਰਾਂਗੇ। ਪਿਆਰ ਦੇ ਗੀਤ ਗਾਉਂਦੀ ਕੋਇਲ ਦੇਸ਼ ਬਦਰ ਹੋਵੇਗੀ, ਰੰਗ ਬਰੰਗੀਆਂ ਤਿਤਲੀਆਂ ਇੱਕੋ ਰੰਗ ਹੀ ਧਾਰਨ ਕਰਨਗੀਆਂ, ਗਾਲੜ ਇੱਕ ਤੋਂ ਦੂਜੀ ਟਾਹਣੀ ਮਰਜ਼ੀ ਨਾਲ ਨਹੀਂ ਜਾਏਗੀ, ਕਬੂਤਰ ਗੁਟਕਰੂ ਦੀ ਥਾਂ ਸਾਡੀ ਭਾਸ਼ਾ ਬੋਲਣਗੇ, ਖਾਸ ਗੱਲ ਇਹ ਹੁਕਮ ਇਨਸਾਨਾਂ ਤੇ ਇਨ ਬਿਨ ਲਾਗੂ ਹੋਣਗੇ। ਉਹਨਾਂ ਐਲਾਨ ਕੀਤਾ ਹੈ ਜੰਗਲ ਦੇ ਸਾਰੇ ਰੁੱਖਾਂ ਦੀ ਇੱਕੋ ਜਿਹੀ ਹੋਵੇਗੀ ਉਚਾਈ, ਸਾਰੀਆਂ ਨਦੀਆਂ ਪਹਾੜਾਂ ਵੱਲ ਨੂੰ ਵਹਿਣਗੀਆਂ, ਸਾਰੇ ਪਹਾੜ ਸਮੁੰਦਰ ਜਿੰਨੇ ਗਹਿਰੇ ਹੋਣਗੇ, ਸਮੁੰਦਰ ਮਾਰੂਥਲ ਵਾਂਗ ਖੁਸ਼ਕ ਹੋਣਗੇ ਤੇ ਮਾਰੂਥਲ ਭਖੜਾ ਹੀ ਉਗਾ ਸਕਣਗੇ, ਤੇ ਖਾਸ ਗੱਲ ਇਹ ਸਾਰੇ ਹੁਕਮ ਖੇਤਾਂ ਤੇ ਹੂਬਹੂ ਲਾਗੂ ਹੋਣਗੇ। ਐਲਾਨ ਬੜਾ ਸਪਸ਼ਟ ਹੈ, ਗੁਲਾਮੀ ਸ਼ਬਦ ਆਜ਼ਾਦੀ ਲਈ ਵਰਤਿਆ ਜਾਵੇ, ਘਰ ਨੂੰ ਚੁੱਪਣਗਾ ਤਸਲੀਮ ਕੀਤਾ ਜਾਵੇ, ਜੇਲ੍ਹ ਸਭ ਤੋਂ ਸੁਰੱਖਿਅਤ ਰਿਹਾਇਸ਼ ਸਮਝੀ ਜਾਵੇ, ਆਕਾਸ਼ ਨੂੰ ਦੇਵ ਭੂਮੀ ਮੰਨਿਆ ਜਾਵੇ, ਪਾਤਾਲ ਵਿੱਚ ਤਾਰੇ ਲਿਸ਼ਕਦੇ ਮੰਨ ਲਏ ਜਾਣ, ਤੇ ਖਾਸ ਗੱਲ ਇਹਨਾਂ ਹੁਕਮਾਂ ਦੀ ਪਾਲਣਾ ਦੇਸ਼ ਭਗਤ ਹੋਣ ਦੀ ਕਸੌਟੀ ਹੋਵੇ। ਉਹਨਾਂ ਦਾਅਵਾ ਕੀਤਾ ਹੈ ਨਵਾਂ ਤੇ ਨਿਵੇਕਲੀ ਕਰਾਂਗੇ, ਪਿੰਡ ਦੀ ਹਰ ਗਲੀ ਮੁਹੱਲੇ ਨੂੰ ਨਵਾਂ ਨਾਮ ਦੇਵਾਂਗੇ, ਇਤਿਹਾਸ ਲਈ ਨਵੇਂ ਨਾਇਕ ਘੜਾਂਗੇ, ਨਵੇਂ ਮਸੀਹੇ ਲਾਵਾਂਗੇ ਚੌਂਕਾਂ 'ਚ, ਕਿਤਾਬਾਂ 'ਚੋਂ ਬਾਗੀਆਨਾ ਬੂਮਾਰ ਦੇ ਸ਼ਬਦ ਕੱਢਾਂਗੇ, ਮਿਥਿਹਾਸ 'ਚੋਂ ਲੱਭਾਂਗੇ ਵਿਗਿਆਨਕ ਲੱਭਤਾਂ ਦਾ ਪਸਾਰਾ, ਤੇ 100 ਦੀ ਇੱਕੋ ਗੱਲ ਆਪਣੇ ਹੱਥ ਹੋਣ ਬਾਰੇ, ਆਪਣੇ ਰੱਬ ਹੋਣ ਬਾਰੇ ਸੰਵਿਧਾਨ 'ਚ ਦਰਜ ਕਰਾਂਗੇ। ਉਹ ਆਖਦੇ ਨੇ ਸਾਡੇ ਐਲਾਨਾਂ ਨੂੰ ਲੋਕਤੰਤਰ ਦੀ ਜੈ ਕਿਹਾ ਜਾਵੇ, ਲੋਕਤੰਤਰ ਦੀ ਜੈ ਕਿਹਾ ਜਾਵੇ। ਬਿਲਕੁਲ ਸਰ, ਬਹੁਤ ਹੀ ਖੂਬ ਲੈ ਕੇ ਆਏ ਹੋ। ਅੱਜ ਵੈਸੇ ਵੀ ਆਪਾਂ ਗੱਲ ਕਰੀਏ ਤਾਂ ਕਰਤਾਰ ਸਿੰਘ ਸਰਾਭਾ ਜੀ ਦਾ ਜਿਹੜਾ ਅੱਜ ਡੇ ਹੈ, ਸ਼ਹੀਦੀ ਦਿਵਸ, ਮਹਿਜ਼ 19 ਸਾਲ ਦੀ ਉਮਰ ਦੇ ਵਿੱਚ ਕੋਈ ਦੇਸ਼ ਲਈ ਕਿਵੇਂ ਆਪਣੀ ਸ਼ਹਾਦਤ ਦੇ ਸਕਦਾ ਹੈ ਸਰ, ਕੀ ਕਹਿਣਾ ਚਾਹੋਗੇ? ਕਰਨ ਮੇਰੇ ਖਿਆਲ ਇਹ ਪਹਿਲਾ ਨੌਜਵਾਨ ਸੀਗਾ ਜਿਹਨੇ ਪਾਇਲਟ ਦਾ ਲਾਇਸੈਂਸ ਲਿਆ ਸੀ ਇੱਥੇ ਆ ਕੇ। ਓਕੇ, ਹਾਂਜੀ, ਤੇ ਬੜਾ ਅਗਾਂਹ ਵਧੂ। ਦੇਖੋ ਹੁਣ ਤਾਂ ਫੁੱਲਾਂ ਜੋਗੀ ਰਹਿ ਗਏ, ਗੱਦੀਆਂ ਤੇ ਹੋਰ ਕੋਈ ਬਹਿ ਗਏ ਜਿਹੜੇ ਜਿਨ੍ਹਾਂ ਨੂੰ ਕਿ ਉਹ ਮੈਨੂੰ ਉਹ ਲੱਗਦਾ ਹੁੰਦਾ ਵੀ ਜਿਹੜੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜੇ ਉਹ ਵਾਪਸ ਆ ਜਾਣ, ਉਹ ਕਹਿਣਗੇ ਅਸੀਂ ਇਸ ਕਾਸੇ ਵਿੱਚ ਇਹ ਕੁਝ ਕਰਕੇ ਗਏ ਹਾਂ, ਅਸੀਂ ਫਿਰ ਜਿਹੜੇ ਅਸੀਂ ਲੋਕ ਸਾਨੂੰ ਸ਼ਰਮ ਨਹੀਂ ਆਉਂਦੀ ਅਸੀਂ ਜਿਹੜਾ ਇਹ ਜੋ ਕੁਝ ਕਰ ਰਹੇ ਹਾਂ। ਬਿਲਕੁਲ, ਉਹਨਾਂ ਨੇ ਜਦੋਂ ਆਜ਼ਾਦੀ ਲੈਣੀ ਸੀ ਉਹਨਾਂ ਨੇ ਇਹ ਨਹੀਂ ਸੋਚਿਆ ਸੀ ਪਹਿਲਾਂ ਤਾਂ ਕਿ ਦੇਸ਼ ਦੀ ਵੰਡ ਹੋਊਗੀ, ਦੇਸ਼ ਦੀ ਵੰਡ ਵੀ ਹੋ ਗਈ, ਉਹਨਾਂ ਨੇ ਇਹ ਨਹੀਂ ਸੋਚਿਆ ਸੀ ਕਿ ਜਿਹੜੇ ਹੁਕਮਰਾਨਾਂ ਦੇ ਹੱਥਾਂ ਦੇ ਵਿੱਚ ਦੇਸ਼ ਦੀ ਕਮਾਨ ਜਾਊਗੀ ਉਹ ਵੀ ਦੇਸ਼ ਨੂੰ ਇਸ ਤਰੀਕੇ ਨਾਲ ਲੁੱਟ ਖਸੁੱਟ ਕਰਨਗੇ, ਦੇਸ਼ ਨੂੰ ਵੰਡਣਗੇ। ਔਰ ਇਸ ਵੇਲੇ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ ਦੇਸ਼ ਦੀ ਵੰਡ ਹੋ ਰਹੀ ਹੈ ਔਰ ਲਗਾਤਾਰ ਕੀਤੀ ਜਾ ਰਹੀ ਹੈ। ਐਵਰੀ ਡੇ ਇਟਸ ਡਿਫਰੈਂਟ ਡੇ। ਦੇਸ਼ ਦੇ ਵਸਨੀਕ ਨੂੰ ਕਿਹਾ ਜਾ ਰਿਹਾ ਇਹ ਤੁਹਾਡਾ ਦੇਸ਼ ਨਹੀਂ ਹੈ। ਇਹ ਕਿੱਥੋਂ ਤੱਕ ਗੱਲ ਚਲੀ ਗਈ ਹੈ। ਹਾਲਾਂਕਿ ਜਿਹੜੇ ਬਾਬਰ ਤੋਂ ਬਾਅਦ ਵਾਲੇ ਬਾਦਸ਼ਾਹ ਹੋਏ ਨੇ ਸਾਰੇ ਇੰਡੀਆ 'ਚ ਜੰਮੇ ਨੇ, ਉਹਨਾਂ ਪੈਦਾਇਸ਼ ਇੱਥੋਂ ਦੀ ਹੈ, ਤੇ ਤੁਸੀਂ ਉਹਨਾਂ ਨੂੰ ਕਿਵੇਂ ਕਹਿ ਦਿਓ ਕਿ ਕੋਈ ਇੰਡੀਅਨ ਨਹੀਂ ਸੀਗੇ। ਕੱਟੜਵਾਦ ਜਦੋਂ ਵੱਧਦਾ ਜਾਂਦਾ ਨਾ ਫਿਰ ਦੇਸ਼ ਦੇ ਵਿੱਚ ਜਿਹੜਾ ਸੌਹਾਰਦਿਕ ਮਾਹੌਲ ਆ ਸਭ ਤੋਂ ਪਹਿਲਾਂ ਸੱਟ ਉਹਨੂੰ ਲੱਗਦੀ ਹੈ ਹਰ ਥਾਂ ਤੇ। ਬਿਲਕੁਲ ਇਹੀ ਹਾਲਾਤ ਜਦੋਂ ਪੰਜਾਬ ਵਿੱਚ ਹੋਣ ਲੱਗ ਪਏ ਸੀਗੇ ਤੇ ਹੁਣ ਇਹ ਬਾਕੀ ਦੇਸ਼ ਦੇ ਵਿੱਚ ਹੋ ਰਹੇ ਨੇ, ਕਈਆਂ ਹੋਰਾਂ ਦੇਸ਼ਾਂ 'ਚ ਵੀ ਹੋ ਰਹੇ ਨੇ। ਉੱਥੇ ਵੀ ਧਰਮ ਦੇ ਨਾਂ ਤੇ ਅਜਿਹਾ ਕੁਛ ਕੀਤਾ ਜਾ ਰਿਹਾ, ਉੱਥੇ ਹੋਰ ਕੋਈ ਹੋਰ ਧਰਮ ਇਹ ਕੁਛ ਕਰ ਰਿਹਾ। ਬਹੁਤ ਗਲਤ ਪਾਸੇ ਨੂੰ ਰੁਝਾਨ ਚੱਲ ਰਿਹਾ ਹੈ ਦੇਸ਼ਾਂ ਦਾ। ਪਰਮਾਤਮਾ ਸਮਤ ਬਖਸ਼ੇ
ਸਾਰੀ ਦੁਨੀਆ ਚੰਗੀ ਤਰ੍ਹਾਂ ਸੁਖੀ ਮਾਹੌਲ 'ਚ ਰਹੇ ਜਿਨ੍ਹਾਂ ਪਿੱਛੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਨੇ। ਬਿਲਕੁਲ ਜੀ, ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਕਰਕੇ ਅੱਜ ਅਸੀਂ ਚਾਹੇ ਬਗਾਨੇ ਮੁਲਕਾਂ 'ਚ ਬੈਠੇ ਹਾਂ ਪਰ ਉੱਥੇ ਵੀ ਅਸੀਂ ਆਪਣੇ ਸੁਤੰਤਰ ਹੋਣ ਦੇ ਨਾਲ ਨਾਲ ਅਸੀਂ ਆਪਣਾ ਸਿਰ ਚੁੱਕ ਕੇ ਕਹਿ ਸਕਦੇ ਹਾਂ ਕਿ ਅਸੀਂ ਇੱਕ ਸੁਤੰਤਰ ਦੇਸ਼ ਦੇ ਵਾਸੀ ਹਾਂ, ਆਜ਼ਾਦ ਦੇਸ਼ ਦੇ ਵਾਸੀ ਹਾਂ। ਆਜ਼ਾਦ ਫਿਜ਼ਾ 'ਚ ਅਸੀਂ ਆਪਣਾ ਜਿਹੜਾ ਸਾਹ ਲਿਆ। ਇਸ ਦੇ ਨਾਲ ਜੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਦੀਵਾਲੀ ਲੰਘ ਕੇ ਗਈ ਹੈ। ਸਾਨੂੰ ਦੱਸ ਸਕਦੇ ਹੋ ਇਸ ਵਕਤ ਜਿਹੜੇ ਵੀ ਦਰਸ਼ਕ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਦੁਨੀਆ ਦੇ ਕੋਨੇ-ਕੋਨੇ ਵਿੱਚ ਬੈਠੇ, ਤੁਹਾਡੀ ਇੱਥੇ ਦੀਵਾਲੀ ਕਿਸ ਤਰੀਕੇ ਨਾਲ ਮਨਾਈ ਗਈ? ਕੋਰੋਨਾ ਵਾਇਰਸ 'ਚ ਮੈਂ ਕਹਿ ਸਕਦੀ ਹਾਂ ਦੀਵਾਲੀ ਕਿਸ ਤਰੀਕੇ ਨਾਲ ਮਨਾਈ ਗਈ। ਸਰ ਆਪਾਂ ਗੱਲ ਕਰੀਏ ਕੈਨੇਡਾ ਦੀ ਤਾਂ ਕਈ ਖਬਰਾਂ ਆਈਆਂ ਨੇ, ਕਈ ਵੀਡੀਓਜ਼ ਵੀ ਆਈਆਂ ਨੇ, ਕੁਝ ਚੰਗੀਆਂ ਤੇ ਕੁਝ ਜਿਵੇਂ ਦੀਆਂ ਐਕਸਪੈਕਟਡ ਸੀ ਉਵੇਂ ਦੀਆਂ। ਕੀ ਕਹਿਣਾ ਚਾਹੋਗੇ? ਤਰਨ ਗੱਲ ਹੈ ਕਿ ਅਸੀਂ ਆਜ਼ਾਦ ਦੇਸ਼ ਦੇ ਵਾਸੀ ਆਜ਼ਾਦ ਦੇਸ਼ ਚੋਂ ਆਏ ਹਾਂ ਤੇ ਅਸੀਂ ਕੀ ਕੁਝ ਨਾਲ ਲੈ ਕੇ ਆਏ ਹਾਂ, ਅਸੀਂ ਬਾਕੀਆਂ ਨੂੰ ਕੀ ਕੁਝ ਦਿਖਾ ਰਹੇ ਹਾਂ। ਮੈਂ ਕਿਹਾ ਸੀਗਾ, ਮੈਂ ਕਹਿ ਦਿੰਦਾ ਤੁਹਾਡੇ ਸਾਰ ਨਹੀਂ ਲਾਉਂਦਾ। ਫਰਾਈਡੇ ਨੂੰ ਵੀ ਆਪਾਂ ਇਹ ਗੱਲ ਕੀਤੀ ਸੀ, ਅਵੋਇਡ ਕਰੋ, ਇਹ ਕੰਮ ਨਾ ਕਰੋ। ਗੁਰੂ ਘਰਾਂ 'ਚ ਜਾਣਾ, ਮੰਦਿਰਾਂ 'ਚ ਜਾਣਾ, ਮਸਜਿਦਾਂ 'ਚ ਜਾਣਾ ਕੋਈ ਏਡਾ ਜ਼ਰੂਰੀ ਨਹੀਂ ਹੈ ਜਦੋਂ ਕੋਵਿਡ ਵੱਧ ਰਿਹਾ। ਅਸੀਂ ਆਪਣੇ ਆਪ ਨੂੰ ਕੰਟਰੋਲ ਕਰੀਏ। ਔਰ ਦੇਖੋ ਅੱਜ ਆਲਮੋਸਟ 1500 ਕੇਸਿਸ ਫਿਰ ਹੋ ਗਏ ਨੇ। ਦੈਨ ਵੇਟ ਫॉर 2 ਵੀਕਸ, 2 ਹਫ਼ਤਿਆਂ ਨੂੰ ਇਹਦਾ ਰਿਜ਼ਲਟ ਆਏਗਾ। ਜਿਹੜਾ ਕੁਝ ਅਸੀਂ ਕੀਤਾ ਸਾਰਿਆਂ ਨੇ ਰਲ ਮਿਲ ਕੇ ਕੀਤਾ ਹੈ, ਬਰੈਂਪਟਨ ਵਿੱਚ ਵੀ ਕੀਤਾ, ਪਟਾਕੇ ਵੀ ਚੱਲੇ ਨੇ, ਦੁਕਾਨਾਂ ਦੇ ਬਾਹਰ ਲਾਈਨਾਂ ਵੀ ਲੱਗੀਆਂ ਹੋਈਆਂ ਸੀਗੀਆਂ, ਧਾਰਮਿਕ ਸਥਾਨਾਂ ਤੇ ਵੀ ਗਏ ਆ ਜਿੱਥੇ ਅਖੀਰ ਪੁਲਿਸ ਨੂੰ ਆਉਣਾ ਪਿਆ। ਹਾਲਾਂਕਿ ਧਾਰਮਿਕ ਸਥਾਨ ਦੇ ਅੰਦਰ ਕਹਿੰਦੇ ਬੰਦੇ 10 ਹੀ ਸੀਗੇ। ਇੱਥੇ ਵੀ ਮੌਂਟਰੀਅਲ ਵੀ ਬਾਕੀ ਥਾਵਾਂ ਤੇ ਇਹੋ ਜਿਹਾ ਕੁਝ ਹੋਇਆ ਹੋਵੇਗਾ, ਕਿਸੇ ਨਾ ਕਿਸੇ ਜਗ੍ਹਾ ਤੇ ਜ਼ਰੂਰ ਹੋਇਆ ਹੋਵੇਗਾ। ਬਾਹਰ ਇੰਨੀ ਲਾਈਨ ਲੱਗੀ ਹੋਈ ਹੈ। ਗੁਰੂ ਦਾ ਘਰ ਧਾਰਮਿਕ ਸਥਾਨ ਤੇ ਜਾਣਾ ਬਹੁਤ ਜ਼ਰੂਰੀ ਹੈ, ਕੋਈ ਮਾੜਾ ਨਹੀਂ। ਪਰ ਉਸੇ ਦਿਨ ਹੀ ਕੀ ਹੁੰਦਾ? ਕੀ ਇਕੱਲਾ ਦੀਵਾਲੀ ਤੇ ਜਾਣਾ ਜ਼ਰੂਰੀ ਹੈ? ਕੀ ਇਕੱਲਾ ਸੰਗਰਾਂਦ ਤੇ ਜਾਣਾ ਜ਼ਰੂਰੀ ਹੈ? ਕੀ ਇਕੱਲਾ ਕਿਸੇ ਗੁਰੂ ਸਾਹਿਬ ਦੇ ਜਨਮ ਦਿਨ ਤੇ ਜਾਣਾ ਜ਼ਰੂਰੀ ਹੈ? ਬਾਕੀ ਤੇ ਤਾਂ ਤੁਸੀਂ ਜਾਂਦੇ ਨਹੀਂ, ਵੜਦੇ ਵੀ ਨਹੀਂ, ਦੂਰੋਂ ਹੀ ਮੱਥਾ ਟੇਕ ਕੇ ਲੰਘ ਜਾਂਦੇ ਹੋ। ਉਦੋਂ ਤੁਹਾਨੂੰ ਕੀ ਏਡੀ ਕਾਹਲ ਪਈ ਹੋਈ ਹੈ? ਹਾਲਾਂਕਿ ਗੁਰਦੁਆਰਾ ਸਾਹਿਬ 'ਚ ਅਸੀਂ ਦੇਖੀਏ, ਧਾਰਮਿਕ ਸਥਾਨਾਂ ਤੇ ਦੇਖੀਏ, ਉਹਨਾਂ ਨੇ ਆਪਣੇ ਵੱਲੋਂ ਪੂਰੇ ਪ੍ਰਬੰਧ ਕੀਤੇ ਸੀ ਵੀ ਜਦੋਂ ਲਿਮਿਟ 'ਚ ਹੀ ਜਿਹੜੀ ਆ ਸੰਗਤ ਨੂੰ ਅੰਦਰ ਭੇਜਿਆ ਜਾਊਗਾ, ਮੱਥਾ ਟੇਕਣਗੇ, ਜਿੰਨੀ ਕੁ ਗੈਦਰਿੰਗ ਅਲਾਓ ਆ ਓਨੀ ਹੀ ਗੈਦਰਿੰਗ ਕੀਤੀ ਗਈ। ਬਹੁਤ ਸਾਰੇ ਅਸੀਂ ਗੁਰੂ ਘਰ ਵੇਖ ਲਈਏ, ਪਰ ਗੁਰੂ ਘਰਾਂ ਦੇ ਬਾਹਰ ਜਿੱਥੋਂ ਪਾਰਕਿੰਗ ਸਟਾਰਟ ਹੁੰਦੀ ਆ ਉੱਥੇ ਹੁਣ ਉਹਨਾਂ ਦਾ ਕੰਟਰੋਲ ਨਹੀਂ ਰਿਹਾ। ਅਸੀਂ ਖੁਦ ਦੇਖਿਆ ਕਿ ਜਾ ਕੇ ਲੰਬੀਆਂ ਲਾਈਨਾਂ ਉੱਥੇ ਲੱਗੀਆਂ ਹੋਈਆਂ ਸੀ ਤੇ ਅੰਦਰ ਤੁਸੀਂ ਕਿੰਨੀ ਕੁ ਦੇਰ ਤੱਕ ਤੁਸੀਂ ਉਸ ਚੀਜ਼ ਨੂੰ ਮੈਨੇਜ ਕਰ ਸਕਦੇ ਹੋ? ਠੰਡ ਦੇ ਬਾਵਜੂਦ ਲੋਕੀ ਇੰਨੀਆਂ ਲੰਬੀਆਂ ਲਾਈਨਸ ਦੇ ਵਿੱਚ ਲੱਗੇ ਹੋਏ ਸੀ। ਸੋ ਕਹਿ ਸਕਦੇ ਹਾਂ ਕਿ ਕਾਫੀ ਬੁਰਾ ਹਾਲ ਸੀਗਾ। ਕਹਿਣ ਦੇ ਬਾਵਜੂਦ ਵੀ ਵਾਰ-ਵਾਰ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ। ਦੂਜੀ ਗੱਲ ਕਹਿ ਰਹੀ ਹੈ ਪਟਾਕਿਆਂ ਨੂੰ ਲੈ ਕੇ, ਕਈ ਥਾਵਾਂ ਦੇ ਉੱਤੇ, 1-2 ਥਾਵਾਂ ਦੇ ਉੱਤੇ ਅਸੀਂ ਖੁਦ ਦੇਖਿਆ ਵਾ ਅੱਗਜਣੀ ਦੀਆਂ ਘਟਨਾਵਾਂ ਹੋਈਆਂ ਨੇ। ਕਿਸੇ ਦੇ ਦਰਖਤ ਦੇ ਵਿੱਚ ਅੱਗ ਲੱਗ ਗਈ, ਕਿਸੇ ਦੇ ਘਾਹ ਦੇ ਵਿੱਚ ਅੱਗ ਲੱਗ ਗਈ, ਜਿਹੜਾ ਬਾਹਰ ਇਸ ਵਕਤ ਪਟਾਕੇ ਚਲਾਏ ਜਾ ਰਹੇ ਸੀ ਤੇ ਦੂਸਰਿਆਂ ਦੀ ਜਾ ਕੇ ਜਦ ਦੇ ਵਿੱਚ ਗਿਰਦੇ ਸੀ, ਆਤਿਸ਼ਬਾਜ਼ੀਆਂ ਅਸੀਂ ਦੇਖ ਲਈਏ। ਸੋ ਕਈ ਅਜਿਹੀਆਂ ਘਟਨਾਵਾਂ ਵੀ ਦੇਖਣ ਨੂੰ ਮਿਲੀਆਂ। 57 ਤਾਂ ਪੁਲਿਸ ਨੇ ਟਿਕਟਸ ਜਾਰੀ ਕੀਤੀਆਂ ਨੇ ਤੇ 2 ਪਾਰਟੀਆਂ ਇਹੋ ਜਿਹੀਆਂ ਸੀ ਜਿਹਦੇ ਵਿੱਚ ਜਾ ਕੇ ਪੁਲਿਸ ਨੇ ਉਹਨਾਂ ਨੂੰ ਰੋਕਿਆ। ਤਰਨ, ਜਿਹੜੇ ਅੱਗ ਲਾਉਣ ਦੀ ਗੱਲ ਹੈ, ਇਹ ਆਲਰੇਡੀ ਪਿਛਲੇ ਕੁਝ ਸਾਲਾਂ 'ਚ ਅਜਿਹੀਆਂ ਘਟਨਾਵਾਂ ਆਲਰੇਡੀ ਹੋ ਚੁੱਕੀਆਂ। ਕਈ ਘਰ ਪੂਰੇ ਦੇ ਪੂਰੇ ਤਬਾਹ ਹੋਏ ਨੇ ਇਸ ਮਾਮਲੇ ਦੇ ਵਿੱਚ। ਕਿਉਂ? ਜਿਹੜੇ ਇੱਥੋਂ ਵਾਲੇ ਘਰ ਨੇ ਤਰਨ, ਬਿਲਕੁਲ ਹਰ ਚੀਜ਼ ਜਿੰਨਾ ਮਟੀਰੀਅਲ ਆ ਸਾਰਾ ਅੱਗ ਫੜਨ ਵਾਲਾ, ਛੱਤ ਤੋਂ ਲੈ ਕੇ ਸਾਰੇ ਦਾ ਸਾਰਾ ਘਰ। ਛੱਤ ਦੇ ਉੱਤੇ ਜੇਕਰ ਜਾ ਡਿੱਗੀ ਹੈ ਚੰਗਿਆੜੀ, ਉਹ ਬੁਝਣੀ ਨਹੀਂ ਹੈ ਜੀ। ਛੱਤ ਦੇ ਉੱਤੇ ਜਿਹੜਾ ਮਟੀਰੀਅਲ ਹੈਗਾ ਉਹ ਲੁੱਕ ਹੈ, ਲੁੱਕ ਦੇ ਨਾਲ ਚੀਜ਼ਾਂ ਫਿਰ ਬਾਕੀ ਥੱਲੇ ਲੱਕੜ ਹੈਗੀ ਆ, ਅੱਗ ਫੜ ਗਈ ਕਿ ਨਹੀਂ। ਅਸੀਂ ਸਮਝਦੇ ਨਹੀਂ ਹਾਂ, ਫਿਰ ਅਸੀਂ ਜੋ ਕੁਝ ਕੀਤਾ। ਹਾਲਾਂਕਿ ਕਈ ਗੁਰੂ ਘਰਾਂ ਨੇ ਗੁਰੂ ਘਰ ਬੰਦ ਕਰਤੇ, ਚੰਗਾ ਫੈਸਲਾ ਕੀਤਾ। ਜਿਨ੍ਹਾਂ ਨੇ ਖੁੱਲੇ ਵੀ ਰੱਖੇ ਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਲਿਮਟਿਡ ਬੰਦੇ ਹੋਈ ਅੰਦਰ ਜਾਣ। ਬਾਹਰ ਲਿਆਂਦਾ ਕੀ ਕਰੋਗੇ? ਉਦੋਂ ਹੀ ਉਹੀ ਗੱਲ ਹੈ, ਜੇ ਹੋ ਸਕਦਾ ਮੇਰੇ ਨਾਲ ਸਹਿਮਤ ਨਾ ਹੋ, ਪਲੀਜ਼ ਯੂ ਕੈਨ ਕਾਲ। ਬਈ ਐਡੀ ਕਿਹੜੀ ਗੱਲ ਹੋ ਗਈ ਆ ਵੀ ਤੁਸੀਂ ਉਦੋਂ ਹੀ ਆ? ਫਿਰ ਇੱਕ ਗੱਲ ਹੋਰ ਨਾਲ ਦੀ ਕਰ ਦਿੰਦਾ, ਨਵੇਂ ਸਾਲ ਨੂੰ ਸਾਨੂੰ ਜ਼ਰੂਰ ਜਾਣਾ ਹੁੰਦਾ। 1 ਜਨਵਰੀ ਨੂੰ ਉਹ ਉੱਥੇ ਇਕੱਠ ਹੋਇਆ ਹੁੰਦਾ, ਰਾਤ ਨੂੰ ਮਿਡਨਾਈਟ ਨੂੰ ਅਸੀਂ ਆ ਕੇ ਚੜਾਉਣਾ। ਪਹਿਲੀ ਗੱਲ ਤਾਂ ਤੁਹਾਡਾ ਨਵਾਂ ਸਾਲ ਨਹੀਂ ਹੈ, ਇਹ ਤੁਹਾਡੇ ਧਰਮ ਦਾ ਨਵਾਂ ਸਾਲ ਨਹੀਂ ਹੈ। ਜਿੱਦਾਂ ਤੁਹਾਡੇ ਧਰਮ ਦਾ ਨਵਾਂ ਸਾਲ ਉਦੋਂ ਚੜਾਓ, ਉਦੋਂ ਨਹੀਂ ਮਿਡਨਾਈਟ ਨੂੰ ਜਾਂਦੇ, ਨਾ ਗੁਰੂ ਘਰ ਖੋਲਦੇ। ਸੌਰੀ ਟੂ ਸੇ ਦਿਸ ਥਿੰਗ, ਅਸੀਂ ਮਿਡਨਾਈਟ ਨੂੰ ਗੁਰੂ ਘਰਾਂ ਨਹੀਂ ਉਦੋਂ ਜਾਂਦੇ ਹਾਂ, ਅਸੀਂ ਅਗਲੇ ਦਿਨ ਜਾਵਾਂਗੇ। ਉਦੋਂ ਅਗਲੇ ਦਿਨ ਜਾਂਦੇ ਹੋ ਤਾਂ 1 ਤਰੀਕ ਨੂੰ ਉੱਥੇ ਜਾਣ ਕਿਹੜੀ ਗੱਲ ਹੁੰਦੀ ਹੈਗੀ ਆ? there should be some kind of rational, ਆਪਣੀ ਜਿਹਨੂੰ ਕਹਿੰਦੇ ਨਾ ਵਿਵੇਕਦਾਨ, ਉਹ ਲੈ ਲਓ ਥੋੜਾ ਬਹੁਤਾ। ਪਤਾ ਹੈ ਬਿਮਾਰੀ ਵੱਧ ਰਹੀ ਹੈ, ਸਰਕਾਰਾਂ ਦਾ ਜ਼ੋਰ ਲੱਗਿਆ ਹੈ, ਬਿਮਾਰੀ ਵੱਧ ਰਹੀ ਹੈ, ਸਰਕਾਰਾਂ ਰਿਕੁਐਸਟ ਕਰ ਰਹੀਆਂ ਨੇ, ਸਰਕਾਰਾਂ ਜੁਰਮਾਨੇ ਕਰ ਰਹੀਆਂ ਨੇ,
ਤੁਸੀਂ ਫੇਰ ਲਾਈਨਾਂ ਲਾ ਲਾ ਕੇ ਉੱਥੇ ਲਾਈਨਾਂ ਨਹੀਂ ਨੇ। ਸੌਰੀ ਟੂ ਸੇ ਦਿਸ, ਮਠਿਆਈ ਦੀ ਦੁਕਾਨਾਂ ਤੇ ਬਿਲਕੁਲ ਪਲਾਜ਼ਾ ਦੇ ਵਿੱਚ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ। ਕਈ ਥਾਵਾਂ ਉੱਤੇ ਤਾਂ ਟ੍ਰੈਫਿਕ ਜਾਮ ਤੱਕ ਹੋਇਆ ਵਾ ਤੇ ਇੰਨੀਆਂ ਕੁ ਲੰਬੀਆਂ ਕਤਾਰਾਂ ਸੀ ਕਿ ਲੋਕਾਂ ਦੀਆਂ 2-2 ਘੰਟੇ ਬਾਹਰ ਖੜਿਆਂ ਨੇ ਵਾਰੀ ਲਈ ਵੇਟ ਕੀਤੀ ਹੈ ਆਪਣੀ, ਤੇ ਬੁਰਾ ਹਾਲ ਸੀ। ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ ਪਹਿਲਾਂ। ਹੈਲੋ ਸਤਿ ਸ਼੍ਰੀ ਅਕਾਲ ਭੈਣ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਅਸੀਂ ਬੀਸੀ ਤੋਂ ਬੋਲਦੇ। ਜੀ ਮੈਮ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਕਿਵੇਂ ਦੀ ਰਹੀ ਦੀਵਾਲੀ? ਟਾਕ ਸ਼ੋ ਤੁਹਾਡਾ ਬਹੁਤ ਵਧੀਆ। ਦੀਵਾਲੀ ਅਸੀਂ ਨਾ ਗੁਰਦੁਆਰੇ ਗਏ ਆ, ਨਾ ਕੋਈ ਪਟਾਕਾ ਲਿਆਂਦਾ। ਕੀ ਬਾਤ ਹੈ। ਤੇ ਆਪਣੇ ਘਰ ਬੈਠ ਕੇ ਬਸ ਬੱਚਿਆਂ ਨਾਲ ਫਨ ਕੀਤਾ, ਕਿਉਂਕਿ ਪਤਾ ਸੀ ਕੋਵਿਡ-19 ਕੋਈ ਫਾਇਦਾ ਨਹੀਂ ਗਾ ਜਾਣ ਦਾ। ਤੇ ਮਠਿਆਈਆਂ ਵਾਲੀਆਂ ਸਰੀ ਦੇ ਵਿੱਚ ਜਾਓ ਤਾਂ ਐਡੀਆਂ ਲੱਗੀਆਂ ਸੀ। ਮੀਂਹ ਦੇ ਵਿੱਚ ਲੋਕ ਖੜੇ ਸੀ, ਪਰ ਕੋਈ ਫੋਲੋ ਨਹੀਂ ਕਰ ਰਿਹਾ। ਓਕੇ, ਇਹ ਕਿੰਨੀ ਅੱਛਾ BC ਚ ਕੇਸਿਸ ਬਹੁਤ ਵੱਧ ਰਹੇ ਨੇ। BC ਚ ਕੇਸਿਸ ਵੀ ਬਹੁਤ ਵੱਧ ਰਹੇ ਨੇ। ਤੇ ਬਾਕੀ ਤੁਹਾਡੇ ਆਲੇ ਦੁਆਲੇ ਮੁਹੱਲੇ ਦੇ ਵਿੱਚ ਲੋਕਾਂ ਨੇ ਪਟਾਕੇ ਵਗੈਰਾ ਚਲਾਏ ਹੋਣੇ, ਸਵੀਟਸ ਵਗੈਰਾ ਐਕਸਚੇਂਜ ਹੋਈਆਂ? ਅਸੀਂ ਮੈਟਰੋ ਚ ਰਹਿੰਦੇ, ਸਾਡੇ ਕੋਲੇ ਸਾਰੇ ਗੋਰੇ ਜਾਂ ਕੋਈ ਪੰਜਾਬੀ ਹੈ ਨਹੀਂ। ਚਲੋ ਠੀਕ ਹੈ ਜੀ, ਤੁਸੀਂ ਪਹਿਲੀ ਜੁਲਾਈ ਨੂੰ ਚਲਾਇਓ ਫਿਰ। ਜੀ ਬਿਲਕੁਲ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਥੈਂਕ ਯੂ ਸੋ ਮਚ ਜੀ, ਥੈਂਕ ਯੂ। ਪਟਾਕੇ ਦੀ ਗੱਲ ਓਕੇ ਠੀਕ ਹੈ, ਤੁਹਾਡਾ ਜੀ ਕਰਦਾ ਖੁਸ਼ੀ ਮਨਾਉਣ ਨੂੰ। ਇਸ ਵੇਲੇ ਹਾਲਤ ਇਹ ਆ, ਪਤਾ ਨਹੀਂ ਤੁਹਾਡੇ ਗੁਆਂਢੀਆਂ ਦੇ ਘਰ 'ਚ ਕੋਈ ਬੰਦਾ ਕੋਵਿਡ ਦੇ ਨਾਲ ਹਸਪੀਟਲ ਵੈਂਟੀਲੇਟਰ ਤੇ ਲੱਗਿਆ ਹੋਵੇ। ਇਹ ਨਹੀਂ ਪਤਾ ਤੁਹਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਦੀ ਡੈਥ ਹੋਈ ਹੋਵੇ ਤੇ ਤੁਸੀਂ ਪਟਾਕੇ ਚਲਾ ਰਹੇ ਹੋ। ਕਿੰਨੀ ਚੰਗੀ ਗੱਲ ਹੈ। ਇਮੇਜਿਨ ਕਰੋ ਤੁਹਾਡੇ ਤੇ ਇਹ ਗੱਲ ਹੋਈ ਹੋਵੇ, ਪ੍ਰਮਾਤਮਾ ਕਰੇ ਕਿਸੇ ਤੋਂ ਨਾ ਹੋਵੇ, ਤੁਹਾਡੇ ਤੋਂ ਇਹ ਹੋਵੇ ਤੇ ਗੁਆਂਢੀ ਚਲਾਉਂਦਾ ਹੋਵੇ ਪਟਾਕੇ, ਫੇਰ ਕੀ ਕਰੋਗੇ? ਸਰ ਪਲਾਜ਼ਿਆਂ ਦੇ ਵਿੱਚ ਜੇ ਤੁਸੀਂ ਦੇਖੋ ਇੰਸਟਾ ਦੇ ਉੱਤੇ, ਇੰਸਟਾਗ੍ਰਾਮ ਦੇ ਉੱਤੇ ਇਹ ਜਿਹੀਆਂ ਵੀਡੀਓਜ਼ ਸ਼ਰੇਆਮ ਵਾਇਰਲ ਹੋਈਆਂ ਨੇ, ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਪਲਾਜ਼ਿਆਂ ਦੇ ਵਿੱਚ ਖੜ ਕੇ ਜਦੋਂ ਤੁਸੀਂ ਪਟਾਕੇ ਚਲਾ ਰਹੇ ਹੋ, ਉੱਥੋਂ ਦੇ এনवायरमेंट ਨੂੰ ਖਰਾਬ ਕਰ ਰਹੇ ਹੋ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਹਾਂ ਜੀ। ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਕਿਵੇਂ ਦੀ ਰਹੀ ਦੀਵਾਲੀ? ਦੀਵਾਲੀ ਤਾਂ ਅਸੀਂ ਘਰ ਹੀ ਮਨਾਈ ਹੈ ਜੀ। ਘਰ ਹੀ ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਕਿੰਨੀ ਵਧੀਆ ਗੱਲ ਕੀਤੀ, ਕਿੰਨੀਆਂ ਵਧੀਆ ਗੱਲ ਕੀਤੀ ਹੈ ਜੀ। ਤੇ ਬਾਕੀ ਇਹ ਜੀ ਆਪਣਾ ਬ੍ਰਹਮਪੁਰ ਰਹਿ ਕੇ ਜੋ ਕੀਤਾ, ਆਪਣੇ ਪੰਜਾਬੀਆਂ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਸੀ। ਨਾ ਲੰਬੀਆਂ ਲਾਈਨਾਂ 'ਚ ਲੱਗੋ, ਘਰ ਰਹੋ। ਗੱਲ ਇਹ ਸਮਝਾਉਣਾ ਬੜਾ ਔਖਾ ਜੀ। ਬਿਲਕੁਲ ਜੀ, ਤੁਸੀਂ ਬਰੈਂਪਟਨ ਚ ਰਹਿੰਦੇ ਹੋ, ਤੁਹਾਨੂੰ ਪਤਾ ਲੱਗਿਆ ਹੋਣਾ ਕਿੰਨੇ ਕੁ ਪਟਾਕੇ ਚੱਲੇ ਜਾਂ ਕਿੰਨੇ ਕੁ ਕੋਈ ਇਨਸੀਡੈਂਟ ਵਗੈਰਾ ਹੋਏ? ਨਹੀਂ ਜੀ, ਅਸੀਂ ਕੈਲਡਨ ਚ ਰਹਿੰਦੇ ਆ ਜੀ। ਜੀ ਅੱਛਾ ਜੀ, ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 'ਚ ਕਾਲ ਕਰਨ ਲਈ। ਥੈਂਕ ਯੂ ਸੋ ਮਚ ਜੀ। ਤਰਨ ਜਿਹੜੇ ਪਟਾਕੇ ਪਲਾਜ਼ਿਆਂ ਚੱਲੇ ਨੇ, ਉਹ ਕਾਰਾਂ ਦੇ ਵਿੱਚ ਪਟਾਕੇ ਚੱਲੇ ਨੇ। ਕਾਰ ਨਿਰੀ ਅੱਗ ਹੈ। ਪਾਰਕਿੰਗ ਲਾਟ 'ਚ ਇੱਕ ਕਾਰ ਨੂੰ ਅੱਗ ਲੱਗ ਗਈ, ਦੂਜੀਆਂ ਕਾਰਾਂ ਹਿਲਾ ਨਹੀਂ ਹੋਣੀਆਂ, ਇੰਨੀ ਛੇਤੀ ਅੱਗ ਨਿਰਾ ਪੇਂਟ ਹੈ, ਗੈਸਲੀਨ ਉਹਦੇ 'ਚ, ਆਇਲ ਉਹਦੇ 'ਚ, ਪਲਾਸਟਿਕ ਉਹਦੇ ਵਿੱਚ ਹੈ, ਔਰ ਮੋਸਟਲੀ ਜਿਹੜੀ ਬੋਡੀ ਬਣੀ ਹੋਈ ਹੈ ਫਾਈਬਰ ਗਲਾਸ ਦੀ ਬਣੀ ਹੋਈ ਹੈ। ਅੱਗ ਲੱਗ ਗਈ ਤਾਂ ਪਤਾ ਨਹੀਂ ਕੀ ਕਰਦੇ ਫਿਰਦੇ, ਕੋਈ ਕਾਮਨ ਸੈਂਸ ਨਹੀਂ ਹੈ। ਸਨਰੂਫ ਚੋਂ ਬਾਹਰ ਗਲ ਕੱਢੀ ਬੈਠੇ ਆ, ਕਰ ਰਹੇ ਆ। ਕੰਟਰੋਲ ਯੂਰਸੈਲਫ ਐਟਲੀਸਟ। ਕੁਛ ਤਾਂ ਚੰਗੇ ਤਾਂ ਬਣ ਕੇ ਦਿਖਾਓ। ਅਸੀਂ ਆਏ ਨਾ ਕਰੀਏ। ਮੈਂ ਇੱਕ ਤਬਕੇ ਨੂੰ ਨਹੀਂ ਕਹਿੰਦਾ, ਯੂਥ ਆਏ ਕਰ ਰਿਹਾ ਸਾਰੇ ਪਾਸੇ ਸਰ। ਹੁਣ ਦੇਖ ਲਓ ਹੈਲੋਇਨ ਲੰਘ ਕੇ ਗਈ ਆ, ਸਰਕਾਰ ਨੇ ਕਿੰਨਾ ਕਿਹਾ। ਉਸ ਵੇਲੇ ਵੀ ਉਸ ਤਿਉਹਾਰ ਦੇ ਉੱਤੇ ਵੀ ਬਹੁਤੇ ਲੋਕੀ ਨਹੀਂ ਹਟੇ ਹੈਗੇ। ਉਹ ਅਸੀਂ ਇਹ ਕਹਿ ਲਈਏ ਕਿ ਜੇ ਸਿਰਫ ਸਾਡੀ ਕਮਿਊਨਿਟੀ ਹਰ ਪਾਸੇ ਕਿਸੇ ਕਿਉਂਕਿ ਆਪਾਂ ਇਸ ਕਰਕੇ ਆ ਰਹੇ ਆਪਣੀ ਕਮਿਊਨਿਟੀ ਸੁਣ ਰਹੀ ਹੈ, ਦੇਖ ਰਹੀ ਹੈ ਆਪਣੀ। ਸਰਕਾਰ ਲਈ ਹੁਣ ਸਭ ਤੋਂ ਵੱਡੀ ਪ੍ਰੋਬਲਮ ਹੁਣ ਇਹ ਹੋ ਚੁੱਕੀ ਆ ਕਿ ਆਮ ਤਾਂ ਵੈਸੇ ਲੋਕੀ ਸੁਣਦੇ ਨਹੀਂ, ਤਿਉਹਾਰਾਂ ਦੇ ਮੌਕੇ ਤੇ ਉਹਨਾਂ ਨੂੰ ਕਿੱਦਾਂ ਕਾਬੂ ਕੀਤਾ ਜਾਵੇ? ਤੁਸੀਂ ਇਮੇਜਿਨ ਕਰੋ ਕ੍ਰਿਸਮਸ ਆ ਰਹੀ ਹੈ ਜੀ, ਉਹਦਾ ਕੀ ਕਰੋਗੇ? ਗੱਲ ਕਰਾਂਗੇ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬੇਟੇ, ਮੈਂ ਤੇਰੀ ਆਂਟੀ ਬੋਲਦੀ ਆ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਹਾਂ ਤੇਰੇ ਖਿਆਲ ਨੇ। ਠੀਕ ਹੈ ਜੀ, ਕਿਵੇਂ ਕਹਿਣਾ ਚਾਹੁੰਦੇ ਹੋ ਜੀ? ਅਸੀਂ ਨਾ ਤਾਂ ਵੀਰ ਜੀ ਗਏ ਗੁਰਦੁਆਰੇ, ਹਾਂਜੀ, ਨਾ ਗਏ ਮਠਿਆਈ ਵਾਲੀ ਦੁਕਾਨ ਤੇ, ਨਾ ਲਿਆਂਦੇ ਪਟਾਕੇ। ਕੀ ਬਾਤ ਹੈ। ਇੱਕ ਤਾਂ 1.5 ਮਹੀਨਾ ਹੋ ਗਿਆ, ਵੋਟੀ ਦਾ ਭਰਾ ਪੂਰਾ ਹੋ ਗਿਆ ਸੀਗਾ, ਮਤਲਬ ਜਵਾਨੀ 36 ਸਾਲਾਂ ਦਾ ਇੰਡੀਆ ਚ, ਉਹਦੇ ਕਰਕੇ ਵੀ ਕੁਛ ਹੋ ਗਿਆ। ਕੁਛ ਆਪਣੇ ਮੰਦਸ਼ਾ ਕਰਕੇ ਅਸੀਂ ਕੁਛ ਵੀ ਨਹੀਂ ਕੀਤਾ। ਠੀਕ ਹੈ ਜੀ। ਦੇਖੋ ਵੈਸੇ ਆਲੇ ਦੁਆਲੇ ਕਿੰਨਾ ਕੁ ਤੁਹਾਨੂੰ ਲੱਗਿਆ ਕੁਛ? ਸਾਹਮਣੇ ਸਾਡੇ ਬਹੁਤ ਪਟਾਕੇ ਚੱਲੇ ਦਿੱਲੀ ਦੇ ਨੇ ਇਹ, ਇਹਨਾਂ ਨੇ ਬਹੁਤ ਚਲਾਏ। ਚਲੋ ਥੈਂਕ ਯੂ। ਚਲੋ ਤੁਹਾਨੂੰ ਪੰਜਾਬ ਯਾਦ ਕਰਵਾ ਦਿੱਤਾ ਉਹਨਾਂ ਨੇ। ਬ੍ਰੈਂਪਟਨ ਚ ਰਹਿੰਦੇ ਆ, ਇੱਥੇ ਸਿਟੀ ਸੈਂਟਰ ਦੇ ਕੋਈ ਵੀ ਪੜਦੇ ਹੀ ਨਾ ਸੀ। ਜੀ ਸ਼ੁਕਰੀਆ ਜੀ ਮੈਮ, ਕਾਲ ਕੀਤੀ ਤੁਸੀਂ ਪ੍ਰੋਗਰਾਮ 'ਚ, ਤੇ ਥੈਂਕ ਯੂ ਸੋ ਮਚ ਆਪਣੇ ਵਿਚਾਰ ਸਾਂਝੇ ਕੀਤੇ। ਤੁਸੀਂ ਇਹ ਡੇਂਜਰਸ ਇੰਨਾ ਹੈ। ਤੁਸੀਂ ਹੁਣ ਅਗਲਾ ਸਟੈਪ ਪਤਾ ਕੀ ਆਉਣਾ? ਜੇ ਲਾਕਡਾਊਨ ਹੋ ਗਿਆ ਫਿਰ ਕੀ ਕਰੋਗੇ? ਲਾਕਡਾਊਨ ਦੇ ਦੇਰ ਸੋ ਮੈਨੀ ਸਿਸਟਮਸ, ਪਰ ਜਿੱਥੇ ਲਾਕਡਾਊਨ ਕਾਮਯਾਬ ਹੋਇਆ, ਮੈਂ ਤੁਹਾਨੂੰ ਉੱਥੋਂ ਦੀ ਗੱਲ ਦੱਸਦਾ। ਆਸਟ੍ਰੇਲੀਆ ਨੇ ਕੀ ਕੀਤਾ? ਆਸਟ੍ਰੇਲੀਆ ਨੇ ਕਰਫਿਊ ਲਾਉਣ ਲੱਗਾ ਜੀ। ਕਰਫਿਊ ਪਤਾ ਕੀ ਰਹਾ? ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਕੋਈ ਘਰੋਂ ਬਾਹਰ ਨਿਕਲੂਗਾ, ਤੁਰੇ ਫਿਰੋ।
ਕਿੱਥੇ ਜਾਓਗੇ? ਆ ਜਿਹੜੇ ਕੰਮ ਹੋ ਰਹੇ ਨੇ ਇਹ ਉਸ ਪਾਸੇ ਨੂੰ ਸਟੈਪ ਹੈ। ਜੇ ਕੰਟਰੋਲ 'ਚ ਨਾ ਹੋਇਆ ਤਾਂ ਸਾਡੇ ਕਰਫਿਊ ਲੱਗਣਗੇ, ਕਿਉਂਕਿ ਜਿਹੜੀ ਪ੍ਰੈਡਿਕਸ਼ਨ ਆ ਰਹੀ ਹੈ ਤਰਨ, ਜਿਹੜੀ ਪ੍ਰੈਡਿਕਸ਼ਨ ਸੀ ਵੀ ਸੈਕੰਡ ਵੇਵ ਡੇਂਜਰਸ ਹੋਊਗੀ ਫਸਟ ਨਾਲੋਂ, ਇਟ ਇਜ਼ ਡੇਂਜਰਸ। ਠੀਕ ਹੈ, ਹੁਣ ਪ੍ਰੈਡਿਕਸ਼ਨ ਕੀ ਹੈ? ਦਿਹਾੜੀ ਦਾ ਅੰਟਾਰੀਓ ਦਾ 5000 ਤੱਕ। ਇਮੇਜਿਨ ਕਰੋ, ਅੱਜ 1500 ਹੈ, ਸੋ ਇਟ ਮੀਨਸ ਵਧਣ ਦੇ ਚਾਂਸਸ ਆ, ਘਟਣ ਦੇ ਚਾਂਸਸ ਨਹੀਂ ਆ। ਪਲੀਜ਼ ਰੱਬ ਦਾ ਵਾਸਤਾ ਕੰਟਰੋਲ ਕਰੋ, ਇਹਦਾ ਕੰਮ ਇਸ ਪਾਸੇ ਨਾ ਜਾਓ। ਅੱਜ ਤਾਂ ਦੀਵਾਲੀ ਲੰਘ ਕੇ ਹਟੀ ਆ, ਹੁਣ ਹੌਲੀ ਹੌਲੀ ਟੈਸਟਿੰਗ ਸ਼ੁਰੂ ਹੋਗੀ, ਫਿਰ ਉਹੀ ਕੇਸਿਸ ਆਉਣੇ ਸ਼ੁਰੂ ਹੋ ਜਾਣੇ ਆ। ਤਰਨ 2 ਹਫ਼ਤੇ ਤੁਸੀਂ ਵੇਟ ਕਰੋ, ਤੁਸੀਂ ਇਹਦੇ ਰਿਜ਼ਲਟਸ ਦੇਖ ਲਓ। ਬਿਲਕੁਲ ਜੀ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਸਾਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਗੱਲ ਕੀ ਆ ਸਾਨੂੰ ਵੀ, ਇਹ ਦੇਖੋ ਜਦੋਂ ਬੰਦੇ ਨੂੰ ਨਾ ਜਿੱਦਾਂ ਕਹਿੰਦੇ ਹੁੰਦੇ ਆ ਕਿ ਗਧੇ ਨੂੰ ਸੋਟਾ ਤਾਂ ਬੰਦੇ ਨੂੰ ਸੈਂਸ, ਤੇ ਜੇ ਆਪਣੀ ਕਵਿਤਰੀ ਇਹ ਆਪਣੇ ਜਿੰਨੇ ਵੀ ਲੋਕ ਆਪਣੇ ਜਿਹੜੇ ਆਦਤਾਂ ਛੱਡ ਸੱਤ ਸਮੁੰਦਰ ਛੱਡ ਕੇ ਆ ਗਏ ਆ ਦੇਸਾਂ ਪ੍ਰਦੇਸ਼ਾਂ ਚ, ਪਰ ਇਹਨਾਂ ਨੇ ਆਪਣੀਆਂ ਆਦਤਾਂ ਨਹੀਂ ਛੱਡੀਆਂ। ਜੇ ਆਦਤਾਂ ਛੱਡ ਦੇਣ ਸਾਰਾ ਕੁਝ ਸੁਧਰ ਜਵੇ। ਦੇਖੋ ਦੀਵਾਲੀ ਆਈ ਆ, ਅਸੀਂ ਵੀ ਘਰੇ ਮੋਮਬੱਤੀਆਂ ਦੀਵੇ ਅੰਦਰ ਥਾਲੀ ਤੇ ਪਰਾਤ ਚ ਰੱਖ ਕੇ ਜਗਾਏ ਆ, ਧੂਪ ਬੱਤੀ ਕੀਤੀ, ਪਾਠ ਕੀਤਾ ਤੇ ਬੜਾ ਵਧੀਆ ਹੈ ਨਾ। ਜਦੋਂ ਇੰਨਾ ਦੁਨੀਆ ਤੇ ਕਹਿਰ ਵਰਤ ਰਿਹਾ ਤੇ ਇਹਨਾਂ ਨੂੰ ਕਿਉਂ ਨਹੀਂ ਸਮਝ ਆਉਂਦੀ ਜੀ, ਹਨਾ ਜੀ। ਸਹੀ ਗੱਲ ਹੈ। ਇੱਕ ਪਸ਼ੂ ਤਾਂ ਹੈ ਨਹੀਂਗਾ, ਬੰਦਾ ਤਦੇ ਇਨਸਾਨ ਨੇ ਬਣਾਇਆ ਕਿ ਇਹ ਸੁਣੇ ਬੋਲ ਸਕਦਾ ਹੈ, ਸੁਣ ਸਕਦਾ ਹੈ। ਬਿਲਕੁਲ ਜੀ। ਸਾਡਾ ਫਰਕ ਇਹ ਹੈ ਜੀ, ਅਸੀਂ ਸੋਚ ਸਕਦੇ ਹਾਂ, ਸੁਣ ਸਕਦੇ ਹਾਂ, ਸਮਝ ਸਕਦੇ ਹਾਂ, ਸਮਝਾਇਆ ਜਾ ਸਕਦਾ, ਪਰ ਅਸੀਂ ਸਮਝਦੇ ਫਿਰ ਨਹੀਂ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਦੇਖੋ, ਆਪਾਂ ਨੂੰ ਤਦੇ ਆਪਾਂ ਨੂੰ 84 ਲੱਖ ਜੂਨ ਕਰਕੇ ਬੰਦੇ ਦੀ ਜੂਨੇ ਪਾਇਆ, ਆਪਾਂ ਨੂੰ ਕਿਉਂ ਨੂੰ ਪਸ਼ੂ ਬਣਾਤਾ ਹੈ। ਆਪਾਂ ਤਾਂ ਪਸ਼ੂਆਂ ਨਾਲ ਵੀ ਭੈੜੇ ਹੋ ਜਾਣੇ। ਬਾਕੀ ਸੌਰੀ ਭਾਜੀ ਦੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਨਾ ਜੀ, ਕੋਈ ਗੱਲ ਨਹੀਂ। ਥੈਂਕ ਯੂ, ਥੈਂਕਸ ਫॉर ਕਾਲਿੰਗ। ਬਹੁਤ ਧੰਨਵਾਦ ਗੱਲ ਕਰਨ ਲਈ ਸਰ। ਇੱਕ ਸਵਾਲ ਮੇਰਾ ਇੱਥੇ ਉੱਠਦਾ ਆ, ਮੋਸਟਲੀ ਜਿਹੜੀਆਂ ਆਪਾਂ ਦੇਖੀਆਂ ਗੱਲਾਂ ਬਾਤਾਂ ਸੁਣੀਆਂ ਨੇ, ਯੂਥ ਇਹਦੇ ਵਿੱਚ ਜ਼ਿਆਦਾ ਸੀਗਾ। ਤੇ ਜੇ ਆਪਾਂ ਯੂਥ ਦੀ ਗੱਲ ਕਰੀਏ, ਹੁਣ ਜਿਵੇਂ ਆਪਾਂ ਨੂੰ ਜਿੰਨੀਆਂ ਮੋਸਟਲੀ ਕਾਲਸ ਆ ਰਹੀਆਂ ਨੇ, ਸਾਰੀਆਂ ਫੈਮਲੀਜ਼ ਦੀਆਂ ਕਾਲਸ ਆ ਰਹੀਆਂ ਨੇ ਕਿ ਆਪਣੇ ਪਰਿਵਾਰ ਨਾਲ ਉਹਨਾਂ ਨੇ ਮਨਾਇਆ, ਘਰੇ ਬਹਿ ਕੇ ਮਨਾਇਆ। ਜੇ ਆਪਾਂ ਯੂਥ ਦੀ ਖਾਸ ਤੌਰ ਤੇ ਜੇ ਗੱਲ ਕਰੀਏ, ਜਿਹੜੇ ਇੱਥੇ ਪਹੁੰਚੇ ਹੋਏ ਨੇ, ਪਿੱਛੇ ਫੈਮਲੀਜ਼ ਪਿੱਛੇ ਨੇ, ਆਪਣੇ ਆਪ ਨੂੰ ਇੱਕ ਦੂਜੇ ਨਾਲ ਸਪੋਰਟ ਕਰਨ ਲਈ ਆਪਣੇ ਫਰੈਂਡਸ ਦੇ ਗਏ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਮਾਰੀਆਂ, ਜਾਂ ਉਹਨਾਂ ਨੇ ਆਪਣੇ ਆਪ ਨੂੰ ਥੋੜਾ ਚਿਲ ਕਰਨ ਦੇ ਲਈ ਉਹਨਾਂ ਨੇ ਪਟਾਕੇ ਵਗੈਰਾ ਚਲਾਏ। ਜੇ ਇਹੀ ਥੋੜਾ ਬਹੁਤ ਉਹ ਵੀ ਫੈਮਿਲੀ ਦੇ ਨਾਲ ਹੁੰਦੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਸ਼ਾਇਦ ਉਹ ਵੀ ਘਰ ਬੈਠ ਕੇ ਥੋੜਾ ਇੰਜੋਏ ਕਰ ਸਕਦੇ ਸੀ? ਕਿਉਂਕਿ ਜਿਹੜੀ ਸੌਰੀ ਮੈਂ ਤੁਹਾਨੂੰ ਇੰਟਰਪਟ ਕਰ, ਕਿਉਂਕਿ ਖਾਸ ਤੌਰ ਤੇ ਤਿਉਹਾਰਾਂ ਦੇ ਮੌਕੇ ਦੇ ਉੱਤੇ ਬੰਦਾ ਫੈਮਿਲੀਜ਼ ਨੂੰ ਜਾਂ ਉਸ ਮਾਹੌਲ ਨੂੰ ਬਹੁਤ ਮਿਸ ਕਰਦਾ। ਗੱਲ ਕਰਾਂਗੇ, ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹਾਂਜੀ ਤਰਨ ਜੀ, ਜਿਹੜਾ ਸੁਣਿਆ ਵੀ ਦੀਵਾਲੀ ਵੇਲੇ ਇੱਥੇ ਪਾਰਕਿੰਗ ਲੋਟ ਦੇ ਵਿੱਚ ਬਹੁਤ ਇਕੱਠ ਹੋਇਆ ਨਾਨਕਸਰ ਗੁਰਦੁਆਰੇ ਜੀ, ਜਿਹੜਾ ਮੈਕਲਾਗਨ ਐਂਡ ਸਟੀਲ ਤੇ ਆ। ਜੀ ਜੀ, ਦੱਸੋ ਜੀ। ਹਾਂਜੀ, ਲੋਕਾਂ ਨੂੰ ਵੈਸੇ ਇੰਨੀਆਂ ਲਾਈਨਾਂ 'ਚ ਲੱਗਣਾ ਨਹੀਂ ਸੀ ਚਾਹੀਦਾ ਜੀ। ਹੁਣ ਬਹੁਤੇ ਲੋਕ ਤਾਂ ਤਾਂ ਹੀ ਗਏ ਹੋਣੇ ਵੀ ਕੜੀ ਚੌਲ ਬਣੇ ਹੋਣੇ। ਕਾਫੀ ਥਾਵਾਂ ਤੇ ਦੇਖਿਆ, ਕਈ ਤਾਂ ਗੁਰਦੁਆਰਾ ਸਾਹਿਬ ਜੇ ਦੇਖੀਏ ਤਾਂ ਕਈਆਂ ਨੇ ਤਾਂ ਟੋਟਲੀ ਬੰਦ ਕੀਤਾ ਹੋਇਆ ਸੀ ਕਿ ਤੁਸੀਂ ਬਾਹਰੋਂ ਹੀ ਨਤਮਸਤਕ ਹੋ ਕੇ ਜਾ ਸਕਦੇ ਹੋ। ਕੁਝ ਗੁਰਦੁਆਰਾ ਸਾਹਿਬ ਨੇ ਅੰਦਰੋਂ ਤਾਂ ਪੂਰੇ ਇੰਤਜ਼ਾਮ ਕੀਤੇ ਹੋਏ ਸੀ, ਪਰ ਬਾਹਰੋਂ ਤਾਂ ਹੁਣ ਸਾਨੂੰ ਆਪ ਨੂੰ ਸੋਚਣਾ ਚਾਹੀਦਾ ਕਿ ਲਾਈਨ ਲੱਗੀ ਹੋਈ ਹੈ ਤਾਂ ਬਾਹਰੋਂ ਨਤਮਸਤਕ ਹੋ ਕੇ ਚੱਲ ਜੀਏ। ਬਿਲਕੁਲ। ਹਾਂਜੀ ਸਹੀ ਗੱਲ ਹੈ, ਕਹਿੰਦੇ ਕਾਫੀ ਲੰਬੀਆਂ ਲਾਈਨਾਂ ਸੀ ਜੀ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ। ਜਿਹੜੀ ਫੈਮਿਲੀ ਮਿਸ ਕਰਨ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਇੱਥੇ ਵਾਲਾ ਯੂਥ ਸਾਰੇ ਕੋਈ ਵੀ ਹੈਗੇ ਨੇ ਜਿਹੜੇ ਇੱਥੇ ਜੰਮੇ ਪੜੇ ਆ ਜਾਂ ਜਿਹੜੇ ਪਿੱਛੋਂ ਆਏ ਹੋਏ ਨੇ, ਜਦੋਂ ਇਕੱਠੇ ਹੁੰਦੇ ਆ ਤਾਂ ਸਾਰਾ ਕੁਝ ਇਵੇਂ ਹੁੰਦਾ ਹੈਗਾ। ਹਾਂ, ਜਿਹੜੀ ਫੈਮਿਲੀ ਨੂੰ ਮਿਸ ਕਰਨ ਵਾਲੀ ਦੀ ਗੱਲ, ਦੈਟਸ ਇਟਸ ਅ ਵੈਰੀ ਬਿਗ ਥਿੰਗ, ਕਿਉਂਕਿ ਨੈਚੁਰਲੀ ਤੁਸੀਂ ਪਰ ਯੂ نو ਇਹ ਤੁਹਾਨੂੰ ਪਤਾ ਸੀ ਵੈਨ ਯੂ ਲੈਫਟ ਦ ਕੰਟਰੀ, ਤੁਹਾਨੂੰ ਪਤਾ ਸੀ ਯੂ ਵਿਲ ਬੀ ਗੋਇੰਗ ਥਰੂ ਥੀਸ ਥਿੰਗਸ। ਠੀਕ ਹੈ, ਸੋ ਵਾਈ ਨਾਟ ਜਿਹੜੀਆਂ ਇੱਥੇ ਗੱਲਾਂ ਹੋ ਰਹੀਆਂ ਉਹਨਾਂ ਨੂੰ ਫੋਲੋ ਕੀਤਾ ਜਾਵੇ, ਉਹਨਾਂ ਨੂੰ ਪਹਿਲਾਂ ਸਮਝਿਆ ਜਾਵੇ, ਫਿਰ ਇਹ ਜਿਹਾ ਕੁਝ ਕੀਤਾ ਜਾਵੇ। ਕੋਈ ਬਾਕੀ ਜੇ ਲੋਕ ਤੁਹਾਨੂੰ ਕਹਿੰਦੇ ਆ ਵੀ ਇਹ ਕੰਮ ਨਾ ਕਰੋ, ਅਸੀਂ ਆਪਦੇ ਬੱਚਿਆਂ ਨੂੰ ਵੀ ਕਹਿੰਦੇ ਹਾਂ ਵੀ ਇਹ ਕੰਮ ਨਾ ਕਰੋ, ਔਰ ਨਾ ਕਰੋ ਤਾਂ ਚੰਗੀ ਗੱਲ ਹੈਗੀ ਆ, ਪਰ ਇਹ ਜੋ ਹੋਇਆ ਪਾਰਕਿੰਗ ਲਾਟਾਂ ਦੇ ਵਿੱਚ ਜਿਹੜੇ ਇੰਨਾ ਯੂਥ ਤੁਰਿਆ ਫਿਰਦਾ, ਇਹ ਨਹੀਂ ਪਤਾ ਕਿੱਥੋਂ ਵਾਲਾ ਉਹ, ਪਰ ਇਟਸ ਨਾਟ ਅ ਰਾਈਟ ਥਿੰਗ ਟੂ ਡੂ। ਜੀ, ਮੋਸਟਲੀ ਆਪਾਂ ਨੂੰ ਉਹਨਾਂ ਨੇ ਕਾਲਸ ਕੀਤੀਆਂ ਜਿਨ੍ਹਾਂ ਨੇ ਸਾਰੇ ਪ੍ਰੋਟੋਕੋਲਸ ਫੋਲੋ ਕੀਤੇ, ਕਿਸੇ ਨੇ ਉਹਨਾਂ ਨੇ ਕਾਲ ਨਹੀਂ ਕੀਤੀ ਅਜੇ ਤੱਕ ਜਿਨ੍ਹਾਂ ਨੇ ਘਰੇ ਪਾਰਟੀ ਵਗੈਰਾ ਕੀਤੀ ਹੋਵੇ, ਗੈਟ ਟੂਗੇਦਰ ਕੀਤੀ ਹੋਵੇ। ਹੈਲੋ ਸਤਿ ਸ਼੍ਰੀ ਅਕਾਲ ਬੇਟਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਜੀ। ਨਾਜੀ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਜੀ ਠੀਕ ਹੈ ਬਈ, ਤੁਸੀਂ ਇੱਕ ਹਫ਼ਤੇ ਤੋਂ ਵੀ ਜ਼ਿਆਦਾ ਮਿਹਨਤ ਕੀਤੀ ਪਰ ਲੋਕਾਂ ਨੇ ਕੁਝ ਵੀ ਸਮਝਿਆ ਨਹੀਂ। ਦੇਖੋ ਜਿੰਨੇ ਕਾਲਰਸ ਸਾਨੂੰ ਕਾਲ ਕਰ ਰਹੇ ਨੇ ਐਟਲੀਸਟ ਉਹਨਾਂ ਨੇ ਤਾਂ ਫੋਲੋ ਕੀਤਾ। ਜੀ ਹਾਂ, ਦੇਖੋ ਕੁਝ ਤਾਂ ਅਸਰ ਹੋਇਆ ਜੀ। ਇੰਨੀ ਨਾਜੀ ਸਾਹਿਬ ਨੇ ਮਿਹਨਤ ਕੀਤੀ, ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵੀ ਫਿਰ ਵੀ
ਇਹ ਜਿਹੜਾ ਕਹਿਰ ਚੱਲਦਾ ਹੈ ਤੇ ਬਚੋ, ਪਰ ਦੁਨੀਆ ਨਹੀਂ ਸੋਚਦੀ ਹੈ। ਦੇਖੋ ਹਟ ਜਾਣਾ ਚਾਹੀਦਾ ਜੀ, ਕੋਸ਼ਿਸ਼ ਕਰੋ, ਕਿਉਂਕਿ ਨਾਲੇ ਹੋਰ ਹੈ ਜੇ ਅਸੀਂ ਜਿਹੜੇ ਪਟਾਕੇ ਚਲਾਏ ਆ, ਕਈ ਲੋਕਾਂ ਦੀ ਇਸ ਕੰਮ 'ਚ ਮੌਤ ਹੋਈ ਹੈ ਜੀ, ਬਹੁਤ ਲੋਕਾਂ ਦੀ, ਕਈ ਉਸ ਸਟੇਜ ਤੇ ਪਏ ਨੇ, ਤੇ ਤੁਸੀਂ ਇਮੇਜਿਨ ਕਰੋ ਜੇ ਤੁਸੀਂ ਉਹਨਾਂ ਦੇ ਗੁਆਂਢੀਆਂ ਦੇ ਪਟਾਕੇ ਚਲਾ ਰਹੇ ਹੋ ਅਗਲੇ ਤੇ ਕੀ ਬੀਤੇ। ਹਾਂ, ਜਿਹੜੀ ਗੱਲ ਤੁਸੀਂ ਉਹ ਦੱਸੀ ਆ, ਇਸ ਚੀਜ਼ ਨੂੰ ਮੁੱਖ ਰੱਖਣਾ ਚਾਹੀਦਾ। ਇਹ ਦੁੱਖ ਸਾਰਿਆਂ ਦਾ ਇੱਕੋ ਜਿਹਾ। ਬਿਲਕੁਲ। ਸਾਡੇ ਘਰ ਏਦਾਂ ਪਿਆ ਹੋਵੇ ਤਾਂ ਤੁਸੀਂ ਸੋਚੋ ਕਿ ਕੋਈ ਵਜਾਵੇ ਤਾਂ ਕਿੰਨਾ ਮਨ ਨੂੰ ਖਰਾਬ ਠੇਸ ਪਹੁੰਚਦੀ ਆ। ਬਿਲਕੁਲ। ਪਰ ਅਸੀਂ ਲੋਕ ਸਮਝਣ ਵਾਲੇ ਨਹੀਂ ਹੈ। ਤੁਸੀਂ ਪੈਸੇ ਨੂੰ ਅੱਗ ਲਾਉਂਦੇ ਆ, ਪੈਸੇ ਤੁਸੀਂ ਕਿਸੇ ਗਰੀਬ ਨੂੰ ਦੇ ਦਿਓ, ਬਹੁਤ ਦੁਨੀਆ ਹੈ। ਬਿਲਕੁਲ ਵਧੀਆ ਗੱਲ ਕੀਤੀ ਹੈ, ਥੈਂਕ ਸ਼ੁਕਰੀਆ ਜੀ, ਸ਼ੁਕਰੀਆ ਆਪਦੇ ਵਿਚਾਰ ਸਾਂਝੇ ਕਰਨ ਵੈਸੇ ਇਸ ਵਾਰੀ ਤਰਨ ਆਪਣੇ ਇੰਡੀਆ 'ਚ ਵੀ ਪਟਾਕੇ ਘੱਟ ਚੱਲੇ ਨੇ। ਮੇਰੇ ਕੁਝ ਦੋਸਤ ਦਿੱਲੀ ਰਹਿੰਦੇ ਨੇ, ਉਹਨਾਂ ਨੇ ਕਿਹਾ ਵੀ ਹਾਂ 2100 ਬੰਦਾ ਚਾਰਜ ਕੀਤਾ, ਕੇਸਿਸ ਐਸੇ ਹੋਏ ਨੇ ਵੀ ਨੇ, ਪਰ ਦਿੱਲੀ ਵੱਡੀ ਬਹੁਤ ਹੈ। ਉਹਦੇ 'ਚ ਅੱਗੇ ਨਾਲੋਂ ਐਤਕੀ ਜਿਹੜੀ ਪਟਾਕੇਬਾਜ਼ੀ ਆ ਉਹ ਬਹੁਤ ਘੱਟ ਹੋਈ ਹੈ, ਔਰ ਬਹੁਤੇ ਲੋਕ ਇਹ ਵੀ ਸੋਚਣ ਲੱਗ ਪਏ ਨੇ ਕਿ ਪਟਾਕੇ ਚਲਾਉਣ ਦੀ ਲੋੜ ਹੈ ਨਹੀਂ ਗੀ। ਕਿੰਨੀ ਚੰਗੀ ਸੋਚ ਹੈ ਜੇ ਅਸੀਂ ਇਸ ਪਾਸੇ ਨੂੰ ਤੁਰ ਪਈਏ ਕਿ ਇਹ ਪੋਲੂਸ਼ਨ ਕ੍ਰੀਏਟ ਕਰਦੀ ਹੈ। ਇੱਕ ਗੱਲ ਆਪਣੇ 'ਚੋਂ ਬੜੀ ਵੱਡੀ ਪਰਸੈਂਟ ਹੈ ਜਿਹੜੀ ਸੋਚਦੀ ਨਹੀਂ, ਇਹ ਜਾਨਵਰਾਂ ਵਾਸਤੇ ਬਹੁਤ ਤੰਗ ਕਰਦੀ ਹੈ। ਬਿਲਕੁਲ। ਜਿੰਨੇ ਵੀ ਜਾਨਵਰ ਨੇ ਉਹਨਾਂ ਦੀ ਹਾਲਤ ਉਸ ਵੇਲੇ ਬਹੁਤ ਪਤਲੀ ਹੁੰਦੀ ਹੈ। ਤੁਸੀਂ ਡੌਗ ਹੈ ਘਰੇ, ਕਿਤੇ ਵੀ ਕਿਸੇ ਕੋਲ ਡੌਗ ਵਿਚਾਰਾ ਲੁਕਦਾ ਫਿਰੂਗਾ, ਕਿਉਂਕਿ ਉਹਦੇ ਕੋਲ ਥਾਂ ਭੱਜ ਭੁੱਜ ਕੇ ਕਿਸੇ ਪਾਸੇ ਜਾ ਸਕਦਾ। ਚਿੜੀਆਂ ਜਨੌਰ ਰਾਤ ਨੂੰ ਬੈਠੇ ਆ ਟਿਕੇ ਦਰਖਤਾਂ ਤੇ, ਉੱਡਣਾ ਪੈ ਜਾਂਦਾ ਹੈ, ਉੱਡ ਕੇ ਉਹਨਾਂ ਨੂੰ ਦਿਸਦਾ ਨਹੀਂ ਹੈ, ਮੁੜ ਕੇ ਆ ਕੇ ਉਹ ਦਰਖਤ ਤੇ ਨਹੀਂ ਬੈਠ ਸਕਦੇ। ਇਮੈਜਿਨ ਕਰੋ ਤੁਹਾਨੂੰ ਘਰ ਚੋਂ ਕੱਢਿਆ ਹੋਵੇ ਤੇ ਮੁੜ ਕੇ ਤੁਹਾਨੂੰ ਘਰ ਨਾ ਲੱਭੇ। ਅਸੀਂ ਇੱਥੇ ਤੱਕ ਸੋਚਦੇ ਨਹੀਂ ਆ। ਆਪਣੇ ਜਾਨਵਰ, ਮੱਝਾਂ ਉਦੋਂ ਦੁੱਧ ਨਹੀਂ ਦਿੰਦੀਆਂ। ਅਕਸਰ ਦੀਆਂ ਬਹੁਤ ਘਟਨਾਵਾਂ ਇੰਡੀਆ 'ਚ ਵੀ ਸਾਹਮਣੇ ਆਉਂਦੀਆਂ ਨੇ। ਤੇ ਇੱਕ ਚੀਜ਼ ਹੋਰ ਆ, ਜਦੋਂ ਕਰੋਨਾ ਦੌਰਾਨ ਆਪਾਂ ਕਹਿੰਦੇ ਸੀ ਇੱਕ ਪਾਸੇ ਵੀ ਇਨਵਾਇਰਨਮੈਂਟ ਲਈ ਚੰਗਾ ਆ, ਪੋਲਿਊਸ਼ਨ ਸਾਰਾ ਬੰਦ ਹੋਇਆ, ਅਸੀਂ ਦੀਵਾਲੀ ਦੇ ਮੌਕੇ ਤੇ ਉਹ ਸਭ ਕਰਕੇ ਪੋਲਿਊਸ਼ਨ ਨੂੰ ਫਿਰ ਉਸੇ ਲੈਵਲ ਤੇ ਲੈ ਕੇ ਆ ਰਹੇ ਹਾਂ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਜੀ ਇੱਥੇ ਓਕਵਲ ਤੋਂ ਬੋਲ ਰਿਹਾ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸੀ ਟੀਵੀ ਤੇ ਜੀ। ਜੀ ਸਰ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਸੋਹਣਾ ਚੱਲ ਰਿਹਾ ਤੁਹਾਡਾ ਪ੍ਰੋਗਰਾਮ ਜੀ। ਥੈਂਕ ਯੂ। ਤੇ ਬਾਕੀ ਜੋ ਤੁਸੀਂ ਨਸੀਹਤਾਂ ਦੇ ਰਹੇ ਨੇ ਭਾਈ ਸਾਹਿਬ ਜੀ, ਮੰਗਤਾ ਨਟ ਸਾਹਿਬ ਬੋਲ ਰਹੇ, ਤੁਸੀਂ ਤਰਨਜੀਤ ਤੁਸੀਂ ਬੋਲ ਰਹੇ ਹੋ, ਤਰਨਜੀਤ ਬੋਲ ਰਹੇ ਜੀ? ਜੀ ਬਿਲਕੁਲ ਜੀ, ਬਿਲਕੁਲ ਜੀ। ਹਾਂਜੀ, ਤੇ ਉਹ ਜਿਹੜੀ ਤੁਸੀਂ ਨਸੀਹਤਾਂ ਦੇ ਰਹੇ ਆ ਜੀ, ਮਤਲਬ ਕਿਸੇ ਦਾ ਕੋਈ ਅਸਰ ਨਹੀਂ ਹੁੰਦਾ। ਮੈਂ ਵੇਖਿਆ ਦੀਵਾਲੀ ਦੇ ਮੌਕੇ ਅਸੀਂ ਘਰੇ ਸਟੇ ਕੀਤਾ ਸੀ, ਨਾ ਪਟਾਕੇ ਚਲਾਏ ਜੀ, ਨਾ ਕਿਤੇ ਬਾਹਰ ਗਏ ਹੈਗੇ ਅਸੀਂ। ਤੇ ਅਦਰ ਜਸਟ ਸਟੇ ਐਟ ਹੋਮ, ਯੂ ਨੋ ਲਾਈਕ ਜੀ। ਤੇ ਆਈ ਡੋਨਟ ਨੋ, ਪਰ ਲੋਕੀ ਸਮਝ ਨਹੀਂ ਰਹੇ ਜੀ ਵੈਸੇ ਕਿਸ ਹਿਸਾਬ ਨਾਲ ਇੰਨਾ ਕੁਝ ਹੋ ਰਿਹਾ ਕਿ ਆਪਣੇ ਆਏ ਰਿਹਾ ਹੈ ਟੀਵੀ ਤੇ ਸਾਰਾ ਕੁਝ ਆਈ ਜਾਂਦਾ ਜੀ, ਪਰ ਲੋਕੀ ਫਿਰ ਸਮਝ ਨਹੀਂ ਰਹੇ। ਬਿਲਕੁਲ ਬਿਲਕੁਲ ਸਰ, ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਥੈਂਕ ਯੂ ਸੋ ਮਚ। ਮਨਜੋਤ ਸਿੰਘ ਹੁਣੀ ਕਹਿੰਦੇ ਜੀ ਦਿੱਲੀ ਦੇ ਵਿੱਚ ਕਈ ਥਾਵਾਂ ਤੇ ਇੱਕ 에ਅਰ ਕੁਆਲਿਟੀ ਇੰਡੈਕਸ 1000 ਤੱਕ ਪਹੁੰਚ ਗਿਆ ਸੀਗਾ। ਦੈਟਸ ਵੈਰੀ ਬਿਗ ਨੰਬਰ, ਕਿਉਂਕਿ 500 ਵੀ ਬਹੁਤ ਵੱਡਾ ਨੰਬਰ ਹੈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ? ਅੱਛਾ, ਮੈਂ ਸਵਾਗਤ ਬੋਲਦਾ ਤੁਹਾਨੂੰ ਸਾਰਿਆਂ ਨੂੰ, ਮਤਲਬ ਦੀਵਾਲੀ ਦੀਆਂ ਬਹੁਤ ਬਹੁਤ ਵਧਾਈਆਂ। ਤੁਹਾਨੂੰ ਵੀ ਜੀ ਬਹੁਤ ਬਹੁਤ ਮੁਬਾਰਕਾਂ ਜੀ। ਕੀ ਕਹਿਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਦੀਵਾਲੀ ਸੀਗੀ ਆਪਣੇ ਘਰੇ ਮਨਾਈ ਸੀ ਇਸ ਤਾਂ। ਵਧੀਆ ਗੱਲ ਹੈ ਜੀ। ਵੈਸੇ ਪਟਾਕੇ ਵਗੈਰਾ ਚਲਾਏ ਜਾਂ ਗੁਰਦੁਆਰਾ ਸਾਹਿਬ ਗਏ? ਨਹੀਂ ਜੀ, ਆਪਣੇ ਘਰੇ ਵੀ ਜਿਹੜੇ ਅਰਦਾਸ ਕਰ ਲਈ ਸੀ। ਦੂਸਰਾ ਮੈਂ ਘਰੇ ਆਪਣੇ ਜਿਹੜੇ ਬਣਾ ਕੇ ਖਾ ਲਿਆ ਬੱਚਿਆਂ ਨੂੰ ਖਵਾਤਾ। ਗੁਆਂਢੀਆਂ ਦਾ ਕੀ ਹਾਲ ਚੱਲ ਰਿਹਾ? ਹਾਂਜੀ ਠੀਕ ਹੈ। ਗੁਆਂਢੀਆਂ ਨੇ ਵੀ ਘਰੇ ਬਣਾਈ? ਹਾਂ, ਗੁਆਂਢੀ ਕਈ ਆਲੇ ਦੇਖ ਲੈ ਪਟਾਕੇ ਚੱਲਦੇ ਦੇਖਦੇ ਸੀਗੇ ਬੈਠੇ ਇੱਥੇ। ਸ਼ੁਕਰੀਆ ਜੀ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ। ਥੈਂਕ ਯੂ ਸੋ ਮਚ। ਤੁਹਾਨੂੰ ਢੰਗ ਦੱਸਦਾ, ਕਿਸੇ ਨੇ ਮੈਨੂੰ ਦੱਸਿਆ ਵੀ ਉਹਨੇ ਕੀਤਾ ਕੀ, ਉਹਨਾਂ ਨੇ ਮਿਠਾਈ ਲੈਣ ਜਾਣਾ ਨੈਚੁਰਲੀ ਹੈ, ਜੀ ਕਰਦਾ ਤੁਸੀਂ ਦਿਨ ਸੌਦਾ ਦੇਣਾ, ਦੋਸਤਾਂ ਮਿੱਤਰਾਂ ਨੂੰ ਮਿਠਾਈ ਵੀ ਦੇਣੀ ਹੈ। ਇੱਕ ਤਾਂ ਆਪਾਂ ਨੂੰ ਫੋਨ ਆਇਆ ਸੀਗਾ, ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਉਬਰ ਈਟਸ ਰਾਹੀਂ ਡਿਲੀਵਰ ਗਏ। ਗੁੱਡ ਆਈਡੀਆ। ਸੈਕੰਡ ਆਈਡੀਆ, ਤੁਸੀਂ ਅਰਲੀ ਮਾਰਨਿੰਗ ਜਾਣਾ, ਸਟੋਰ 8:30 ਖੁੱਲਦਾ ਜੀ, ਤੁਸੀਂ ਉਦੋਂ ਜਾਣਾ, ਕੋਈ ਵੀ ਨਹੀਂ ਹੈ, ਤੁਹਾਨੂੰ ਤਿਆਰ ਹੋ ਕੇ ਜਾਣ ਦੀ ਲੋੜ ਨਹੀਂ। ਨਹੀਂ ਤਾਂ ਤੱਕ ਪੂਰੇ ਕਮਰ ਕੱਸੇ ਕਰਕੇ ਜਾਣੇ ਹੁੰਦੇ ਨਾ, ਦਸਤਾਰ ਪੂਰੀ, ਹਾਂ ਦੀਵਾਲੀ ਆ, ਤੁਸੀਂ ਆ ਕੇ ਘਰੇ ਤਿਆਰ ਹੋ ਲਿਓ, ਜਾਣੋ ਜਾਂਦੇ ਸਾਰੀ ਵਾਪਸ ਆ ਜਾਂਦਾ, ਕੋਈ ਲੰਚ ਖਾਣ ਦੀ ਲੋੜ ਨਹੀਂ ਹੈਗੀ। ਬਿਲਕੁਲ। ਹਾਂਜੀ, ਦਰਸ਼ਕ ਜੁੜ ਗਏ ਨੇ, ਪਹਿਲਾਂ ਉਹਨਾਂ ਦੀ ਕਾਲ ਲੈ ਲਈਏ। ਹੈਲੋ ਸਰ ਪਲੀਜ਼ ਜੀ। ਸਤਿ ਸ਼੍ਰੀ ਅਕਾਲ ਜੀ। ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ। ਕਿੱਥੋਂ ਬੋਲ ਰਹੇ ਹੋ? ਟੀਵੀ ਦੀ ਆਵਾਜ਼ ਆ ਸਕਦੀ ਹੈ ਜੀ। ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਇੱਕ ਮਿੰਟ ਜੀ। ਕੋਈ ਗੱਲ ਨਹੀਂ, ਤੁਸੀਂ ਕੋਈ ਨਾ, ਤੁਸੀਂ ਗੱਲ ਕਰ ਲਓ, ਕੋਈ ਨਾ, ਤੁਹਾਨੂੰ ਸੁਣਦੇ ਆ ਜੀ, ਫੋਨ ਤੇ ਸਾਡਾ ਗੱਲ ਕਰੋ। ਅੱਛਾ ਜੀ, ਇੱਕ ਮਿੰਟ ਜੀ, ਆ ਸਕਦਾ। ਹਾਂਜੀ ਜੀ, ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਬ੍ਰਹਮਪੁਰ ਤੋਂ ਬੋਲ ਰਹੇ ਹਾਂ ਜੀ। ਜੀ।
ਹਾਂਜੀ, ਅਸੀਂ ਤਾਂ ਜਦ ਜੀ ਇਹ ਕਰੋਨਾ ਸ਼ੁਰੂ ਹੋਇਆ ਅਸੀਂ ਬਾਹਰ ਨਿਕਲਦੇ ਹੀ ਘਰ ਦੇ ਅੰਦਰ ਹੀ ਰਹਿੰਦੇ ਹੈਗੇ ਜੀ। ਤੁਸੀਂ ਬਹੁਤ ਚੰਗੇ ਨਾ ਰਹੋਗੇ। ਮੇਰਾ ਹਸਬੈਂਡ ਜਾਂਦਾ ਨਾ ਮੈਂ ਜਾਂਦੀ, ਅਸੀਂ ਬਾਹਰ ਬਿਲਕੁਲ ਨਿਕਲਦੇ ਨਹੀਂ, ਨਾ ਹੀ ਅਸੀਂ ਦੀਵਾਲੀ ਵਾਲੇ ਦਿਨ ਕੋਈ ਵੀ ਪ੍ਰੋਗਰਾਮ ਨਹੀਂ ਬਣਾਇਆ। ਬਿਲਕੁਲ, ਤੁਸੀਂ ਮਤਲਬ ਵੀ ਮਠਿਆਈ ਲੈਣ ਸ਼ਾਪਸ ਤੇ ਵੀ ਨਹੀਂ ਗਏ? ਨਹੀਂ, ਕਿਤੇ ਵੀ ਨਹੀਂ ਗਈ ਜੀ। ਅਸੀਂ ਮਠਿਆਈ ਇੱਕ ਦੀਵਾ ਵੀ ਨਹੀਂ ਜਿੱਦਾਂ ਕਿ ਘਰ ਦੇ ਲਗਾਇਆ ਸੀ, ਮਾਰੇ ਬਸ ਅਗਾ ਉਹ ਕੀਤਾ ਜੀ। ਬਿਲਕੁਲ, ਕਿੰਨੀ ਸ਼ਗਨ ਵਧੀਆ ਕਰ ਗੱਲ ਲਿਆ, ਹੈ ਚਲੋ ਜੀ। ਦੀਵਾਲੀ ਦਾ ਗੁੱਡ ਹੈ ਜੀ, ਵਧੀਆ। ਤੁਸੀਂ ਸਰਕਾਰ ਦੇ ਜਿਹੜੇ ਨਿਯਮਾਂ ਦਾ ਪਾਲਣ ਕੀਤਾ। ਸ਼ੁਕਰੀਆ ਜੀ ਕਾਲ ਕਰਨ ਲਈ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਦੇਖੋ ਤਰਨ, ਸਰਕਾਰ ਦੀ ਗੱਲ ਇਹ ਆ, ਸਰਕਾਰ ਹੁਣ ਤਾਂ ਕਹੀ ਜਾ ਰਹੀ ਆ ਵੀ ਤੁਸੀਂ ਮੰਨ ਜਾਓ, ਫਿਰ ਸਰਕਾਰ ਮਨਾਉਣ ਲੱਗੂਗੀ, ਫਿਰ ਕਹੋਗੇ ਸਾਨੂੰ ਹੁਣ ਬੰਦ ਕਰ ਦਿੱਤਾ ਅੰਦਰ, ਔਰ ਇਹ ਹਾਲਤ ਉਧਰ ਨੂੰ ਜਾ ਰਹੇ ਆ। ਆਮ ਨਾਟ ਜੋਕਿੰਗ, ਇਹ ਹਾਲਤ ਸਾਡਾ ਸਟੈਪ ਬਾਈ ਸਟੈਪ ਅਸੀਂ ਉਧਰ ਨੂੰ ਵੱਧ ਰਹੇ ਹਾਂ, ਔਰ ਸਰਕਾਰ ਸਖਤੀ ਜ਼ਰੂਰ ਕਰੇਗੀ ਕਿ ਉਹ ਹਾਲਾਤ ਇੱਥੇ ਤੱਕ। ਸਰਕਾਰ, ਤੁਹਾਨੂੰ ਪਹਿਲੀ ਗੱਲ ਤਾਂ ਇਹ ਹੈ, ਸਰਕਾਰ ਕਿੰਨੀ ਕੁ ਦੇਰ ਤੱਕ ਪੈਸੇ ਦੇ ਸਕਦੀ ਹੈ, ਸਰਕਾਰ ਕਿੰਨੀ ਕੁ ਦੇਰ ਤੱਕ ਤੁਹਾਨੂੰ ਕੋਈ ਚੀਜ਼ਾਂ ਮਾਫ ਕਰ ਸਕਦੀ ਹੈ, ਕਿੰਨੀ ਕੁ ਦੇਰ ਤੱਕ। ਅਖੀਰ ਇਹ ਲਾਈਨ ਬੜੀ ਨੇੜੇ ਆ ਰਹੀ ਹੈ। ਉਸ ਤੋਂ ਪਹਿਲਾਂ ਇਹਨਾਂ ਨੇ ਬੰਦ ਕਰਨਾ ਸਾਰਾ ਕੁਝ। ਜੇ ਅਸੀਂ ਪਹਿਲਾਂ ਹੀ ਬੰਦੇ ਬਣ ਜਾਈਏ ਤਾਂ ਚੰਗੀ ਗੱਲ ਆ, ਨਹੀਂ ਕੁਛ ਨਾ ਕੁਛ ਹੋਵੇਗਾ। ਜਿਵੇਂ ਸਰਕਾਰ ਨੇ ਗੱਲ ਕੀਤੀ ਸੀ, ਸਭ ਨੂੰ ਪਤਾ ਹੈ ਕਿ ਏਸ਼ੀਅਨ ਕਮਿਊਨਿਟੀ ਦਾ ਬਹੁਤ ਵੱਡਾ ਫੈਸਟੀਵਲ ਆ ਦੀਵਾਲੀ, ਤੇ ਉਹਨਾਂ ਨੇ ਬਾਰ-ਬਾਰ ਚਾਹੇ ਪ੍ਰਧਾਨ ਮੰਤਰੀ ਸਾਹਿਬ ਤੋਂ ਲੈ ਕੇ ਪ੍ਰੀਮੀਅਰ ਤੱਕ, ਇੱਥੋਂ ਤੱਕ ਕਿ ਬ੍ਰੈਂਪਟਨ ਦੇ ਮੇਅਰ ਦੀ ਵੀ ਗੱਲ ਕੀਤੀ ਜਾਵੇ, ਸਭ ਪਾਸੇ ਆਪਦੇ ਲੈਵਲ ਦੇ ਉੱਤੇ ਹਰ ਗਵਰਨਮੈਂਟ ਦੇ ਜਿਹੜੇ ਅਲੱਗ-ਅਲੱਗ ਨੁਮਾਇੰਦੇ ਨੇ, ਉਹਨਾਂ ਨੇ ਕਿਹਾ ਸੀ ਕਿ ਅਸੀਂ ਜਾਣਦੇ ਹਾਂ ਕਿ ਏਸ਼ੀਅਨ ਕਮਿਊਨਿਟੀ ਦਾ ਬਹੁਤ ਵੱਡਾ ਫੈਸਟੀਵਲ ਆ। ਜੇ ਉਹਨਾਂ ਨੇ ਸਾਨੂੰ ਇੰਨਾ ਕੁ ਰਿਗਾਰਡ ਕੀਤਾ ਹੈ ਕਿ ਧਾਰਮਿਕ ਸਥਾਨ ਨਹੀਂ ਬੰਦ ਕੀਤੇ ਜਾਂ ਪ੍ਰੋਪਰ ਲੋਕਡਾਊਨ ਨਹੀਂ ਕੀਤਾ ਕਿ ਅਸੀਂ ਥੋੜੀ ਬਹੁਤ ਆਪਣੀ ਆਜ਼ਾਦੀ ਮਾਣ ਸਕੀਏ, ਤਾਂ ਸਾਡਾ ਵੀ ਫਰਜ਼ ਬਣਦਾ ਸੀ ਕਿ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਨੇ ਉਹਨਾਂ ਦਾ ਪਾਲਣ ਕਰਦੇ, ਪਰ ਅਸੀਂ ਉਹ ਨਹੀਂ ਕੀਤਾ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਜੀ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ 5 ਸਿੰਘਾਂ ਦੇ ਕਹਿਣ ਤੇ ਛੱਡ ਦਿੱਤਾ ਸੀਗਾ ਕਿ ਉਹਨਾਂ ਦੀ ਲੋੜ ਆ। ਹਾਂਜੀ। ਤੇ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਨੂੰ ਬਚਾਉਣ ਦੇ ਖਾਤਰ ਸਾਡੇ ਗੁਰੂਆਂ ਨੇ ਬਹੁਤ ਕੁਝ ਕੀਤਾ ਨਾ। ਗੁਰੂ ਨਾਨਕ ਦੇਵ ਜੀ ਦੀ ਵੀ ਇਹੀ ਆ ਕਿ ਭਾਈ ਇਨਸਾਨੀਅਤ ਨੂੰ ਜਿੰਦਾ ਰੱਖਣ ਵਾਸਤੇ ਆਪਣੀ ਇਨਸਾਨੀਅਤ ਦਿਖਾਓ ਜੀ, ਹਨਾ। ਬਿਲਕੁਲ, ਇਦਾਂ ਕਿਸੇ ਨੂੰ ਖਤਰੇ ਚ ਪਾ ਕੇ ਆਪਣੇ ਆਪ ਨੂੰ ਨਾ ਕਰ। ਬਿਲਕੁਲ ਸਹੀ ਗੱਲ ਹੈ ਜੀ। ਬਿਲਕੁਲ, ਥੈਂਕ ਯੂ ਜੀ। ਸਰ, ਤੁਹਾਡੀ ਦੀਵਾਲੀ ਕਿੱਦਾਂ ਦੀ ਰਹੀ? ਬਹੁਤ ਵਧੀਆ ਜੀ, ਵਾਹਿਗੁਰੂ ਦੀ ਕਿਰਪਾ ਜੀ। ਘਰੇ ਬੈਠੇ ਅਰਦਾਸ ਕੀਤੀ, ਮਹਾਰਾਜ ਨੇ ਭਾਗ ਲਾਇਆ ਜੀ ਸਾਰੇ। ਜੀ ਬਿਲਕੁਲ ਜੀ, ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਕਾਲ ਕਰਦੇ ਹੋ ਹਮੇਸ਼ਾ। ਸ਼ੁਕਰੀਆ। ਇੱਕ ਗੱਲ ਮੈਂ ਜ਼ਰੂਰ ਐਡ ਕਰਾਂਗਾ, ਜੇ ਆਪਾਂ ਓਵਰਆਲ ਦੇਖੀਏ, ਓਵਰਆਲ ਬਹੁਤੇ ਲੋਕਾਂ ਨੇ ਫੋਲੋ ਕੀਤਾ, ਜਿਹੜੇ ਥੋੜੇ ਆ ਜਿਨ੍ਹਾਂ ਨੇ ਇਹ ਕੁਝ ਕੀਤਾ। ਜੇ ਕਿਤੇ ਸਾਰੇ ਨਾ ਫੋਲੋ ਕਰਦੇ ਤਾਂ ਗੁਰੂ ਘਰਾਂ 'ਚ ਜਿਹੜੀਆਂ ਲਾਈਨਾਂ ਨੇ ਉਹ ਪਤਾ ਨਹੀਂ ਕਿੰਨੀਆਂ ਲੰਬੀਆਂ ਹੋਣੀਆਂ ਸੀਗੀਆਂ। ਅੱਗੇ ਪਿੱਛੇ ਜਾ ਕੇ ਵੀ ਨਮਸਕਾਰ ਕੀਤੀ ਜਾ ਸਕਦੀ ਹੈ, ਘਰੇ ਪਾਠ ਕੀਤਾ ਜਾ ਸਕਦਾ ਹੈ, ਪਰਿਵਾਰ ਨਾਲ ਬੈਠੋ, ਪਾਠ ਸੁਣੋ, ਕਰੋ, ਚਾਹੇ ਥੋੜਾ ਕਰ ਲਓ। ਤੁਸੀਂ ਕਿਉਂ ਨਾ ਬਾਕੀ ਪਰਿਵਾਰ ਨੂੰ, ਅੱਜ ਨਹੀਂ ਸਮਝ ਲੱਗੀ ਕੱਲ ਨੂੰ ਲੱਗੂਗੀ, ਅਖੀਰ ਸਮਝ ਲੱਗੇਗੀ। ਰੱਸੀ ਜਿੱਥੇ ਘਸੀ ਜਾਂਦੀ ਅਖੀਰ ਉਹ ਥਾਮ ਬਣ ਜਾਂਦੇ, ਕੁਛ ਨਾ ਕੁਛ ਹੋਏਗਾ ਜ਼ਰੂਰ, ਤੁਹਾਨੂੰ ਉਸ ਦਾ ਅਸਰ ਹੋਏਗਾ ਜ਼ਰੂਰ। ਘਰ ਬਹਿ ਕੇ ਕਿਉਂ ਨਹੀਂ ਕੀਤਾ ਜਾ ਸਕਦਾ? ਬਿਲਕੁਲ ਜੀ। ਤੇ ਸਰ, ਹੁਣ ਦੀਵਾਲੀ ਦੇ ਮੌਕੇ ਤੋਂ ਥੋੜਾ ਜਿਹਾ ਅੱਗੇ ਵਧੀਏ, ਅਗਲੀ ਖਬਰ ਵੱਲ ਡਿਸਕਸ ਕਰਦੇ ਹਾਂ ਜੀ। ਖਬਰ ਹੈ ਅਗਲੀ ਬ੍ਰੈਂਪਟਨ ਦੀ ਖਬਰ ਹੈ। ਸਟੂਡੈਂਟ ਵੀਜ਼ਾ ਤੇ ਆਈ ਇੱਕ ਲੜਕੀ ਨੇ ਆਪਣੇ ਪਤੀ ਨੂੰ ਜੇਲ੍ਹ ਭੇਜ ਦਿੱਤਾ। ਕਾਰਨ ਇਹ ਸੀ ਕਿ 2019 ਚ ਦੋਵਾਂ ਦਾ ਵਿਆਹ ਹੋਇਆ ਸੀ। ਵਿਆਹ ਵੇਲੇ ਇਹ ਤੈਅ ਹੋਇਆ ਸੀ ਕਿ ਲੜਕੀ ਸਟੂਡੈਂਟ ਵੀਜ਼ਾ ਦੇ ਉੱਤੇ, ਸਟੱਡੀ ਵੀਜ਼ਾ ਦੇ ਉੱਤੇ ਕੈਨੇਡਾ ਆਈ ਹੋਈ ਹੈ, ਜਿਸ ਤੋਂ ਬਾਅਦ ਉਹ ਲੜਕੇ ਨੂੰ ਵੀ ਬਾਹਰ ਬੁਲਾਏਗੀ, ਪਰ ਵਿਆਹ ਦੇ ਉੱਤੇ ਜਿਹੜਾ ਸਾਰਾ ਖਰਚਾ ਉਹ ਲੜਕਾ ਪਰਿਵਾਰ ਕਰੇਗਾ। ਲੜਕੇ ਪਰਿਵਾਰ ਨੇ ਵੀ ਇਸ ਚੱਕਰ ਦੇ ਵਿੱਚ ਪੂਰਾ ਵੱਧ ਚੜ ਕੇ ਵਿਆਹ ਕੀਤਾ। 24 ਲੱਖ ਤੋਂ ਵੱਧ ਜਿਹੜਾ ਵਿਆਹ ਦੇ ਉੱਤੇ ਪੈਸੇ ਖਰਚੇ ਆ। ਇਹਦੇ ਬਾਰੇ ਗੱਲ ਕਰਾਂਗੇ। ਪਹਿਲਾਂ ਇੱਕ ਦਰਸ਼ਕ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਲੀਜ਼, ਮੈਂ ਯੂਐਸ ਤੋਂ ਬੋਲ ਰਿਹਾ ਜੀ। ਮੈਂ ਦੀਵਾਲੀ ਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਜੀ। ਜ਼ਰੂਰ ਜੀ, ਹਾਂਜੀ ਦੱਸੋ। ਹਾਂਜੀ ਜੀ ਸਰ, ਦੱਸੋ ਕੀ ਕਹਿਣਾ ਚਾਹੁੰਦੇ ਹੋ? ਮੈਂ ਯੂਐਸ ਤੋਂ ਬੋਲ ਰਿਹਾ ਵੀ ਸਾਡੇ ਗੁਰਦੁਆਰਾ ਸਾਹਿਬ ਬੰਦ ਸੀਗਾ ਜੀ। ਹਾਂਜੀ। ਤੇ ਘਰ ਹੀ ਅਸੀਂ ਬੰਦੀ ਛੋੜ ਦਿਵਸ ਮਨਾਇਆ ਜੀ। ਕੀ ਬਾਤ ਹੈ। ਘਰ ਗੁਰਦੁਆਰਾ ਤੇ ਕਿਸਾਨ ਸੜਕਾਂ ਤੇ ਰੁਲ ਰਹੇ ਹਨ ਤੇ ਤੋਂ ਕਾਹਦੀ ਖੁਸ਼ੀ ਹੈਗੀ। ਇੱਕ ਹੋਰ ਬੇਨਤੀ ਹੈ ਕਿ ਦਰਬਾਰ ਸਾਹਿਬ ਵਿੱਚ ਵੀ ਆਤਿਸ਼ਬਾਜ਼ੀ ਬੰਦ ਕਰਨੀ ਚਾਹੀਦੀ ਹੈ। ਪਟਾਕੇ ਚਲਾਉਣੇ ਕੋਈ ਖੁਸ਼ੀ ਦਾ ਪ੍ਰਤੀਕ ਨਹੀਂ ਹਨ। ਸਹੀ। ਕਿੱਥੋਂ ਯੂਐਸ ਤੋਂ ਕਿੱਥੋਂ ਬੋਲ ਰਹੇ ਹੋ ਜੀ? ਯੂਐਸ ਤੋਂ ਕੰਟਕੀ ਸਟੇਟ ਤੋਂ। ਕੰਟਕੀ ਤੋਂ, ਅੱਛਾ ਜੀ। ਥੈਂਕ ਯੂ ਜੀ, ਥੈਂਕਸ ਫॉर ਕਾਲਿੰਗ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ, ਥੈਂਕ ਯੂ ਸੋ ਮਚ। ਤੇ ਸਰ, ਇੱਕ ਦਰਸ਼ਕ ਹੋਰ ਜੁੜ ਗਏ ਨੇ, ਇਸ ਤੋਂ ਬਾਅਦ ਆਪਾਂ ਆਪਣੀ ਅਗਲੀ ਖਬਰ ਡਿਸਕਸ ਕਰਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਬੈਂਪਟਨ ਤੋਂ ਬੋਲ ਰਹੀ ਹਾਂ ਜੀ। ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਸਾਰਾ ਕੁਝ ਤੁਹਾਡੀ ਦੀਵਾਲੀ ਕਿੱਦਾਂ ਰਹੀ? ਬਿਲਕੁਲ ਜੀ, ਸਾਰਿਆਂ ਵਾਂਗੂ ਅਸੀਂ ਵੀ ਘਰੇ ਦੀਵਾਲੀ ਮਨਾਈ, ਘਰੇ ਹੀ ਅਸੀਂ ਦੀਵੇ ਜਲਾਏ
ਤੇ ਗੁਰਦੁਆਰਾ ਸਾਹਿਬ ਨਤਮਸਤਕ ਨਹੀਂ ਹੋ ਪਾਏ, ਇਹਦਾ ਥੋੜਾ ਜਿਹਾ ਮਲਾਲ ਜ਼ਰੂਰ ਲਊਗਾ, ਪਰ ਕੋਈ ਨਹੀਂ, ਅੱਗੇ ਪਿੱਛੇ ਸਹੀ। ਦੇਖੋ ਬਹੁਤ ਬਹੁਤ ਵਧੀਆ ਜੀ, ਚੰਗੀ ਗੱਲ ਹੈ ਜੀ, ਬਣਾਈ ਤੁਸੀਂ ਘਰੇ। ਦੇਖੋ ਜਦੋਂ ਤੁਸੀਂ ਹੋ ਰਹੇ ਨੇ, ਲੋਕਡਾਊਨ ਕਿਉਂ ਨਹੀਂ ਹੋ ਰਿਹਾ? ਲੋਕਡਾਊਨ ਹੋਣਾ ਚਾਹੀਦਾ ਕਿਉਂਕਿ 15 ਤੋਂ ਉੱਪਰ ਕੇਸ ਜਾ ਰਹੇ ਨੇ। ਲਾਈਕ ਲੋਕਡਾਊਨ ਨੇੜੇ ਆਇਆ ਪਿਆ ਜੀ, ਲੋਕਡਾਊਨ ਦੀ ਹਾਲਾਤ ਬਣ ਰਹੇ ਨੇ, ਔਰ ਮੈਨੂੰ ਲੱਗਦਾ ਸਰਕਾਰ ਸਿਰਫ ਸਰਟਨ ਇੱਕ ਹੁੰਦਾ ਨਾ ਇੱਕ ਟਿਪਿੰਗ ਪੁਆਇੰਟ ਤੇ ਉਸ ਤੇ ਪਹੁੰਚੀ ਹੋਈ ਹੈ। ਮੇਰੇ ਖਿਆਲ ਨਾਲ ਲੋਕਡਾਊਨ ਬੜੀ ਛੇਤੀ ਆਏਗਾ ਜੇ ਇਹ ਹਾਲਤ ਰਿਹਾ ਤਾਂ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ। ਤੇ ਸਰ ਆਪਾਂ ਅਗਲੀ ਖਬਰ ਵੱਲ ਡਿਸਕਸ ਕਰੀਏ। ਖਬਰ ਇਹ ਹੈ ਜੀ, ਬ੍ਰੈਂਪਟਨ ਦੇ ਵਿੱਚ ਸਟੱਡੀ ਵੀਜ਼ਾ ਤੇ ਆਈ ਲੜਕੀ ਦਾ 2019 ਵਿੱਚ ਵਿਆਹ ਹੋਇਆ ਸੀ। 3 ਮਹੀਨੇ ਬਾਅਦ ਹਸਬੈਂਡ ਵੀ ਜਿਹੜਾ ਹੈ ਇੱਥੇ ਬ੍ਰੈਂਪਟਨ ਦੇ ਵਿੱਚ ਉਹਦੇ ਨਾਲ ਆ ਗਿਆ। ਬਾਅਦ ਵਿੱਚ ਕੁਝ ਟੋਕਾ ਟੋਕਾਈ ਹੋਈ, ਗੱਲਬਾਤ ਅਜਿਹੀ ਵਧੀ ਕਿ ਲੜਕੀ ਨੇ ਲੜਕੇ ਨੂੰ ਜੇਲ੍ਹ ਪਹੁੰਚਾ ਦਿੱਤਾ ਤੇ ਹੁਣ ਲੜਕੇ ਦੀ ਮਾਂ ਨੇ ਆਪਦੀ ਨੂੰਹ ਦੇ ਉੱਤੇ ਜਿਹੜਾ ਕੇਸ ਕੀਤਾ ਹੋਇਆ, ਉਹਨਾਂ ਦੇ ਨਾਲ ਧੋਖਾਧੜੀ ਦਾ ਕੇਸ। ਸਰ ਕੀ ਕਹਿਣਾ ਚਾਹੋਗੇ? ਦਰਨ ਉਹ ਇੰਡੀਆ 'ਚ ਕੀਤਾ ਹੈ, ਉਹਦੇ 'ਚ ਜਿਹੜੀ ਲੜਕੀ ਦੇ ਪੇਰੈਂਟਸ ਤੇ ਹੁਣ ਪ੍ਰੋਬਲਮ ਆਈ ਹੋਈ ਹੈ ਉੱਥੇ। ਜਦੋਂ ਇਹ ਸੌਦਾ ਹੈ, ਇਹ ਰਿਸ਼ਤਾ ਨਹੀਂ ਹੈ। ਜਦੋਂ ਸੌਦਾ ਹੈ ਤਾਂ ਸੌਦਾ ਟੁੱਟ ਵੀ ਸਕਦਾ ਹੈ, ਤੁਸੀਂ ਸੌਦੇ 'ਚ ਕੋਈ ਨਾ ਕੋਈ ਵਿਗਾੜ ਵੀ ਪੈ ਸਕਦਾ। ਜਿੱਥੇ ਇਮੋਸ਼ਨਸ ਹੈ ਨਹੀਂ ਗਈਆਂ ਉੱਥੇ ਇਹੋ ਜਿਹਾ ਕੁਝ ਹੋਵੇਗਾ ਹੀ। ਜਿੱਥੇ ਪੈਸਾ ਇਨਵੋਲਵਡ ਹੈ, ਕੱਲੀ ਇਮੀਗ੍ਰੇਸ਼ਨ ਇਨਵੋਲਵਡ ਹੈ, ਹੋ ਸਕਦਾ ਇਹ ਕੇਸ ਸਹੀ ਹੋਈ ਹੋਵੇ, ਉਹਨਾਂ ਨੇ ਬਾਅਦ 'ਚ ਇਕੱਠੇ ਹੋਏ ਰਹਿਣਾ ਹੋਵੇ, ਇਸੇ ਕਰਕੇ ਵਿਆਹ ਕੀਤਾ, ਪਰ ਉਹਨਾਂ ਦੀ ਨੀਅਤ ਸਹੀ ਹੋਵੇ, ਪਰ ਨੀਅਤ ਸੌਦੇ ਨਾਲ ਹੋਈ ਹੋਈ ਹੈ। ਉਹ ਜਦੋਂ ਜਿਹੜਾ ਸੌਦੇ ਦੇ ਬੇਸ ਤੇ ਆਉਂਦੀਆਂ ਨੇ, ਉਹ ਫਿਰ ਜਿੱਥੇ ਮਾੜੀ ਮੋਟੀ ਤਿਰਕ ਫੜਕ ਹੋ ਗਈ, ਸੌਦਾ ਖਤਮ। ਬਿਲਕੁਲ, ਦੈਟਸ ਵਾਟ ਹੈਪਨ। ਔਰ ਇੱਕ ਕੇਸ ਨਹੀਂ ਹੈ, ਇਹ ਕੇਸ ਬਹੁਤ ਹੋਣਗੇ, ਆਪਣੇ ਦਰਸ਼ਕਾਂ ਨੂੰ ਪਤਾ। ਆਮ ਇਹ ਕੇਸ ਹੈਗਾ ਜੀ, ਆ ਰਹੇ ਨੇ। ਦੇਖੋ ਚੰਗੀ ਤਰ੍ਹਾਂ ਆ ਰਿਹਾ, ਕੋਈ ਮਾੜਾ ਨਹੀਂ ਹੈ। ਤੁਸੀਂ ਇੱਥੇ ਆ ਕੇ ਸੈਟਲ ਹੋਣਾ ਚਾਹੁੰਦੇ ਹੋ, ਤੁਸੀਂ ਰਿਸ਼ਤੇ ਦੇ ਤੌਰ ਤੇ ਆ ਰਹੇ ਹੋ, ਪਿੱਛੇ ਤੁਸੀਂ ਜਿਹੜਾ ਲੈਣਾ ਦੇਣਾ ਕੀਤਾ ਦੈਟਸ ਬਿਟਵੀਨ ਯੂ ਵਟ ਐਵਰ, ਪਰ ਅਖੀਰ ਅੱਗੇ ਵੀ ਹੁੰਦੇ ਹੀ ਸੀਗੇ। ਜਿਹੜਾ ਹੁੰਦਾ ਡੌਰੀ ਦਿੱਤੀ ਹੋਈ ਜਾਂਦੀ ਸੀਗੀ, ਇੰਨਾ ਕੁਝ ਕੀਤਾ ਹੀ ਜਾਂਦਾ ਸੀਗਾ। ਉਹ ਕਹਿੰਦੇ ਨਹੀਂ ਹੁੰਦੇ ਉਲਟੇ ਹੋਰ ਜ਼ਮਾਨੇ ਆਏ। ਇਹ ਹੁਣ ਥੋੜਾ ਪਹਿਲਾਂ ਹੁੰਦਾ ਸੀ, ਮੁੰਡੇ ਵਾਲੇ ਦਹੇਜ ਲੈਂਦੇ ਸੀ, ਹੁਣ ਅੱਜ ਦੇ ਸਮੇਂ ਵਿੱਚ ਵਿਦੇਸ਼ੀ ਨੂੰਹਾਂ ਤੋਂ ਹੁਣ ਦਹੇਜ ਉਹ ਲੈਂਦੀਆਂ ਨੇ। ਸੋ ਬਾਹਰ ਭੇਜਣ ਦੇ ਚੱਕਰ ਦੇ ਵਿੱਚ ਇਹ ਸਾਰਾ ਸਿਸਟਮ ਹੋ ਰਿਹਾ ਵਾ। ਆਪਾਂ ਮੈਟਰੀਮੋਨੀਅਲ ਸੀ ਵੀ ਅੱਗੇ ਵੀ ਗੱਲ ਕੀਤੀ ਆ, ਉਹ ਹੁੰਦੇ ਆ। ਸਭ ਤੋਂ ਵੱਡੀ ਗੱਲ ਆ ਪੇਰੈਂਟਸ ਦੀ। ਜਦੋਂ ਪੇਰੈਂਟਸ ਵੀ ਆਪਦੀਆਂ ਕੁੜੀਆਂ ਜਾਂ ਆਪਣੇ ਮੁੰਡਿਆਂ ਨੂੰ ਏਦਾਂ ਹੱਲਾਸ਼ੇਰੀ ਦੇਣ ਲੱਗ ਜਾਂਦੇ ਆ ਜਾਂ ਪਿੱਛੇ ਸਪੋਰਟ ਕਰਦੇ ਆ, ਉਸ ਵਕਤ ਫਿਰ ਘਰ ਟੁੱਟਣਾ ਇਹ ਲਾਜ਼ਮੀ ਹੁੰਦਾ ਆ। ਇਹ ਵਾਲੇ ਕੇਸ ਦੇ ਵਿੱਚ ਦੇਖ ਲਈਏ ਤਾਂ ਲੜਕੇ ਨੇ ਦੋਸ਼ ਲਗਾਇਆ ਸੀ 3 ਮਹੀਨੇ ਬਾਅਦ ਜਦੋਂ ਆਇਆ, ਤਾਂ ਉਹਨੇ ਆਪਣੀ ਵਾਈਫ ਦੇ ਉੱਤੇ ਦੋਸ਼ ਲਗਾਇਆ ਕਿ ਉਹਦੇ ਮਕਾਨ ਮਾਲਿਕ ਨਾਲ ਰਿਲੇਸ਼ਨਸ ਨੇ। ਜਿਸ ਤੋਂ ਬਾਅਦ ਕੁੜੀ ਨੇ ਉਹਦੇ ਉੱਤੇ ਕੇਸ ਕਰ ਦਿੱਤਾ ਕਿ ਉਹ ਉਸ ਨੂੰ ਕੁੱਟਦਾ ਮਾਰਦਾ ਆ, ਉਹਦੇ ਹਸਬੈਂਡ ਉਹਨੂੰ ਕੁੱਟਦਾ ਮਾਰਦਾ ਆ ਤੇ ਉਹਨੂੰ ਘਰ ਵਿੱਚ ਬੰਦ ਰੱਖਦਾ ਆ ਤੇ ਉਹਨੂੰ ਜੇਲ੍ਹ ਪਹੁੰਚਾ ਦਿੱਤਾ ਗਿਆ। ਇਸ ਮਾਮਲੇ 'ਚ ਕਿੰਨੀ ਕੁ ਸੱਚਾਈ ਆ, ਕਿੰਨੀ ਕੁ ਨਹੀਂ, ਇਹ ਤਾਂ ਹੁਣ ਪੁਲਿਸ ਜਾਂਚ ਕਰ ਰਹੀ ਹੈ, ਜਿਸ ਤੋਂ ਬਾਅਦ ਪਤਾ ਲੱਗੂਗਾ। ਪਰ ਹੁਣ ਪੰਜਾਬ ਪੁਲਿਸ ਨੇ ਜਿਹੜੀ 6 ਮਹੀਨੇ ਦੀ ਜਾਂਚ ਕੀਤੀ ਆ, ਉਸ ਤੋਂ ਬਾਅਦ ਕੁੜੀ ਤੇ ਉਹਦੇ ਪਿਓ ਦੇ ਉੱਤੇ ਇਸ ਵਕਤ ਧੋਖਾਧੜੀ ਦਾ ਮਾਮਲਾ ਦਰਜ ਹੋ ਗਿਆ। ਸਰ 25 ਲੱਖ ਪਹਿਲਾਂ ਤਾਂ ਵਿਆਹ ਤੇ ਲਗਾਇਆ, ਉਸ ਤੋਂ ਬਾਅਦ ਜ਼ਮਾਨਤ ਕਰਵਾਈ ਆ ਤੇ ਹੁਣ ਇਹਨਾਂ ਚੱਕਰਾਂ ਦੇ ਵਿੱਚ ਪੈ ਗਏ ਨੇ। ਬਿਲਕੁਲ ਹੈ ਤਰਨ, ਇਹ ਇੱਕ ਪਹਿਲਾ ਕੇਸ ਨਹੀਂ ਹੈ, ਇਹ ਅਖੀਰਲਾ ਵੀ ਨਹੀਂ ਹੋਵੇਗਾ। ਅੱਗੇ ਵੀ ਬਹੁਤ ਕੁਛ ਇਹੋ ਜਿਹਾ ਹੁੰਦਾ ਰਿਹਾ, ਪਰ ਪਹਿਲਾਂ ਜਿਹੜਾ ਕੁਛ ਹੁੰਦਾ ਸੀਗਾ ਉਹ ਚ ਐਟਲੀਸਟ ਇਹ ਹੁੰਦਾ ਸੀਗਾ ਵੀ ਅਲਟੀਮੇਟਲੀ ਦੇ ਗੋਇੰ ਟੂ ਲਿਵ ਟੁਗੇਦਰ, ਇਹੋ ਜਿਹਾ ਕੁਛ ਹੁੰਦਾ। ਅੱਛਾ ਹੁਣ ਪੇਰੈਂਟਸ ਦੀ, ਮੈਂ ਨਹੀਂ ਕਹਿੰਦਾ ਗਲਤ ਹੈ ਸੋਚਣੀ ਹੈ, ਹੁਣ ਪੇਰੈਂਟਸ ਦੀ ਸੋਚਣੀ ਵੀ ਬਦਲ ਗਈ ਹੈ ਕਿ ਲੜਕੀ ਜਾਂਦੀ ਹੈ, ਠੀਕ ਹੈ, ਕੋਈ ਗੱਲ ਨਹੀਂ, ਤੂੰ ਉੱਥੇ ਪੱਕੀ ਹੋ, ਜਿਵੇਂ ਪੱਕੀ ਹੁੰਦਾ ਹੋ। ਇਹ ਕੇਸ ਮੈਂ ਤਾਂ ਦੱਸ ਰਿਹਾ, ਇੰਗਲੈਂਡ ਦੀਆਂ ਗੱਲਾਂ ਦੱਸ ਰਿਹਾ ਜੀ। ਉੱਥੇ ਕਈਆਂ ਲੜਕੀਆਂ ਦੀ ਐਸੀ ਹਾਲਤ ਹੈ, ਕੁੜੀਆਂ ਕਹਿੰਦੀਆਂ ਅਸੀਂ ਵਾਪਸ ਆਉਣਾ, ਘਰਦੇ ਕਹਿੰਦੇ ਆਈ ਨਾ ਵਾਪਸ, ਲੜਕੀਆਂ ਉੱਥੇ ਹੀ ਰਹਿ ਰਹੀਆਂ ਨੇ, ਉੱਥੇ ਵਿਚਾਰੀਆਂ ਧੱਕੇ ਖਾ ਰਹੀਆਂ ਨੇ, ਉੱਥੇ ਪਤਾ ਨਹੀਂ ਕਿਹੜੇ ਹਿਸਾਬ ਸੈਟਲ ਹੋਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਘਰਦੇ ਕਹਿੰਦੇ ਤੂੰ ਆਈ ਨਾ। ਕਿਉਂ? ਸਾਡਾ ਵੀ ਜੁਗਾੜ ਬਣੂਗਾ ਜਾਣ ਦਾ, ਅਸੀਂ ਵੀ ਆਉਣਾ ਉੱਥੇ, ਇਕੱਲਾ ਉੱਥੇ ਨਹੀਂ, ਇੱਥੇ ਵੀ ਆਸਟ੍ਰੇਲੀਆ 'ਚ ਇਹੋ ਜਿਹਾ ਕੁਛ ਬਹੁਤ ਕੁਛ ਹੋ ਰਿਹਾ। ਅਸੀਂ ਇਸ ਜਿਹੜੀ ਹਿਊਮੈਨਿਟੀ ਹੈ, ਅਸੀਂ ਜਿਹੜਾ ਪਿਆਰ ਹੈ, ਜਿਹੜਾ ਸਾਡਾ ਉਹ ਪਵਿੱਤਰ ਰਿਸ਼ਤਾ ਸੀਗਾ, ਅਸੀਂ ਉਹ ਭੁਲਾ ਦਿੱਤਾ ਹੈ। ਅਸੀਂ ਬਹੁਤ ਟੋਟਲੀ ਮਟੀਰੀਅਲਿਸਟਿਕ ਹੋ ਗਏ ਹਾਂ। ਅਸੀਂ ਇਹ ਗੱਲਾਂ ਹੁਣ ਤੋਂ 30-40 ਸਾਲ ਪਹਿਲਾਂ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ। ਭੈਣ ਭਰਾ ਵਿਆਹ ਕੇ ਆਉਂਦੇ ਰਹੇ ਨੇ, ਨੋ ਸਹੁਰਾ ਵਿਆਹ ਕੇ ਆਏ ਹੋਏ ਨੇ, ਆਮ ਇਹਨਾਂ ਰਿਸ਼ਤਿਆਂ ਦੇ ਵਿੱਚ ਅਸੀਂ ਆਏ। ਅਸੀਂ ਇਸ ਕਰਕੇ ਕਰਦੇ ਵੀ ਚੱਲ ਆ ਜਾਊਗਾ, ਕੋਈ ਆ ਜਾਊਗਾ। ਅਸੀਂ ਉਦੋਂ ਅੱਗੇ ਫਿਰ ਇਹ ਹੋ ਗਏ ਚੱਲ ਵਿਆਹ ਵੀ ਕਰ ਦਿਓ, ਰਹੀ ਵੀ ਜਾਓਗੇ, ਅੱਡ ਵੀ ਹੋ ਜਾਓਗੇ, ਕੋਈ ਫਰਕ ਨਹੀਂ ਹੈ। ਸਾਡੀ ਸੋਚਣੀ ਦਾ ਇੰਨਾ ਜ਼ਿਆਦਾ ਫਰਕ ਪੈ ਗਿਆ ਹੈ। ਅੱਗੇ ਸਮਝਦੇ ਸੀ ਅਸੀਂ ਇਹ ਜਿਹੀ ਕੋਈ ਗੱਲ ਹੁੰਦੀ ਹੈ, ਅਸੀਂ ਲੜਕੀ ਨੂੰ ਸਾਡੀ ਸ਼ਰਮ ਨਾਲ ਮੰਨਣ ਵਾਲੀ ਗੱਲ ਹੋ ਜਾਂਦੀ ਸੀ, ਇੱਜ਼ਤ ਤੇ ਗੱਲ ਆਉਂਦੀ ਸੀ ਉਸ ਟਾਈਮ ਦੇ ਵਿੱਚ। ਅਸੀਂ ਵੀ ਨਾਓ the definition of that izzat has changed, so that's why these things are happening. ਸਰ ਇਹ ਸ਼ਾਇਦ ਹੁਣ ਇੱਕ ਲਾਲਚ, ਪਹਿਲਾਂ ਹੁੰਦਾ ਸੀ ਬੰਦਾ ਗਰੀਬੀ ਦੇ ਵੱਸ ਆਉਂਦਾ ਸੀ ਵੀ ਚੱਲ ਬਾਹਰ ਜਾਵਾਂਗੇ ਸ਼ਾਇਦ ਕੋਈ ਫਿਊਚਰ ਬਣ ਜਾਊਗਾ,
ਹੁਣ ਇੱਕ ਟ੍ਰੈਂਡ ਬਣ ਚੁੱਕਿਆ, ਚੰਗੇ ਭਲੇ ਘਰਾਂ ਦੇ ਵੀ ਲੋਕ ਜਿਹੜੇ ਨੇ ਉਹ ਬਾਹਰਲਾ ਰੁੱਖ ਕਰਦੇ ਪਏ ਨੇ ਕਿ ਬਾਹਰ ਜਾ ਕੇ ਪਤਾ ਨਹੀਂ ਇਹ ਜੀ ਕਿਹੜੀ ਚੀਜ਼ ਹੈਗੀ ਆ ਕਿ ਅਸੀਂ ਵੀ ਉਹ ਚੀਜ਼ ਦੇਖਦੇ ਹਾਂ। ਇਸ ਚੱਕਰ ਦੇ ਵਿੱਚ ਹੁਣ ਜਿਹੜੇ 25-25 ਲੱਖ ਰੁਪਇਆ ਵਿਆਹਾਂ ਦੇ ਉੱਤੇ ਲਗਾ ਕੇ ਕੁੜੀਆਂ ਦੇ ਪਿੱਛੇ ਲੱਗ ਕੇ ਇਸ ਤਰੀਕੇ ਨਾਲ ਆਉਂਦੇ ਆ, ਉਸ ਤੋਂ ਬਾਅਦ ਉਹਨਾਂ ਨੂੰ ਅੱਗੇ ਅਸੀਂ ਕਹਿੰਦੇ ਸੀ ਵੀ ਕੁੜੀਆਂ ਦੇ ਨਾਲ ਇੱਥੇ ਮਤਲਬ ਉਹਨਾਂ ਨਾਲ ਇਹੋ ਜਿਹਾ ਵਿਵਹਾਰ ਕੀਤਾ ਜਾਂਦਾ ਆ, ਕੁੜੀਆਂ ਨੂੰ ਬਾਹਰ ਬੁਲਾ ਲਿਆ ਜਾਂਦਾ ਆ, ਏਦਾਂ ਕੀਤਾ ਜਾਂਦਾ, ਉਦਾਂ ਕੀਤਾ ਜਾਂਦਾ। ਹੁਣ ਉਹ ਚੀਜ਼ ਮੁੰਡਿਆਂ ਨਾਲ ਹੋਣੀ ਸ਼ੁਰੂ ਹੋ ਚੁੱਕੀ ਆ। ਤਰਨ ਇਟਸ ਕੀ ਕਹਿ ਸਕਦੇ ਹਾਂ, ਪਰ ਇਹ ਜਿਹੜੀਆਂ ਗੱਲਾਂ ਨੇ ਇਹ ਹਟਣਗੀਆਂ ਨਹੀਂ, ਇਹ ਵੱਧ ਰਹੀ ਨੇ। ਉਹਦਾ ਇੱਕ ਕਾਰਨਾਂ ਚੋਂ ਇੱਕ ਕਾਰਨ ਹੋਰ ਵੀ ਹੈ ਕਿ ਸਾਡੇ ਪਿੱਛੇ ਜਿੱਥੋਂ ਆ ਰਹੇ ਆ ਉਸ ਦੀ ਹਾਲਤ ਕੋਈ ਬਹੁਤ ਹੀ ਵਧੀਆ ਨਹੀਂ। ਆਮ ਸੌਰੀ ਜੇ ਕੋਈ ਸੁਣ ਰਿਹਾ ਤਾਂ ਆਮ ਟੈਲਿੰਗ ਦਾ ਟਰੂਥ। ਇਸ ਕਰਕੇ ਯੂਥ ਬਾਹਰ ਆਉਣ ਫਿਰਦਾ। ਜੇ ਤੁਹਾਡੇ ਹਾਲਾਤ ਉੱਥੇ ਚੰਗੇ ਹੋਣ, ਯੂਥ ਸੈਟਲ ਉੱਥੇ ਬੈਟਰ ਹੋ ਸਕਦਾ ਹੋਵੇ, ਕੋਈ ਬਾਹਰ ਕਿਉਂ ਕੋਈ 25-30 ਲੱਖ ਰੁਪਇਆ ਦੇ ਕੇ ਕਾਹਤੇ ਆਉਣ ਨੂੰ ਤਿਆਰ ਹੋਵੇ, ਆਪਦਾ ਘਰ ਛੱਡ ਕੇ ਆਉਣਾ ਕਿਉਂ? ਕਿਸੇ ਨੂੰ ਕੀ ਲੋੜ ਹੈਗੀ ਆ? ਕਿਉਂਕਿ ਉੱਥੇ ਫਿਊਚਰ ਨਹੀਂ ਦਿਸ ਰਿਹਾ ਹੈ, ਹਾਲਾਤ ਕੋਈ ਬਹੁਤੇ ਚੰਗੇ ਨਹੀਂ ਹੈਗਾ। ਲੱਗਦਾ ਪੈਸੇ ਲਾ ਦਿਓ ਇੱਕ ਵਾਰੀ, ਮੈਂ ਚਲਿਆ ਤਾਂ ਜਾਵਾਂਗਾ, ਉੱਥੇ ਜਾ ਕੇ ਮੈਂ ਸੈਟਲ ਹੋ ਜਾਊਂਗਾ। ਦੈਟ ਇਜ਼ ਵਨ ਆਫ ਦਾ ਰੀਜ਼ਨਸ ਐਜ਼ ਵੈਲ ਜਿਹੜੇ ਸੌਦੇ ਹੋ ਰਹੇ ਨੇ ਜੀ। ਸਰ ਪਹਿਲਾਂ ਹੁੰਦਾ ਸੀ ਪੜ੍ਹੀ ਲਿਖੀ ਪਰਿਵਾਰਿਕ ਕੰਨਿਆ ਦੀ ਲੋੜ ਹੈ, ਹੁਣ ਹੁੰਦਾ ਹੈ ਰਿਸ਼ਤੇਦਾਰਾਂ ਵਿੱਚ ਜਦੋਂ ਆਇਲਟਸ ਕਲੀਅਰ ਵਿਦੇਸ਼ ਲੈ ਕੇ ਜਾਣ ਵਾਲੀ ਲੜਕੀ ਉਹਦੇ ਚਾਹੀਦੇ ਨੇ ਤੁਹਾਨੂੰ, ਉਹਦੀ ਹੋਈ ਐਡ ਆ। ਤੇ ਉਸ ਤੋਂ ਬਾਅਦ ਵੱਟੇ ਸੱਟੇ ਵੀ ਹੁੰਦੇ ਆ ਵੀ ਕੁੜੀ ਪੱਕੀ ਆ, ਉਹ ਰਿਸ਼ਤਾ ਚਾਹੀਦਾ ਜਿਹਦੇ ਭਰਾ ਨੂੰ ਇੰਡੀਆ ਤੋਂ ਕੋਈ ਮੰਗਵਾ ਸਕੇ। ਸੋ ਐਵੇਂ ਦੀ ਜਦੋਂ ਸੌਦੇ ਹੋਣੇ ਸ਼ੁਰੂ ਹੋ ਜਾਂਦੇ ਆ ਨੈਚੁਰਲੀ ਫਿਰ ਜੇ ਜਿਹੀਆਂ ਗੱਲਾਂ ਹੋਣਗੀਆਂ ਤਾਂ ਫਿਰ ਇਹ ਜਿਹੀਆਂ ਗੱਲਾਂ ਆ ਉਹਦੇ ਨਤੀਜੇ ਨੇ। ਕੋਈ ਟਾਈਮ ਹੁੰਦਾ ਸੀ ਉਹ ਕਹਿੰਦੇ ਸੀ ਪੰਜਾਬੀ ਕੌਮ ਜਿਹੜੀ ਆ ਅਣਖ ਖਾਤਰ ਇਹ ਕਰ ਸਕਦੀ ਆ, ਉਹ ਖਾਤਰ ਆਹ ਕਰ ਸਕਦੀ ਆ, ਉਹ ਕਰ ਸਕਦੀ। ਮੈਂ ਪੁਰਾਣੇ ਬਜ਼ੁਰਗਾਂ ਦੀ ਜਦੋਂ ਗੱਲਾਂ ਸੁਣਦੇ ਆ, ਹੁਣ ਅਸੀਂ ਸੁਣਦੇ ਆ ਨਾ ਹੁਣ ਉਹ ਅਣਖ ਰਹੀ ਆ ਨਾ ਹੁਣ ਉਹ ਇੱਜ਼ਤ ਰਿਹਾ। ਮੈਂ ਤੁਹਾਨੂੰ ਦੱਸਿਆ ਵੀ ਡੈਫੀਨੇਸ਼ਨ ਆਫ ਇੱਜ਼ਤ, ਡੈਫੀਨੇਸ਼ਨ ਆਫ ਅਣਖ ਹੈਜ਼ ਚੇਂਜਡ। ਕੋਈ ਸਮਾਂ ਹੁੰਦਾ ਸੀਗਾ ਜਿਹਨੂੰ ਅਸੀਂ ਔਰਤ ਦਾ ਨੰਗੇਜ਼ ਕਹਿੰਦੇ ਸਨ ਕਿ ਗਿੱਟਾ ਵੀ ਦਿਸਦਾ ਤਾਂ ਔਰਤ ਦਾ ਨੰਗੇਜ਼ ਹੈ, ਤੇ ਹੁਣ ਸਭ ਨੂੰ ਦਿਸਦਾ ਹੈਗਾ ਅਸੀਂ ਉਸ ਨੂੰ ਨੰਗੇਜ਼ ਨਹੀਂ ਮੰਨਦੇ। ਸੋ ਡੈਫੀਨੇਸ਼ਨਸ with the time definitions change. I don't know it's for the good or for the worse, but it has changed and maybe ਹੁਣ ਤੋਂ ਅਸੀਂ 25-30 ਸਾਲ ਨੂੰ ਸੋਚਾਂਗੇ ਦਿਸ ਇਜ਼ ਨਾਰਮਲ, ਕੋਈ ਏਡੀ ਗੱਲ ਹੈ ਨਹੀਂ। ਪਰ ਇੱਕ ਰਿਲੇਸ਼ਨਸ਼ਿਪ ਨੂੰ ਲੈ ਕੇ ਜੋ ਇੰਡੀਅਨ ਟ੍ਰੈਂਡ ਬਣਦਾ ਆ ਰਿਹਾ ਸੀ ਕਿ ਲੰਬੇ ਔਰ ਸਾਡੇ ਰਿਸ਼ਤੇ ਜਿਹੜੇ ਆ ਗੁਜ਼ਰਦੇ ਸੀ, ਲੰਬੇ ਦੌਰ ਤੱਕ ਰਹਿੰਦੇ ਸੀਗੇ, ਉਹ ਹੁਣ ਘਟਣੇ ਸ਼ੁਰੂ ਹੋ ਗਏ ਨੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਸਰ, ਪਲੀਜ਼ ਆਪਣੀ ਟੀਵੀ ਸਕਰੀਨ, ਹਾਂਜੀ ਆਪਦੀ ਟੀਵੀ ਦੀ ਆਵਾਜ਼ ਘਟਾਓ ਜੀ, ਫੋਨ ਤੇ ਗੱਲ ਕਰੋ ਸਾਡੇ ਨਾਲ ਪਲੀਜ਼। ਜੀ ਕਿੱਥੋਂ ਬੋਲ ਰਹੇ ਹੋ ਜੀ? ਅਸੀਂ ਕੈਲਗਰੀ ਤੋਂ ਬੋਲਦੇ ਹਾਂ ਜੀ। ਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਤਾਂ ਤੁਸੀਂ ਰਿਸ਼ਤਿਆਂ ਦੀ ਗੱਲ ਕਰਦੇ ਆ ਜੀ। ਇੰਡੀਆ ਦੀ ਗੱਲ ਆ ਜੀ। ਹਾਂਜੀ। ਕੋਈ ਅੰਮ੍ਰਿਤਧਾਰੀ ਪਰਿਵਾਰ ਸੀ ਜੀ, ਉਹਨਾਂ ਨੇ ਅੰਮ੍ਰਿਤਧਾਰੀ ਪਰਿਵਾਰ ਦਾ ਹੀ ਰਿਸ਼ਤਾ ਲੈ ਲਿਆ ਜੀ। ਜੀ। ਜਦੋਂ ਕੁੜੀ ਆਈ ਉਹ ਆਦੀ ਵੀ ਬੋਤਲ ਇੱਕ ਲਿਆ ਸ਼ਰਾਬ ਦੀ ਜੀ। ਉਹ ਨੈਟ ਬੋਤਲ ਲਿਆ ਕਰੇ, ਕੋਈ ਚੱਕਾ ਮੁੰਡਾ ਲਿਆ ਕੇ ਦਿੰਦਾ ਰਿਹਾ ਤਾਂ ਡੇਰੀ ਫਿਰ ਟੁੱਟ ਨਕਟ ਹੋ ਗਈ ਜੀ। ਹਾਂਜੀ ਜੀ। ਥੈਂਕ ਯੂ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ। ਸਰ ਐਵੇਂ ਦੇ ਰਿਸ਼ਤਿਆਂ ਦੇ ਵਿੱਚ ਜਦੋਂ ਗੱਲ ਆਉਂਦੀ ਹੈ ਨਾ ਕਿ ਇੱਕ ਤਾਂ ਇਹ ਗੱਲ ਹੈ ਕਿ ਇੱਕ ਦੂਜੇ ਦੇ ਵਿੱਚ ਸਹਿਨਸ਼ੀਲਤਾ ਨਹੀਂ ਰਹੀ, ਦੂਜੀ ਗੱਲ ਹੈ ਕਿ ਬੜੀ ਛੇਤੀ ਟੁੱਟ ਤੇ ਗੱਲ ਆਉਂਦੀ ਆ ਰਿਸ਼ਤੇ ਤੋੜਨ ਦੇ ਉੱਤੇ। ਉਹ ਤਰ੍ਹਾਂ ਨਹੀਂ ਹੁੰਦਾ ਸੀਗਾ, ਖੈਰ ਉਹ ਚ ਔਰਤ ਨੂੰ ਕਈ ਵਾਰੀ ਬਹੁਤ ਧੱਕਾ ਹੁੰਦਾ ਸੀਗਾ, ਪਰ ਹੁਣ ਹਾਲਤ ਇਹ ਹੈਗੀ ਆ ਕਿ ਇਹ ਗੱਲ ਨਾਰਮਲ ਹੀ ਆ, ਨਹੀਂ ਬਣਦੀ ਛੱਡ ਦਿਓ ਪਰ ਇਹੋ ਜਿਹਾ। ਉਸ ਵੇਲੇ ਜਿਹੜਾ ਡਿਵੋਰਸ ਹੈ ਅਸੀਂ ਬਹੁਤ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਸੀਗੇ ਕਿ ਸਾਡੀ ਧੀ ਦਾ ਡਿਵੋਰਸ ਹੋ ਗਿਆ, ਘਰੇ ਬੈਠੀ ਹੈ, ਮੁੜ ਕੇ ਵਿਆਹਣੀ ਬੜੀ ਔਖੀ ਹੋਣੀ ਆ। ਦੈਟ ਵਾਸ these were the things। ਹੁਣ ਸੌਰੀ ਆਪਾਂ ਸਾਰੇ ਉਸ ਸੋਸਾਇਟੀ 'ਚ ਰਹਿ ਰਹੇ ਹਾਂ, ਹੁਣ ਡਿਵੋਰਸ ਹੋ ਗਿਆ, ਹੁਣ ਆਮ ਕਹਿੰਦੇ ਡਿਵੋਰਸ ਹੋ ਗਿਆ ਜਾਂ ਤਾਂ ਕੋਈ ਗੱਲ ਨਹੀਂ, ਹੁਣ ਉਹਨਾਂ ਆਰਡਰ ਵਾਰਡਰ ਹੋ ਗਏ ਸੀਗੇ, ਉਹਦੇ ਬੱਚਾ ਉਹਦੇ ਕੋਲ ਆ ਜਾਂ ਮੇਰੇ ਕੋਲ ਆ, ਤੇ ਆਮ ਲੁਕਿੰਗ ਫॉर ਸਮਨ ਐਲਸ ਐਜ਼ ਵੈਲ। ਬਿਲਕੁਲ ਜੋ ਕੁਛ ਅਸੀਂ ਵੈਸਟਰਨ ਵਰਲਡ ਦੇ ਵਿੱਚ ਆਏ ਹਾਂ, ਅਸੀਂ ਹਰ ਚੀਜ਼ ਦਾ ਮੁੱਲ ਹੈ ਤਰਨ, ਤੁਹਾਨੂੰ ਮੁੱਲ ਦੇਣਾ ਪੈਣਾ। ਅਸੀਂ ਆਪਣੀ ਸੱਭਿਅਤਾ ਦਾ ਇੱਥੇ ਆ ਕੇ ਮੁੱਲ ਇਹ ਦੇ ਰਹੇ ਹਾਂ ਕਿ ਅਸੀਂ ਇੱਥੋਂ ਦੀ ਸੱਭਿਅਤਾ ਦੇ ਅਨੁਕੂਲ ਹੋ ਰਹੇ ਹਾਂ, ਤੇ ਅਸੀਂ ਉਹਨਾਂ ਗੱਲਾਂ ਨੂੰ ਅਪਣਾ ਰਹੇ ਹਾਂ, ਤੇ ਅਸੀਂ ਉਹਨਾਂ ਗੱਲਾਂ ਨੂੰ ਸਮਝ ਰਹੇ ਹਾਂ ਕਿ ਇਟਸ ਨਾਟ ਅ ਬਿਗ ਡੀਲ। ਸਰ ਇੱਕ ਪੇਰੈਂਟਸ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ, ਚਾਹੇ ਤੁਹਾਨੂੰ ਆਪਣੇ ਬੱਚਿਆਂ ਦਾ ਪਤਾ ਤੁਹਾਡਾ ਬੱਚਾ ਸਹੀ ਹੈ ਜਾਂ ਗਲਤ ਹੈ, ਇਸ ਰਿਸ਼ਤੇ ਵਿੱਚ ਕੌਣ ਸਹੀ ਹੈ ਕੌਣ ਗਲਤ ਹੈ, ਪੇਰੈਂਟਸ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਆਪਣੇ ਬੱਚੇ ਦਾ। ਜਦੋਂ ਤੁਸੀਂ ਆਪਣੇ ਬੱਚੇ ਨੂੰ ਗਲਤ ਹੋਣ ਦੇ ਬਾਵਜੂਦ ਤੁਸੀਂ ਉਹਦਾ ਸਾਥ ਦਿੰਦੇ ਹੋ, ਸਭ ਤੋਂ ਵੱਡੀ ਗਲਤੀ ਉਹਨਾਂ ਦੀ ਹੁੰਦੀ ਹੈ ਇਸ ਮੌਕੇ ਦੇ ਵਿੱਚ। ਇੱਕ ਗੱਲ ਇਹ ਹੈ, ਤੁਹਾਨੂੰ ਆਪਦੇ ਰਾਈਟਸ ਦਾ ਪਤਾ, ਡਿਊਟੀਜ਼ ਦਾ ਨਹੀਂ ਪਤਾ। ਜਦੋਂ ਤੁਹਾਨੂੰ ਡਿਊਟੀਜ਼ ਦਾ ਪਤਾ ਲੱਗਣ ਲੱਗ ਜਾਊਗਾ ਤਾਂ ਉਦੋਂ ਮੋਰ ਤੁਹਾਡੇ ਬਹੁਤੇ ਪਰੌੜੇ ਮੁੱਕ ਜਾਂਦੇ ਨੇ, ਕਿਉਂਕਿ ਹਰ ਬੰਦਾ ਕਹਿੰਦਾ ਮੇਰੇ ਕੋਲ ਮੇਰਾ ਰਾਈਟ ਆਹ, ਮੇਰਾ ਰਾਈਟ ਆਹ।
ਆ ਕਰਨਾ ਮੈਂ ਨੋ 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 ਯੂ ਹੈਵ ਸਮ ਡਿਊਟੀਜ਼ ਐਸ ਵੈਲ। ਦੋਨਾਂ ਦੀ ਇੱਕ ਦੂਜੇ ਤਰਫ ਡਿਊਟੀਜ਼ ਨੇ, ਪਰ ਤੁਸੀਂ ਉਹਨੂੰ ਫੋਲੋ ਨਹੀਂ ਕਰਦੇ ਤਾਂ ਫਿਰ ਇਹ ਕੰਮ ਹੋਏਗਾ ਹੀ। ਬਿਲਕੁਲ ਜੀ, ਇੱਕ ਦਰਸ਼ਕ ਜੁੜ ਕੇ ਨੇ, ਅਸੀਂ ਮਾਫੀ ਚਾਹਾਂਗੇ, ਉਹਨਾਂ ਦਾ ਫੋਨ ਸ਼ਾਇਦ ਡਿਸਕਨੈਕਟ ਹੋ ਗਿਆ। ਸਰ ਗੱਲ ਕਰ ਰਹੇ ਹਾਂ ਇਸ, ਇੱਕ ਗੱਲ ਜ਼ਰੂਰ ਹੈ ਕਿ ਕਿਸੇ ਨੂੰ ਝੂਠੇ ਦੋਸ਼ ਵਿੱਚ ਨਾ ਫਸਾਓ, ਕਿਸੇ ਦੀ ਜ਼ਿੰਦਗੀ ਕਮ ਸੇ ਕਮ ਬਰਬਾਦ ਨਾ ਕਰੋ। ਤੁਸੀਂ ਛੱਡਣਾ ਚਾਹੁੰਦੇ ਹੋ ਵੈਸੇ ਛੱਡ ਦਵੋ, ਪਰ ਕਿਸੇ ਦੂਸਰੇ ਦੀ ਲਾਈਫ ਖਰਾਬ ਨਾ ਕਰੋ। ਇੱਕ ਦਰਸ਼ਕ ਜੁੜ ਗਏ ਨੇ ਜੀ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਬੇਟੇ, ਮੈਂ ਅੱਗੇ ਫੋਨ ਕੀਤਾ ਸੀ ਜੀ। ਤੇ ਕਾਲ ਕੀਤੀ ਬੇਟੇ। ਗੱਲ ਕੀ ਆ ਵੀ ਹੁਣ ਤਾਂ ਹਜੇ ਮੂਵੀ ਵਾਲੇ ਦੇ ਪੈਸੇ ਨਹੀਂ ਦਿੱਤੇ ਹੁੰਦੇ ਤੇ ਡਿਵੋਰਸ ਦੀ ਗੱਲ ਪਹਿਲਾਂ ਤੁਰ ਪੈਂਦੀ ਆ ਜੀ। ਤੇ ਜੇ ਪਿੱਛੇ ਮਾਂ ਪਿਓ ਦੀ ਸਪੋਰਟ ਨਾ ਹੋਵੇ ਤੇ ਉਹਨੂੰ ਕਹੇ ਵੀ ਦੇਖ, ਜੇ ਤੇਰੇ ਅਸੀਂ ਸੁੱਖ ਨਾ ਆਉਂਗੀ ਤੇਰੇ ਲੱਕ ਦੇ ਝਾਲੂ, ਜੇ ਤੂੰ ਦੁੱਖ ਰੁੱਸ ਕੇ ਆਈ ਤੇ ਤੇਰੇ ਅਸੀਂ ਕੱਖ ਦੇ ਝਾਲੀ ਨੂੰ। ਦੇਖੋ ਕਿੱਦਾਂ ਕੁੜੀ ਘਰ ਆਪਣੇ ਟੈਕਨੀਕ ਨਹੀਂ ਟੱਡੀ, ਸਾਰੀ ਸਪੋਰਟ ਪਿੱਛੋਂ ਮਾਂ ਪਿਓ ਦੀ ਹੁੰਦੀ, ਚਾਹੇ ਮੰਨਣ ਚਾਹੇ ਨਾ ਮੰਨਣ, ਏਦਾਂ ਮਰਜੀ ਹੈ ਨਾ ਜੀ। ਜੀ ਬਹੁਤ ਪ੍ਰੋਬਲਮ ਇਹ ਹੈ ਜਦੋਂ ਸ਼ੁਕਰੀਆ ਇਹ ਸਿਖਾਇਆ ਜਾਂਦਾ ਹੈ ਕਿ ਤੂੰ ਠੀਕ ਹੈ, ਤੂੰ ਠੀਕ ਹੈ, ਦੂਜੇ ਦੀ ਨਹੀਂ ਸੁਣਨੀ, ਤੂੰ ਠੀਕ ਹੈ। ਦੂਜੀ ਗੱਲ ਥੱਲੇ ਲਾ ਕੇ ਰੱਖ ਦੋਨੇ ਪਾਸੇ। ਜਦੋਂ ਇਹ ਗੱਲ ਹੈਗੀ ਹੈ ਨੋ, ਇਹ ਫੈਮਿਲੀ ਬਰਾਬਰ ਦੀ ਚੱਲਦੀ ਹੈ, ਦੋਨਾਂ ਦੇ ਬਰਾਬਰ ਦੇ ਅਧਿਕਾਰ ਨੇ। ਮੈਂ ਇਸ ਗੱਲ 'ਚ ਬਿਲਕੁਲ ਹਾਮੀ ਨਹੀਂ ਹੈ ਕਿ ਔਰਤ ਦਾ ਕੋਈ ਅਧਿਕਾਰ ਨਹੀਂ ਹੈ। ਦੋਨਾਂ ਦੇ ਬਰਾਬਰ ਦੇ ਅਧਿਕਾਰ ਨੇ, ਦੋਨਾਂ ਦੀਆਂ ਬਰਾਬਰ ਦੀਆਂ ਡਿਊਟੀਆਂ ਵੀ ਨੇ। ਇੱਕ ਪੱਖ ਇੱਕ ਨੇ ਪੂਰਾ ਕਰਨਾ ਹੁੰਦਾ, ਦੂਜਾ ਪੱਖ ਦੂਜੇ ਨੇ ਪੂਰਾ ਕਰਨਾ ਹੁੰਦਾ। ਜਦੋਂ ਇੱਕ ਹੀ ਪੂਰਾ ਕਰੀ ਜਾ ਰਿਹਾ, ਦੂਜਾ ਕਰਨ ਨੂੰ ਤਿਆਰ ਨਹੀਂ ਹੈਗਾ, then something going to happen. That's what's happening. ਐਡਜਸਟਮੈਂਟ ਦੋਵੇਂ ਪਾਸੇ ਚਾਹੀਦੀਆਂ ਨੇ, ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਮਾਮਲੇ ਦੇ ਵਿੱਚ ਇੱਕ ਜਣਾ ਸਹੀ ਹੋਵੇ ਤੇ ਇੱਕ ਜਣਾ ਗਲਤ ਹੋਵੇ। ਗਲਤੀਆਂ ਹੋਣਗੀਆਂ, ਪਰਿਵਾਰਾਂ 'ਚ ਝਗੜੇ ਹੋਣਗੇ, ਭਾਂਡੇ ਖੜਕਣਗੇ, ਤੋੜੋ ਨਾ। ਪੇਸ਼ੈਂਸ ਐਂਡ ਟੋਲਰੈਂਸ ਨਹੀਂ ਨਾ ਰਿਹਾ ਅੱਜ ਤੇ ਤੋੜੋ ਨਾ ਬਸ। ਬਿਲਕੁਲ ਜੀ। ਅਗਲੀ ਖਬਰ ਵੱਲ ਰੁਖ ਕਰਦੇ ਹਾਂ ਜੀ। ਖਬਰ ਹੈ ਕੈਲੀਫੋਰਨੀਆ ਦੀ, ਜਿੱਥੇ ਇੱਕ ਪੰਜਾਬੀ ਜੋੜੇ ਨੂੰ ਆਪਣੇ ਵਰਕਰਸ ਦੇ ਉੱਤੇ ਤਸ਼ੱਦਦ ਢਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦਾ ਨਾਮ ਹੈ ਜੀ ਬਲਵਿੰਦਰ ਮਾਨ ਤੇ ਉਹਨਾਂ ਦੀ ਵਾਈਫ 66 ਸਾਲਾ ਅਮਰਜੀਤ ਮਾਨ। ਇਹਨਾਂ ਦਾ ਲੀਕਰ ਸਟੋਰ ਸੀ ਜੀ, ਸ਼ਰਾਬ ਦਾ ਸਟੋਰ, ਜਿੱਥੇ ਇਹ ਆਪਣੇ ਕਰਿੰਦਿਆਂ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਕੰਮ ਲੈਂਦੇ ਸੀ, ਖਾਣ ਨੂੰ ਨਹੀਂ ਦਿੰਦੇ ਸੀ। ਰਾਤ ਨੂੰ ਸਟੋਰ ਦੇ ਵਿੱਚ ਹੀ ਉਹਨਾਂ ਨੂੰ ਰੱਖਦੇ ਸੀ, ਵਾਸ਼ ਬੇਸ਼ਨ ਦੇ ਵਿੱਚ। ਤੁਸੀਂ ਸੋਚੋ ਕਿ ਇੱਕ ਵਰਕਰ ਆਪਣਾ ਨਹਾਉਂਦਾ ਸੀ, ਉੱਥੇ ਹੀ ਸੌਂਦਾ ਸੀ, ਉੱਥੇ ਹੀ ਆਪਣਾ ਗੱਦਾ ਲਗਾਇਆ ਹੁੰਦਾ ਸੀ ਉਸਨੇ। ਫਾਈਨਲੀ ਉਸ ਦੇ ਬਾਰੇ ਵਿੱਚ ਪਤਾ ਲੱਗਿਆ ਉਹਨਾਂ ਨੇ 3 ਹੋਰ ਵਰਕਰ ਸੀ ਜਿਨ੍ਹਾਂ ਨਾਲ ਅਜਿਹੇ ਤਸ਼ੱਦਦ ਢਾਏ ਹੋਏ ਸੀ। ਫਾਈਨਲੀ ਉਹਨਾਂ ਉੱਤੇ ਹੁਣ ਦੋਸ਼ ਆਇਦ ਹੋ ਗਏ ਨੇ। ਸਰ 15 ਘੰਟੇ 7 ਦਿਨ ਕੰਮ ਕਰਦਾ ਸੀਗਾ ਇਹ ਬੰਦਾ। ਇਹ ਉਹਨਾਂ ਦਾ ਰਿਸ਼ਤੇਦਾਰ ਸੀਗਾ, ਅਮਰੀਕਾ ਘੁੰਮਣ ਆਇਆ ਸੀਗਾ, ਸਾਲ ਹੋ ਗਿਆ ਸੀ ਉਹਨੂੰ ਆਏ ਹੋਏ ਨੂੰ। ਉਹਨੇ ਆਪਦੇ ਘਰਦਿਆਂ ਨੂੰ ਦੱਸਿਆ ਮੇਰੇ ਨਾਲ ਹਾਲਤ ਕੀ ਹੈਗੀ ਆ। ਉੱਥੇ ਬਹੁਤ ਬਦਤਰ ਹਾਲਤ ਵਿੱਚ ਰਿਹਾ ਸੀ, ਕੰਮ ਕਰ ਰਹੇ ਸੀ, ਉਹਨੂੰ ਪੈਸੇ ਬਿਲਕੁਲ ਨਹੀਂ ਸੀ ਦਿੰਦੇ। ਜਿਹੜੇ ਤੁਸੀਂ ਗੱਲ ਕੀਤੀ ਪਹਿਲੇ 3 EMPLOYEES, ਉਹਨਾਂ ਦਾ ਵੀ ਇਹੀ ਹਾਲ ਕੀਤਾ ਸੀਗਾ। ਅਖੀਰ ਇਹ ਬੰਦੇ ਨੂੰ ਹੌਸਲਾ ਕੀਤਾ, ਉੱਥੋਂ ਨਿਕਲਿਆ। ਹੁਣ ਜੀ ਉਹ ਫੜੇ ਗਏ ਨੇ, ਉਹਨਾਂ ਦੀ ਜ਼ਮਾਨਤ ਮਿਲੀਅਨ ਡਾਲਰ ਦੀ ਉਹਨਾਂ ਦੇ ਬੇਟੇ ਨੇ ਦਿੱਤੀ ਹੈ। ਕੇਸ ਚੱਲੇਗਾ ਜੀ, ਇਹ ਪਤਾ ਨਹੀਂ ਹੁਣ ਕੋਰਟ 'ਚ ਉਹਨੂੰ ਪੇਸ਼ ਕੁਝ ਜ਼ਰੂਰ ਕੀਤਾ ਗਿਆ, ਬੇਲ ਤੇ ਹੁਣ ਆ ਗਏ ਨੇ। ਪਰ ਮੈਨੂੰ ਜੇ ਇਹ ਗੱਲ ਸਹੀ ਹੈ ਤਾਂ ਸਮਝ ਨਹੀਂ ਆਉਂਦੀ ਸੀ ਕਿੱਥੇ ਤੱਕ ਕਿੰਨੇ ਗਿਰ ਗਏ ਹੈ। ਪਹਿਲੀ ਗੱਲ ਵੀ ਉਹੀ, ਤੁਸੀਂ ਸ਼ੋਸ਼ਣ ਕਿਉਂ ਕਰਦੇ ਹੋ? ਕਿਸੇ ਦੇ ਵੇਜਸ ਰੱਖਣੇ, ਮਿਹਨਤਾਂ ਨਾ ਰੱਖਣਾ, ਇਦੋਂ ਤੁਸੀਂ ਮਾੜਾ ਹੋਰ ਕੀ ਕਰ ਸਕਦੇ? ਬਿਲਕੁਲ ਸਰ, ਕਹਿੰਦੇ ਪੁਲਿਸ ਨੂੰ ਵੀ ਉਸ ਵੇਲੇ ਪਤਾ ਲੱਗਿਆ ਜਦੋਂ ਲੀਕਰ ਸਟੋਰ ਦੇ ਉੱਤੇ ਉਸ ਕਰਿੰਦੇ ਨੇ ਇੱਕ ਨਾਬਾਲਿਗ ਨੂੰ ਸ਼ਰਾਬ ਵੇਚ ਦਿੱਤੀ। ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਉੱਥੇ ਜਾ ਕੇ ਛਾਪਾ ਮਾਰਿਆ ਤਾਂ ਉੱਥੇ ਪੁਲਿਸ ਨੇ ਦੇਖਿਆ ਕਿ ਇੱਥੇ ਮੈਟਰਸ ਪਿਆ, ਉੱਥੇ ਸ਼ੈਂਪੂ ਦੀ ਬੋਟਲ ਪਈ ਆ। ਤਾਂ ਜਦੋਂ ਉਹਨਾਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨੇ ਦੱਸਿਆ ਕਿ ਉਹਦੇ ਨਾਲ ਆ ਸਭ ਕੁਝ ਹੋ ਰਿਹਾ। ਉਹਨੂੰ ਇਹ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਤੈਨੂੰ ਡਿਪੋਰਟ ਕਰਵਾ ਦੇਵਾਂਗੇ। ਪਹਿਲਾਂ ਉਹਨੂੰ ਸਬਜ਼-ਬਾਗ ਦਿਖਾ ਕੇ ਲੈ ਕੇ ਆਂਦਾ, ਉਸ ਤੋਂ ਬਾਅਦ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਤੁਹਾਨੂੰ ਡਿਪੋਰਟ ਕਰਵਾ ਦਾਂਗੇ, ਤੁਹਾਡੇ ਉੱਤੇ ਅਸੀਂ ਕੇਸ ਚਲਾ ਦਾਂਗੇ ਜੇ ਤੁਸੀਂ ਕਿਸੇ ਨੂੰ ਵੀ ਕਿਹਾ। ਉਸ ਤੋਂ ਬਾਅਦ ਸਟੋਰ ਦੀ ਚਾਬੀ ਵੀ ਖੁਦ ਲੈ ਕੇ ਜਾਂਦੇ ਸੀਗੇ ਤਾਂ ਕਿ ਕੋਈ ਵੀ ਉੱਥੋਂ ਬਾਹਰ ਨਾ ਨਿਕਲ ਸਕੇ। ਨਾ ਉਹਨਾਂ ਨਾਲ ਕੋਈ ਸੈਲਰੀ ਦਿੱਤੀ ਜਾਂਦੀ ਸੀ, ਉਹਨਾਂ ਨਾਲ ਖਾਣ ਪੀਣ ਨੂੰ ਨਹੀਂ ਉਹਨਾਂ ਨੂੰ ਕੁਝ ਦਿੱਤਾ ਜਾਂਦਾ ਸੀ, ਬੁਰਾ ਵਰਤਾਓ ਕੀਤਾ ਜਾਂਦਾ ਸੀ। ਜਿਹੜੇ ਦੁੱਧ ਦੇ ਕ੍ਰੇਟਸ ਹੁੰਦੇ ਆ ਨਾ, ਉਹਨਾਂ ਦੇ ਉੱਤੇ ਉਹਦਾ ਗੱਦਾ ਲਾਇਆ ਸੀ, ਜਿਹਦੇ ਉੱਤੇ ਉਹ ਵਿਚਾਰਾ ਪੈਂਦਾ ਸੀਗਾ। ਤੇ ਹਾਲਤ ਕੀ ਹੈ, ਅਸੀਂ ਇੱਥੇ ਕਿੱਥੇ ਤੱਕ ਜਾ ਸਕਦੇ ਹਾਂ? ਤੁਹਾਡਾ ਕੋਈ ਬੰਦਾ ਪਹਿਲੇ ਤਾਂ ਤਰਨ ਮੈਂ ਵੇਜਸ ਰੱਖਣ ਦੇ ਹੱਕ 'ਚ ਨਹੀਂ ਕਿਸੇ ਦੇ, ਤੁਸੀਂ ਘੱਟ ਦੇ ਦਿਓ, ਅਗਲਾ ਮਿਹਨਤਾਂ ਨਾਲ ਤਾਂ ਦਿਓ ਨਾ। ਤੁਸੀਂ ਆਪ ਮੌਜ ਕਰਦੇ ਹੋ। ਹੁਣ ਮਿਲੀਅਨ ਡਾਲਰ ਦੀ ਉਹਦੀ ਜਵਾਨ ਤੇ, ਇਟ ਮੀਨਸ ਦੇ ਹੈਵ ਮਨੀ, ਗਾਟ ਮਨੀ, ਆਫ ਕੋਰਸ, ਰਾਈਟ? ਸੋ ਤੁਸੀਂ ਕਿਸੇ ਦਾ ਕਿੰਨੇ ਪੈਸੇ ਬਣਾਏ? ਲੈਟਸ ਸੇ ਦਿਸ ਵੇ, ਇੱਕ ਸਾਲ ਦਾ 1,50,000 ਦੇ ਕਰੀਬ ਇਹਨਾਂ ਨੇ ਤਿੰਨਾਂ ਦੀ ਇੱਕ ਸਾਲ ਦੀ ਵੇਚ ਜਿਹੜੀ ਉਹ ਮਾਰੀ ਹੈ। ਠੀਕ ਹੈ, ਤੇ ਬਣਾਉਂਦੇ ਕਿੰਨੇ ਹੋਣਗੇ? ਕਾਰੋਬਾਰ ਚੱਲਦਾ ਹੋਏਗਾ। ਜਿਹੜੇ 3 ਬੰਦੇ ਕੰਮ ਕਰਦੇ ਸੀਗੇ, ਚੌਥਾ ਬੰਦਾ ਇਹ ਕੰਮ ਕਰਦਾ ਸੀ, ਕਾਰੋਬਾਰ ਚੱਲਦਾ ਹੀ ਹੈ। ਜਿਹੜੇ ਇੰਨੇ ਬੰਦੇ ਹੈਂਡਲ ਕਰ ਰਹੇ ਸੀਗੇ, ਤੇ ਮਸਟ ਬੀ ਮੇਕਿੰਗ ਮਨੀ। ਤੁਸੀਂ ਫਿਰ ਉਹਨਾਂ ਦੇ ਕਿਉਂ ਆਪਦੇ ਪ੍ਰੋਫਿਟ 'ਚੋਂ ਕੁਛ ਤਾਂ ਦਿਓ ਉਹਨਾਂ ਨੂੰ। ਪਤਾ ਨਹੀਂ ਲੋਕੀ ਕਿੱਥੇ ਤੱਕ ਜਾਂਦੇ ਆ। ਸੋ ਦੇਖ ਲਓ, ਸਾਰੀ ਦੁਨੀਆ 'ਚ ਫੋਟੋਆਂ ਇਹਨਾਂ ਦੀ ਚੱਲ ਰਹੀਆਂ ਨੇ ਇਸ ਵੇਲੇ, ਮਗ ਸ਼ਾਟਸ ਆ ਗਏ ਨੇ, ਨਾਂ ਇਹਨਾਂ ਦਾ ਆ ਰਿਹਾ ਹੈ, ਮਸ਼ਹੂਰੀ ਇਹਨਾਂ ਦੀ ਸਾਰੇ ਥਾਂ ਤੇ ਹੋਈ ਹੈ। ਬਾਕੀ ਜੇ ਕੋਈ ਸੋਚ ਰਿਹਾ ਹੋ ਕਰਨ, ਭਾਈ ਪਲੀਜ਼
ਇਹ ਕੰਮ ਨਾ ਕਰੋ, ਉਹੀ ਰਹੇ ਕੁਛ ਹੋਏਗਾ। ਬਿਲਕੁਲ ਸਰ, ਆਪਾਂ ਵੀ ਅੱਗੇ ਵੀ ਦੇਖਦੇ ਹਾਂ LMIS ਦੇ ਮਾਮਲੇ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ, ਪੈਸੇ ਲੈ ਕੇ ਕੰਮ ਨਹੀਂ ਕੀਤੇ ਜਾਂਦੇ। ਸੋ ਆਪਣੇ ਹੀ ਲੋਕ ਜਿਹੜੇ ਆ ਉਹ ਸ਼ਾਰਟਕਟ ਯੂਜ਼ ਕਰਦੇ ਆ ਪੈਸਾ ਬਣਾਉਣ ਦੇ ਲਈ। ਸ਼ਾਰਟਕਟ ਤਾਂ ਤੁਸੀਂ ਯੂਜ਼ ਕਰ ਰਹੇ ਹੋ, ਪਰ ਕਮ ਸੇ ਕਮ ਜੇ ਤੁਸੀਂ ਪੈਸੇ ਲੈ ਵੀ ਲਏ ਆ, ਕਮ ਸੇ ਕਮ ਉਹਨਾਂ ਨੂੰ ਤਾਂ ਉਹਨਾਂ ਦੀ ਜ਼ਿੰਦਗੀ ਗੁਜ਼ਰ ਬਸਰ ਕਰਨ ਲਈ ਦੇਵੋ। ਪਿੱਛੇ ਪਰਿਵਾਰ ਵੀ ਉਹਨਾਂ ਦੇ ਹੈਗਾ ਜਿਨ੍ਹਾਂ ਨੂੰ ਉਹਨਾਂ ਨੇ ਪਾਲਣਾ ਪੋਸਣਾ ਆ। ਇੱਕ ਤਰੀਕੇ ਨਾਲ ਜਦੋਂ ਐਕਸਪਲੋਇਟ ਕਰਦੇ ਹੋ ਬੰਦਾ ਟੁੱਟ ਜਾਂਦਾ ਆ। ਆਪ ਮੈਂ ਕਹਿੰਦਾ ਬੰਦੇ ਨੇ ਇੰਨਾ ਸਾਲ ਕੱਟਿਆ ਕਿਵੇਂ, ਲਗਾਤਾਰ ਕੰਮ ਕਰੀ ਗਿਆ। ਉਹਦਾ ਸੋਚਣ ਜਿਹੜੀ ਨਹਾਉਣ ਵਾਲੀ ਥਾਂ ਵੀ ਆ ਉਹ ਥੱਲਿਓਂ 3 ਫੁੱਟ ਉੱਚੀ ਟੁੱਟੀ ਆ, ਜਿਹਦੇ ਨਾਲ ਉਹ ਉੱਥੇ ਪਾਣੀ ਵਰਤ ਕੇ ਉਹ ਨਹਾਉਂਦਾ ਹੁੰਦਾ ਸੀਗਾ, ਉੱਥੇ ਹੀ ਸ਼ੈਂਪੂ ਵਰਤਦਾ ਸੀਗਾ। ਕੀ ਹਾਲਤ ਹੋਏਗੀ? ਬੰਦਾ ਕਹਿੰਦਾ ਮੈਂ US ਗਿਆ, ਰਾਈਟ। ਇੱਥੇ ਹਾਲਤ ਉਹਦੀ, ਪਰਮਾਤਮਾ ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ੇ ਜੀ। ਤੇ ਹੋਰ ਬਾਕੀਆਂ ਨੂੰ ਵੀ ਬੇਨਤੀ ਕਰਦਾ ਜੀ, ਜੇ ਸੋਚ ਵੀ ਰਹੇ ਹੋ, ਜੇ ਕਰ ਵੀ ਰਹੇ ਹੋ ਤਾਂ ਪਲੀਜ਼ ਆਇਆ ਨਾ ਕਰੋ, ਅਗਲੇ ਦੇ ਪੈਸੇ ਦੇ ਦਿਓ ਪਲੀਜ਼। ਬਿਲਕੁਲ ਜੀ, ਅਗਲੀ ਖਬਰ ਵੱਲ ਕਰਦੇ ਹਾਂ। ਥੋੜਾ ਜਿਹਾ ਪੋਲੀਟੀਕਲ ਇਸ਼ੂਜ਼ ਤੇ ਵੱਲ ਆ ਜਾਈਏ। ਮਿਸਟਰ ਬਾਈਡਨ ਤੇ ਮਿਸ ਕਮਲਾ ਹੈਰਿਸ, ਜਿਹੜੇ ਮਿਸਿਸ ਕਮਲਾ ਹੈਰਿਸ ਨੇ, ਉਹਨਾਂ ਦੀ ਅਸੀਂ ਗੱਲਬਾਤ ਕਰਦੇ ਹਾਂ। ਇੱਥੇ ਜਿੱਤ ਦੀ ਗੱਲ ਉਹਨਾਂ ਨੇ ਆਖ ਦਿੱਤੀ ਆ, ਅਨਾਉਂਸਮੈਂਟ ਕਰ ਦਿੱਤੀ ਹੈ। ਅਧਿਕਾਰਿਕ ਤੌਰ ਤੇ ਅਜੇ ਅਨਾਉਂਸਮੈਂਟ ਹੋਣੀ ਬਾਕੀ ਹੈ, ਪਰ ਇਸ ਦੇ ਬਾਵਜੂਦ NTP ਇਸ ਵਕਤ ਬਹੁਤ ਜ਼ਿਆਦਾ ਅਸਰ ਕਰ ਰਹੀ ਹੈ ਕਿ ਉਹਨਾਂ ਨੂੰ ਕੈਨੇਡਾ ਸੱਦਿਆ ਜਾਵੇ। ਹਾਂ ਤਰਨ, ਆਪਣਾ ਪ੍ਰੋਗਰਾਮ ਜੋ ਸ਼ੁਰੂ ਹੋ ਗਿਆ ਸੀ ਉਹਦੇ ਮੈਸੇਜ ਆਇਆ ਜੀ, ਇਹ ਪਾਸ ਹੋ ਗਿਆ। ਪਾਰਲੀਮੈਂਟ ਦੇ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆ। ਮਿਸਟਰ ਬਾਈਡਨ ਐਂਡ ਮਿਸ ਹੈਰਿਸ ਦੇ ਆਰ will be officially invited to Canada। ਤੇ ਆ ਕੇ ਹੋ ਸਕਦਾ ਹੈ ਮਿਸਟਰ ਬਾਈਡਨ ਪਾਰਲੀਮੈਂਟ ਨੂੰ ਵੀ ਸੰਬੋਧਨ ਕਰਨਗੇ। ਇਹ ਹੁਣ ਪਾਸ ਹੋ ਗਿਆ ਜੀ। ਬਾਤ ਹੈ, ਕੀ ਬਾਤ ਹੈ। ਇੱਕ ਦਰਸ਼ਕ ਜੁੜ ਗਏ ਨੇ, ਭਲਾਣਾ ਦੀ ਸਲਾਹ ਲੈ ਲਈਏ, ਕੀ ਕਹਿਣਾ ਚਾਹੁੰਦੇ ਨੇ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੋਹਨਪੁਰ ਬੋਲ ਰਹੇ ਹਾਂ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਕਹਿਣਾ ਇਹ ਚਾਹੁੰਦਾ ਵੀ ਅਸੀਂ ਤੁਹਾਡਾ ਪ੍ਰੋਗਰਾਮ ਬਹੁਤ ਦੇਰ ਤੋਂ ਦੇਖ ਰਹੇ ਹਾਂ ਜੀ। ਥੈਂਕ ਯੂ ਜੀ। ਹਾਂਜੀ, 6:30 ਵਜੇ ਚਾਲੂ ਕਰ ਦਿੰਦੇ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ। ਹਾਂਜੀ, ਅਸੀਂ 4 ਸਾਲ ਤੋਂ ਇੱਥੇ ਰਹਿ ਰਹੇ ਹਾਂ ਜੀ। ਹਾਂਜੀ ਹਾਂਜੀ, ਮੈਂ ਕਰਦਾ। ਆਂਟੀ ਕਹਿੰਦੀ ਆਵਾਜ਼ ਉੱਚੀ ਕਰ ਜੀ। ਹਾਂਜੀ ਜੀ ਸਰ, ਤੇ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਜੀ, ਬੜੀਆਂ ਸਿਆਣੀਆਂ ਗੱਲਾਂ ਹੁੰਦੀਆਂ ਨੇ। ਥੈਂਕ ਯੂ ਜੀ। ਮੈਂ ਤਾਂ ਮੈਂ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ, ਮੇਰੀ ਇੱਕ ਗੋਲੀ ਛੁੱਟ ਗਈ। ਹਾਂਜੀ, ਪ੍ਰੋਗਰਾਮ ਸੁਣ ਕੇ 6:30 ਵਜੇ ਚਾਲੂ ਕਰਦੇ ਹੁਣ 7:30 ਵਜੇ ਗਏ। ਸ਼ੁਕਰ ਹੈ, ਥੈਂਕ ਯੂ। ਮੇਰੀ ਡਿਪਰੈਸ਼ਨ ਦੀ ਹੋ ਗਈ ਛੁੱਟ ਗਈ। ਮੈਂ ਡਿਪਰੈਸ਼ਨ ਦੀ ਗੋਲੀ ਖਾਂਦਾ ਸੀ 50 mg ਦੀ। ਇੰਨਾ ਗੱਲ ਆ ਜਾਂਦਾ ਕਿ ਕੋਵਿਡ ਦੇ ਵਿੱਚ ਇੱਕ ਤਾਂ ਅੰਦਰ ਬੜੇ ਬੈਠੇ ਰਹਿੰਦੇ ਸੀ। ਇਹ ਪ੍ਰੋਗਰਾਮ ਸੁਣ ਕੇ ਸਾਡੀ ਡਿਪਰੈਸ਼ਨ ਬਹੁਤ ਦੂਰ ਹੋ ਜਾਂਦੀ ਹੈ ਜੀ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ। ਬਾਕੀ ਸਾਡੇ ਤੁਸੀਂ ਸਤਿਕਾਰਯੋਗ ਹੋ। ਬਾਕੀ ਗੱਲ ਹੈ ਕਿ ਨਕਸ਼ਾ ਦੀ ਗੱਲ ਹੈ ਕਿ ਮੈਂ ਤੁਹਾਡਾ ਸਰਵਿਸ ਵੀ ਪ੍ਰੋਗਰਾਮ ਸੁਣਿਆ ਸੀ। ਬਹੁਤ ਤੁਸੀਂ ਸਿਆਣੀਆਂ ਗੱਲਾਂ ਕਰਦੇ, ਸਮਝਦਾਰ ਗੱਲਾਂ ਕਰਦੇ ਹੋ। ਬਾਕੀ ਪੰਜਾਬ ਬਾਰੇ ਥੋੜੀ ਬਹੁਤੀ ਗੱਲ ਕਰਿਆ ਕਰੋ। ਜਿਵੇਂ ਬੰਦਾ ਉੱਥੇ ਨਵਾਂ ਲੀਡਰ ਜੰਮਿਆ ਜੀ, ਮੁੰਡਾ ਦੀਪ ਸਿੱਧੂ। ਦੱਸੋ ਵੀ ਜੀ ਉਹ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਸਾਡੇ ਪੰਜਾਬ ਦਾ ਵੀ, ਪਰ ਪੰਜਾਬ ਦੀਆਂ ਗੱਲਾਂ ਥੋੜੀਆਂ ਹੁੰਦੀਆਂ ਆਪਣੇ ਪ੍ਰੋਗਰਾਮ। ਥੈਂਕ ਯੂ ਜੀ, ਸ਼ੁਕਰੀਆ ਬਹੁਤ ਬਹੁਤ ਜੀ। ਆਪਣੇ ਵਿਚਾਰ ਸਾਂਝੇ ਕੀਤੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਪੰਜਾਬ ਦੀਆਂ ਗੱਲਾਂ ਵੀ ਇੱਕ ਅੱਧੀ ਖਬਰ ਲੈ ਕੇ ਆਵਾਂਗੇ, ਪਰ ਪੰਜਾਬ ਦਾ ਸਾਡਾ ਪ੍ਰੋਗਰਾਮ ਚੱਲਦਾ ਹੁੰਦਾ ਹੈਲੋ ਪੰਜਾਬ, ਜਿਹੜਾ ਤੁਸੀਂ ਮਾਰਨਿੰਗ ਦੇਖ ਸਕਦੇ ਹੋ। ਤੇ ਸੁਣ ਲੈ ਸਰਕਾਰੇ ਵਿੱਚ ਤਾਂ ਪੰਜਾਬ ਦੀਆਂ ਗੱਲਾਂ ਹੁੰਦੀਆਂ ਨੇ ਜੀ, ਰਾਤ ਨੂੰ 9 ਵਜੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਵਿੱਚ ਪੰਜਾਬ ਦੀ ਕੋਈ ਖਾਸ ਗੱਲ ਹੋ ਗਈ ਹੈ, ਇੰਡੀਆ ਦੀ ਕੋਈ ਖਾਸ ਗੱਲ ਹੋ ਗਈ ਹੈ, ਫਿਰ ਅਸੀਂ ਉਹ ਜ਼ਰੂਰ ਡਿਸਕਸ ਕਰਦੇ ਹਾਂ। ਮੋਸਟਲੀ ਅਸੀਂ ਉਹ ਪ੍ਰੋਗਰਾਮ ਵਾਸਤੇ ਛੱਡਿਆ ਹੈ ਜੀ। ਕਿਤੇ ਨਾ ਕਿਤੇ ਗੱਲ ਆਉਂਦੀ ਹੈ, ਅਸੀਂ ਜ਼ਰੂਰ ਡਿਸਕਸ ਕਰਦੇ ਹਾਂ ਜੀ। ਥੈਂਕ ਯੂ। ਕੰਪੈਰੀਜ਼ਨ ਅਕਸਰ ਪੰਜਾਬ ਬਾਕੀ ਜੀ ਗਲਾਸ ਅੱਧਾ ਭਰਿਆ ਦੇਖਿਆ ਕਰੋ, ਅੱਧਾ ਖਾਲੀ ਨਾ ਦੇਖਿਆ ਕਰੋ। ਬਿਲਕੁਲ ਜੀ। ਤੇ ਸਰ ਅਸੀਂ ਗੱਲਬਾਤ ਕਰ ਰਹੇ ਸੀਗੇ, ਆਫੀਸ਼ੀਅਲੀ ਤੁਸੀਂ ਕਿਹਾ ਕਿ ਹੁਣ ਉਹਨਾਂ ਨੂੰ, ਹਾਂਜੀ, ਉਹਨਾਂ ਨੇ ਇਹ ਪਾਰਲੀਮੈਂਟ ਨੇ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਕਿ ਮਿਸਟਰ ਬਾਈਡਨ ਤੇ ਮਿਸ ਹੈਰਿਸ ਆ ਰਹੇ ਨੇ ਜੀ। ਜਦੋਂ ਕੋਵਿਡ ਹਟ ਗਿਆ ਉਦੋਂ, ਵੈਸੇ ਉਦੋਂ ਪਹਿਲਾਂ ਆ ਸਕਦਾ ਇਫ ਦੇ ਵਾਂਟ ਟੂ। ਸਾਡੀ ਸਰਕਾਰ ਉਹਨਾਂ ਨੂੰ ਪਾਸ ਦੇ ਸਕਦੀ ਹੈ, ਪਰ ਨਹੀਂ, ਕਿਉਂਕਿ ਸਾਡੇ 14 ਦਿਨ ਦਾ ਕੁਆਰੰਟਾਈਨ ਸਿਸਟਮ ਹੈਗਾ ਜੀ। ਜਦੋਂ ਕੋਵਿਡ ਕੰਟਰੋਲ 'ਚ ਆ ਗਿਆ, ਇਟਸ ਅ ਵੈਰੀ ਨਾਈਸ ਗੁੱਡ ਸਟੈਪ ਟੂਵਰਡਸ ਦਿਸ ਥਿੰਗ। ਕਿਉਂਕਿ ਮਿਸਟਰ ਟਰੰਪ ਨੂੰ ਇਨਵਾਈਟ ਕੀਤਾ ਗਿਆ ਸੀਗਾ, ਮਿਸਟਰ ਟਰੰਪ ਆਏ ਨਹੀਂ ਸੀਗੇ ਇੱਥੇ। ਜਦੋਂ ਆਏ ਸੀ ਮਿਸਟਰ ਟਰੰਪ G7 ਦਾ ਅਟੈਂਡ ਕਰਨ ਆਏ ਸੀ, ਆਫੀਸ਼ੀਅਲੀ ਨਹੀਂ ਸੀ ਆਏ। ਬਿਲਕੁਲ ਜੀ। ਇੱਕ ਦਰਸ਼ਕ ਜੁੜ ਗਏ ਨੇ ਹੋਰ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਨਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕੀ ਹਾਲ ਚਾਲ ਨੇ? ਕੀ ਕਹਿਣਾ ਚਾਹੋਗੇ? ਨਾ ਵਧੀਆ ਜੀ, ਤੁਸੀਂ ਸੁਣਾਓ? ਬਸ ਗੁੱਡ। ਮੈਂ ਪੁੱਛਣਾ ਸੀਗਾ ਵੀ ਜਿਹੜੀ ਨਤ ਸਾਹਿਬ, ਜਿਹੜੀ ਜਿੰਨੀਆਂ ਵੀ ਹੈਗੀ ਵੈਸਟਰਨ ਸਟੇਟਸ ਆ, ਜਿੱਦਾਂ ਸਸਕੈਚੁਅਨ, ਅਲਬਰਟਾ ਤੇ BC ਦਾ ਅੱਧਾ ਹੋ ਗਿਆ, ਜਿੱਥੇ ਤੇਲ ਦੇ ਨਾਲ ਬਹੁਤ ਡਿਪੈਂਡ ਆ, ਜਿਹੜੀ ਆਪਣੀ ਆਇਲ ਫੀਲਡ ਆ ਨੇ ਜੀ, ਬਹੁਤ ਜ਼ਿਆਦਾ ਡਿਪੈਂਡ ਆ। ਤੇ ਉਹਦਾ ਫਿਊਚਰ ਤੁਸੀਂ ਕੀ ਦੇਖਦੇ ਹੋ? ਕਿਉਂਕਿ ਟੈਸਲਾ ਨੇ ਕੱਢੀ ਕਾਰ, ਫਿਰ ਫੋਰਡ ਨੇ, ਫਿਰ ਆਡੀ ਨੇ, GM ਨੇ ਕੱਢੀ, ਇਸ ਤੋਂ ਬਾਅਦ ਹੋਰ ਵੀ ਅਲੱਗ ਤੋਂ
ਤੇ ਵੱਡੇ ਔਰ ਨਵੀਆਂ ਕਾਰਾਂ ਆ ਰਹੀਆਂ ਜੀ ਹਾਂ। ਬੈਟਰੀ ਵਾਲੀਆਂ, ਬਿਲਕੁਲ। ਜੀ ਤੇ ਆਪਣੀ ਤੁਹਾਨੂੰ ਕਿੱਦਾਂ ਲੱਗਦਾ ਵੀ ਫਿਊਚਰ ਕੀ ਹੋਊਗਾ ਉਹਨਾਂ ਦਾ? ਤੁਸੀਂ ਜਿਹੜੀਆਂ ਕਾਰਾਂ ਦੀ ਪ੍ਰੋਗਰਾਮ ਬਹੁਤ ਦੂਰ ਦੂਰ ਤੇ ਸਾਰੇ ਦੇਖਦੇ ਆ ਵੀ ਜਦੋਂ ਉਹਨਾਂ ਨੂੰ ਵੀ ਫਿਕਰ ਰਹਿੰਦਾ ਆਪਣਾ ਫਿਊਚਰ ਬਾਰੇ, ਉਹਨਾਂ ਦੀ ਘਰਾਂ ਦੀ ਮਾਰਕੀਟ ਬਹੁਤ ਡਾਊਨ ਹੋ ਰਹੀ ਹੈ ਦਿਨੋਂ ਦਿਨ ਨੇ, ਜੀ ਹਾਂ ਤੇ ਇਹਦਾ ਕੋਈ ਆਨਸਰ ਤੁਹਾਡੇ ਕੋਲ ਪ੍ਰੋਪਰ ਹੈ ਤਾਂ ਦੱਸਿਓ ਜਰਾ। ਜੀ Thank you ਬਿਲਕੁਲ ਜੀ, ਜੀ, ਸ਼ੁਕਰੀਆ। so nice ਤੁਸੀਂ of ਟੀਵੀ you. ਸਕਰੀਨ ਤੇ ਆਨਸਰ ਸੁਣ Thank you. ਸਕਦੇ ਹੋ ਜੀ। ਜਿਹੜੀ ਗੱਲ ਹੈ ਜੀ ਤਰਨ ਜਿਹੜੀਆਂ ਕਾਰਾਂ ਆ ਰਹੀਆਂ ਨੇ ਨਾ, ਜੀ ਜਿਹੜੀਆਂ ਸਾਰੀਆਂ ਕਾਰਾਂ ਸਾਰੀਆਂ ਮੈਨੂਫੈਕਚਰਰਸ ਦੀ ਪਾਲਿਸੀ ਇਹ ਆ ਵਿਦਨ 10 ਇਅਰਸ অর ਸੋ ਮੋਸਟਲੀ ਕਾਰ 2035 ਤੱਕ ਕਿਹਾ ਜਾ ਰਿਹਾ ਹਾਂਜੀ ਮੋਸਟਲੀ ਕਾਰਾਂ ਸਾਰੀਆਂ ਇਲੈਕਟ੍ਰਿਕ ਹੋ ਜਾਣਗੀਆਂ। ਉਹ ਜਾਂ ਕੁਛ ਇਲੈਕਟ੍ਰਿਕ ਹੋਣਗੀਆਂ ਜਾਂ ਫੁੱਲੀ ਇਲੈਕਟ੍ਰਿਕ ਹੋਣਗੀਆਂ। ਟੈਸਲਾ ਬੜਾ ਵੱਡਾ, ਟੈਸਲਾ ਨੇ ਆਪਦੀ ਜਿਹੜੀ ਟੈਕਨੋਲੋਜੀ ਆ ਸਭ ਨੂੰ ਦਿੱਤੀ ਹੋਈ ਆ। ਉਹ ਕਹਿੰਦੇ ਸਾਡੇ ਤੋਂ ਲੈ ਸਕਦੇ ਹੋ ਫॉर ਫ੍ਰੀ। ਇਹ ਬੜੀ ਵੱਡੀ ਗੱਲ ਕੀਤੀ ਹੈ ਟੈਸਲਾ ਨੇ। ਜਿਹੜੀ ਗੈਸ ਦੀ ਗੱਲ ਹੈ ਜੀ, ਨੈਚੁਰਲੀ ਆ, ਆਇਲ ਦੇ ਉੱਤੇ ਅਸਰ ਇਹਦਾ ਪਏਗਾ ਪਰ ਆਇਲ ਦੀਆਂ ਹੋਰ ਬਹੁਤ ਜ਼ਰੂਰਤਾਂ ਨੇ। ਕੱਲੀ ਇਸੇ ਵਾਸਤੇ ਨਹੀਂ ਜੀ ਗੱਲਾਂ ਚੱਲਦਾ ਆਇਲ ਦਾ, ਹੋਰ ਠੀਕ ਹੈ ਕਾਰਾਂ ਵਾਸਤੇ ਬੜਾ ਵੱਡਾ ਨੰਬਰ ਹੈਗਾ, ਹੋਰ ਚੀਜ਼ਾਂ ਵਾਸਤੇ ਵੀ ਆਇਲ ਹੈਗਾ। ਬੜੇ ਵੱਡੇ ਵੱਡੇ ਪ੍ਰੋਜੈਕਟਸ ਵਾਸਤੇ ਆਇਲ ਦੀ ਲੋੜ ਪੈਂਦੀ ਹੈ। ਬਾਈਡਨ ਸਾਹਿਬ ਦੇ ਬਣਨਾ, ਮੈਂ ਮਾੜੀ ਜਿਹੀ ਹੋਰ ਗੱਲ ਕਰਾਂਗਾ ਜੀ। ਜਿਹੜੀ ਪਾਈਪਲਾਈਨ ਬਣਨੀ ਆ ਅਲਬਰਟਾ ਤੋਂ US ਦੇ ਵਿੱਚ ਜਾ ਕੇ, ਜਿਹਨੂੰ ਕੋਸ਼ਿਸ਼ ਸੀ ਚਾਈਨਾ ਨੂੰ ਅਖੀਰ ਸਪਲਾਈ ਕੀਤੀ ਜਾਏ ਕਰੇਗੀ, ਉਹ ਜਿਹੜੀ ਪਾਈਪਲਾਈਨ ਆ ਉਹ ਤੇ ਬਾਈਡਨ ਸਾਹਿਬ ਵੀ ਹੱਕ ਚ ਹੈ ਨਹੀਂਗੇ। ਇਹ ਸੋਚਣ ਵਾਲੀ ਗੱਲ ਹੈਗੀ ਆ। ਠੀਕ ਹੈ ਟਰੰਪ ਸਾਹਿਬ ਤਾਂ ਪਤਾ ਨਹੀਂ ਸੀ ਅੱਜ ਹੱਕ ਚ ਆ ਕੱਲ ਨਹੀਂ ਹੈਗੇ, ਪਰ ਬਾਈਡਨ ਸਾਹਿਬ ਦੀ ਜਿਹੜੀ ਓਵਰਆਲ ਪਾਲਿਸੀ ਹੈ ਜੀ, ਹੀ ਇਜ਼ ਨਾਟ ਇਨ ਫੇਵਰ ਆਫ ਦੈਟ ਪਾਈਪਲਾਈਨ। ਉਹਦੇ ਨਾਲ ਸਾਡੇ ਜਿਹੜਾ ਅਲਬਰਟਾ ਦਾ ਹੁਣ ਹਾਲ ਹੈਗਾ, ਉਹਦੇ ਜੇ ਉਹ ਪਾਈਪਲਾਈਨ ਨਹੀਂ ਅੱਗੇ ਪ੍ਰੋਸੀਡ ਕਰਦੀ ਤਾਂ ਇਟਸ ਗੋਇੰ ਬੀ ਵੀ ਆਰ ਇਨ ਬਿਗ ਟਰਬਲ, ਬਿਕਾਜ਼ ਸਾਨੂੰ ਸੌਖਾ ਬੜਾ, ਸਾਨੂੰ ਆਇਲ ਸਪਲਾਈ ਕਰਨਾ ਸੌਖਾ ਬਹੁਤ ਹੋ ਜਾਂਦਾ। ਕਿੰਨੀ ਟਰਾਂਸਪੋਰਟੇਸ਼ਨ ਦਾ ਫਰਕ ਪੈ ਜਾਂਦਾ। ਵੈਸੇ ਜਿਹੜੀਆਂ ਪਾਈਪਲਾਈਨਸ ਨੇ ਤਾਂ ਉਹਦਾ ਫਰਕ ਹੈ, ਇਹ ਦੋਨੇ ਪਾਸੇ ਨੂੰ ਚੱਲਦੀਆਂ ਨੇ। ਇਹ ਉਹ ਨਹੀਂ ਹੈ ਵੀ ਇੱਕ ਪਾਸੇ ਨੂੰ ਚੱਲਦੀ ਹੈ। ਯੂ ਕੈਨ ਦੂਜੇ ਪਾਸੇ ਵੀ ਲੈ ਸਕਦੇ ਹੋ ਤੇ ਕਿਸੇ ਪਾਸੇ ਨੂੰ ਲਿਜਾ ਸਕਦੇ ਹੋ, ਉਹ ਨਹੀਂ ਇੱਕ ਪਾਸੇ ਨੂੰ ਜਾਣੀ ਹੁੰਦੀ ਹੈ ਜੀ। ਬਿਲਕੁਲ ਸਰ, ਤੇ ਆਪਾਂ ਵਾਪਸ ਮੁੱਦੇ ਦੇ ਉੱਤੇ ਆਈਏ। ਖਬਰ ਜਿਹੜੀ ਅਸੀਂ ਗੱਲਬਾਤ ਕਰ ਰਹੇ ਸੀ, ਚਲੋ ਅਫੀਸ਼ੀਅਲ ਅਨਾਉਂਸਮੈਂਟ ਤਾਂ ਇਸ ਵਕਤ ਹੋ ਚੁੱਕੀ ਹੈ। ਇਸ ਤੋਂ ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਸੁਣਨ ਦੇ ਵਿੱਚ ਆ ਰਿਹਾ ਕਿ ਟਰੰਪ ਸਾਹਿਬ ਨੇ ਜਿਹੜਾ ਪੈਨਿਨਸੂਲਾ ਦੇ ਵਿੱਚ ਕਿਹਾ ਗਿਆ ਸੀ, ਉਹਨਾਂ ਨੇ ਲਾਸੂਟ ਫਾਈਲ ਕੀਤਾ ਸੀ, ਉਹ ਸ਼ਾਇਦ ਹੁਣ ਵਾਪਸ ਲੈ ਰਹੇ ਨੇ। ਸਰ ਪੈਨਸਿਲਵੇਨੀਆ ਦੀ ਗੱਲ ਹੈ, ਸੌਰੀ ਪੈਨਸਿਲਵੇਨੀਆ। ਹਾਂ ਇਟਸ ਓਕੇ। ਉਹ ਤਰ੍ਹਾਂ ਕਿਉਂਕਿ ਉਹਦੇ ਚ ਉਹਨਾਂ ਜਿਹੜਾ ਕੀਤਾ ਸੀਗਾ, ਉਹ ਬੜੇ 6 ਲੱਖ ਕੁਛ ਹਜ਼ਾਰ ਵੋਟਾਂ ਦਾ ਬਾਰੇ ਉਹਨਾਂ ਨੇ ਕਿਹਾ ਸੀਗਾ, ਨਹੀਂ ਜਿਹੜੀ ਇਤਰਾਜ਼ ਕੀਤਾ ਗਿਆ ਸੀਗਾ। ਉਹਨਾਂ ਦਾ ਜਿਹੜਾ ਮੇਨ ਲਾਇਰ ਹੈਗਾ, ਪਰਸਨਲ ਲਾਇਰ ਹੈਗਾ ਮਿਸਟਰ ਜੂਲੀਆਨੀ, ਉਹਨੇ ਜਿਹੜੇ ਮੇਜਰ ਉਹਦੀਆਂ ਜਿਹੜੇ ਕੇਸਿਸ ਕੀਤੇ ਸੀ ਉਹ ਵਾਪਸ ਲੈ ਰਹੇ ਨੇ ਜੀ। ਹੁਣ ਕੁਛ ਵੋਟਾਂ ਦਾ ਹੀ ਫਰਕ ਹੈ ਜਿਨ੍ਹਾਂ ਤੇ ਇਤਰਾਜ਼ ਕੀਤਾ ਜਾ ਰਿਹਾ ਹੈਗਾ, ਔਰ ਉਹ ਇਤਰਾਜ਼ ਚਾਹੇ ਕਰ ਲੈਣ ਚਾਹੇ ਨਾ ਕਰ ਲੈਣ, ਉਹਦਾ ਜਿਹੜਾ ਰਿਜ਼ਲਟ ਹੈ ਉਹਦੇ ਤੇ ਫਰਕ ਨਹੀਂ ਪਏਗਾ। ਵੈਸੇ ਬਾਈਡਨ ਸਾਹਿਬ ਨੂੰ ਮੰਨਣ ਲੱਗੇ ਸੀਗੇ, ਟਰੰਪ ਸਾਹਿਬ ਬਾਹਰ ਆਏ ਵੀ ਸੀਗੇ ਵੀ ਮੈਂ ਕਹਿ ਦਿੰਦਾ ਚਲੋ ਮੈਂ ਐਕਸੈਪਟ ਕਰ ਲੈਣਾ, ਪਰ ਉਹਨਾਂ ਦਾ ਮਨ ਨਹੀਂ ਮੰਨਿਆ। ਉਹਨਾਂ ਨੇ ਫਿਰ ਆ ਕੇ ਮੁੜ ਗਏ ਆ ਤੇ ਉਹਨਾਂ ਨੇ ਮੀਡੀਆ ਨੂੰ ਹੀ ਫੇਕ ਕਹਿ ਦਿੱਤਾ ਹੈ। ਫਿਰ ਉਹ ਦੇਖੋ ਜੀ, ਉਹਨਾਂ ਦੇ ਪਿੱਛੇ ਇਮੇਜਿਨ ਕਰੋ, ਹੀ ਸੋ ਐਡਮੈਂਟ ਉਹਦੇ ਨਾਲ ਇਉਂ ਆ ਵੀ ਪ੍ਰੋਟੈਸਟ ਹੋ ਰਹੇ ਨੇ, ਉਹਨਾਂ ਦੇ ਹੱਕ ਵਾਲੇ ਪ੍ਰੋਟੈਸਟ ਕਰ ਰਹੇ ਨੇ। ਵਾਸ਼ਿੰਗਟਨ ਵਿੱਚ ਉਹਨਾਂ ਦੀ ਇਹ ਆਈਡੀਆ ਸੀ ਕਿ ਮਿਲੀਅਨ ਲੋਕਾਂ ਨੂੰ, ਮਿਲੀਅਨ ਨਹੀਂ ਆਏ, ਪਰ ਉਹ ਲੋਕ ਆਏ ਨੇ। ਫਿਰ ਉਹਨਾਂ ਦੇ ਕੋਲ ਦੀ ਟਰੰਪ ਸਾਹਿਬ ਆਪਦੀ ਗੱਡੀ ਚੋਂ ਵੀ ਨਿਕਲੇ ਹੋਰ ਹੱਲਾਸ਼ੇਰੀ ਦੇਣ ਵਾਸਤੇ। ਅਖੀਰ ਦੋਨਾਂ ਧੜਿਆਂ ਦੇ ਲੜਾਈ ਹੋਈ ਹੈ, ਝਗੜਾ ਹੋਇਆ, ਕੁੱਟਮਾਰ ਹੋਈ ਹੈ, 12 ਤੋਂ ਵੱਧ ਬੰਦੇ ਫੜੇ ਗਏ ਨੇ। ਟਰੰਪ ਸਾਹਿਬ ਨੂੰ ਹੁਣ ਇਹਨਾਂ ਗੱਲਾਂ ਤੋਂ ਪਿੱਛੇ ਹਟ ਜਾਣਾ ਚਾਹੀਦਾ। ਲੈਟ ਦਾ ਕਾਮਨ ਸੈਂਸ ਪ੍ਰਵੇਲ, ਔਰ ਤਿਆਰੀ ਕਰਨੀ ਚਾਹੀਦੀ ਹੈ ਅੱਗੇ ਗੁਰਜ ਫੜਾਉਣ ਦੀ। ਥੋੜਾ ਸਮਾਂ ਉਹਨਾਂ ਦੇ ਕੋਲ ਰਹਿ ਗਿਆ, ਪਰ ਅਜੇ ਵੀ ਧੜਾਧੜ ਫੈਸਲੇ ਜਿਹੜੇ ਉਹਨਾਂ ਦੇ ਆ ਰਹੇ ਨੇ। ਹੁਣ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਉਹਨਾਂ ਨੇ ਆਰਮੀ ਟਰੂਪਸ ਭੇਜੇ ਹੋਏ ਸੀ ਅਫਗਾਨਿਸਤਾਨ, ਸੀਰੀਆ, ਸੋਮਾਲੀਆ, ਸ਼ਾਇਦ ਉਹਨਾਂ ਨੂੰ ਵਾਪਸ ਬੁਲਾ ਸਕਦੇ ਨੇ। ਹਾਂ ਤਰਨ, ਉਹ ਜਿਹੜੇ ਉਹਨਾਂ ਨੇ ਵਾਪਸ ਬੁਲਾਉਣੇ ਆਲਰੇਡੀ ਉਹਨਾਂ ਨੇ ਕਹਿਤਾ ਮੈਂ ਵਾਪਸ ਬੁਲਾਉਣੇ ਆ। ਇਹ ਜ਼ਰੂਰੀ ਨਹੀਂ ਹੈ ਕਿ ਉਹਨਾਂ ਨੇ ਅੱਜ ਕਹਿਤਾ ਤੇ ਵਾਪਸ ਆ ਜਾਣਗੇ। ਠੀਕ ਆ, ਉਹ ਅੱਜ ਆਰਡਰ ਕਰ ਦੇਣਗੇ। ਉਹ ਚਾਹੁੰਦੇ ਆ ਅਫਗਾਨਿਸਤਾਨ ਚੋਂ, ਸੋਮਾਲੀਆ ਚੋਂ ਸਾਰੇ ਕਹਿੰਦੇ ਮੜਵਾ ਲੈਣੇ ਆ, ਇਰਾਕ ਦੇ ਵਿੱਚੋਂ ਅੱਧੇ ਮੜਵਾ ਲੈਣੇ ਆ। ਇਟਸ ਨਾਟ ਈਜ਼ੀ। ਜਦੋਂ ਤੁਸੀਂ ਆ ਨਹੀਂ ਕਹਿ ਸਕਦੇ ਮੈਂ ਦੇਵਾਂ, ਤੁਸੀਂ ਜਿਹੜੀ ਪਾਲਿਸੀ ਆ ਬਹੁਤ ਲੰਬੀ ਬੜੀ ਦੇਰ ਤੱਕ ਦੀ ਪਾਲਿਸੀਜ਼ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਮੋੜਨੀਆਂ ਬੜੀਆਂ ਔਖੀਆਂ ਹੁੰਦੀਆਂ ਨੇ, ਕਿਉਂਕਿ ਉੱਥੇ ਹੁਣ ਅਮਰੀਕਨ ਇੰਟਰਸਟਸ ਨੇ। ਉੱਥੇ ਆਇਲ ਪਿਆ, ਆਇਲ ਦੀ ਗੱਲ ਹੁਣੇ ਕਰ ਰਿਹਾ, ਹਲੇ ਵੀ ਆਇਲ ਦੀ ਲੋੜ ਹੈਗੀ ਆ। ਉੱਥੇ ਜਿਹੜਾ ਆਇਲ ਹੈਗਾ ਉਹ 'ਚ ਇੰਟਰਸਟ ਨੇ। ਸੀਰੀਆ ਦੇ ਵਿੱਚ ਇੱਕ ਧੜ ਹੈਗੀ ਆ, ਉਹਦੀ ਸਪੋਰਟ ਕਰ ਰਹੇ ਨੇ, ਉਹਨੂੰ ਛੱਡੇ ਹੋਣਗੇ। ਸੀਰੀਆ ਦੇ ਦੂਸਰੇ ਉੱਤੇ ਕਬਜ਼ਾ ਕਰ ਲੈਣਾ। ਇਹ ਸੋਮਾਲੀਆ ਦੇ ਵਿੱਚ, ਅਫਰੀਕਾ ਦੇ ਵਿੱਚ ਅਜੇ ਹੋਰ ਲੋਕ ਬਾਕੀ ਕੰਟਰੀਜ਼ ਵੱਲ ਨੂੰ ਫਿਰਦੇ ਆ। ਇਹ ਜੇ ਉੱਥੋਂ ਆ ਜਾਂਦੇ ਆ, ਇਹਨਾਂ ਦਾ ਇੰਟਰਸਟ ਬਹੁਤ ਜ਼ਿਆਦਾ ਹੈ। ਇਟਸ ਨਾਟ ਗੋਇੰ ਟੂ ਬੀ ਈਜ਼ੀ, ਕਹਿਣਾ ਸੌਖਾ, ਮੜਵਾਉਣੇ ਬੜੇ ਔਖੇ। ਬਿਲਕੁਲ ਜੀ, ਦਰਸ਼ਕ ਇੱਕ ਜੁੜ ਗਏ ਨੇ ਸਾਡੇ ਨਾਲ। ਹੈਲੋ ਤਰਨ ਜੀ। ਹੈਲੋ ਡਾਕਟਰ, ਸਤਿ ਸ਼੍ਰੀ ਅਕਾਲ। ਗੋਲ ਸਾਹਿਬ ਸਤਿ ਸ਼੍ਰੀ ਅਕਾਲ। ਕੀ ਹਾਲ ਹੈ ਜੀ ਸਰ, ਠੀਕ ਹੋ ਜੀ? ਮੈਂ ਕਿਹਾ ਜੀ ਬਹੁਤ ਵਧੀਆ, ਤੁਸੀਂ ਸੁਣਾਓ।
ਬਾਕੀ ਮੈਂ ਤਾਂ ਹੁਣੀ ਡਾਕਟਰ ਬੋਨੀ ਐਲ ਦੀ ਲਾਈਵ ਚੱਲ ਰਹੀ ਸੀ ਜੀ, ਤੇ ਸਾਡੇ ਪਿਛਲੇ 3 ਦਿਨ 1959 ਕੇਸ ਆਏ ਜੀ ਕੋਵਿਡ ਦੇ ਰਿਕਾਰਡ ਤੋੜ। ਕੀ ਬਾਤ ਹੈ। ਬਹੁਤ ਵੱਧਾ ਜੀ। ਸਾਡੇ ਵੀ ਹਾਲ ਸਾਡੇ ਇੱਕ ਦਿਨ ਚ ਇੰਨੇ ਆ ਜੀ। ਸਾਡੇ 1500 ਜੀ। ਸਾਡੇ ਤਾਂ ਜਿਹੜੇ ਮਾਰਚ ਤੋਂ ਵੀ ਵੱਡੇ ਰਿਕਾਰਡ ਟੁੱਟ ਗਏ ਜੀ, ਤੇ ਦੁਬਾਰਾ ਸਾਰਾ ਲੋਕਡਾਊਨ ਦੀ ਤਿਆਰੀ ਚੱਲ ਰਹੀ ਹੈ ਜੀ। ਹਾਂ, ਤੇ ਬਾਰਿਸ਼ ਵੀ ਪੂਰੀ ਪੈ ਰਹੀ ਹੈ ਜੀ, ਠੰਡ ਵੀ ਪੂਰੀ ਹੋ ਗਈ ਜੀ, ਤੇ ਲੱਗਦਾ ਹੈ ਵੀ ਤੇ ਸਰੀ ਸ਼ਹਿਰ ਦੀ ਜਿਹੜੀ ਰਿਪੋਰਟ ਹੈ ਜੀ ਉਹਦੇ ਵਿੱਚ 4000 ਤੋਂ ਵੱਧ ਕੇਸ ਹੋ ਗਏ। ਸਾਡੇ ਵੀ ਇਹੀ ਹਾਲ ਹੈ ਜੀ। ਸਾਡੇ ਅੰਟਾਰੀਓ ਦਾ ਬਹੁਤ ਬੁਰਾ ਹਾਲ ਹੈ ਜੀ। ਸਾਡੇ ਕਬੈਕ ਦਾ ਬੁਰਾ ਹਾਲ ਹੈ। ਸਾਡੇ ਗੁਆਂਢੀ ਸਾਡਾ ਜਿਹੜਾ ਸੂਬਾ ਜੀ, ਪਰਮਾਤਮਾ ਕਰੇ ਜੀ ਇਹ ਛੇਤੀ ਅੰਡਰ ਕੰਟਰੋਲ ਆਵੇ ਤੇ ਅਸੀਂ ਫਿਰ ਇੱਕ ਵਾਰੀ ਨਾਰਮਲ ਹੋ ਸਕੇ। ਬਿਲਕੁਲ ਮੈਂ ਕਿਹਾ ਜੀ ਤੁਹਾਨੂੰ ਦੱਸਦਾ ਵੀ ਥੈਂਕ ਯੂ ਜੀ। ਸਰੀ ਵਾਲਿਆਂ ਨੂੰ ਵੀ ਬਚ ਕੇ ਰਹਿਣਾ ਚਾਹੀਦਾ ਵੀ ਕੱਲੇ ਸਰੀ ਦੇ ਵਿੱਚ 4000 ਤੋਂ ਵੱਧ ਕੇਸ ਹੋ ਗਏ। ਥੈਂਕ ਯੂ ਗੋਇਲ ਸਾਹਿਬ, ਸੋ ਨਾਈਸ ਆਫ ਯੂ। ਸ਼ੁਕਰੀਆ ਜੀ ਸਾਨੂੰ ਕਰੋਨਾ ਰਿਪੋਰਟ ਤੇ ਵੈਦਰ ਰਿਪੋਰਟ ਦੇਣ ਲਈ। ਥੈਂਕ ਯੂ ਸੋ ਮਚ। ਤਰਨ ਜਿਹੜਾ ਹੈਗਾ ਉਹਦਾ ਕੋਰੀਆ ਨੇ ਇੱਕ ਬਹੁਤ ਵੱਡਾ ਸ਼ੋਅ ਕੀਤਾ ਸਿੰਗਰਸ ਦਾ। ਉਹਨਾਂ ਨੇ ਕਰਕੇ ਦਿਖਾਇਆ, ਕੁਝ ਵੀ ਹੈ ਨਹੀਂ ਉਹਨਾਂ ਦੇ ਕੋਲ, ਖਤਮ ਕਰਤਾ ਹੈ। ਉਹਨੇ ਬਹੁਤ ਵੱਡਾ ਸ਼ੋਅ ਕੀਤਾ। ਕਹਿੰਦੇ ਖਤਮ ਐਂ ਕਰੀਦਾ ਹੁੰਦਾ, ਬਾਕੀਆਂ ਵਾਸਤੇ ਲੈਸਨ ਸਾਨੂੰ ਵੀ ਉਵੇਂ ਕਰਨਾ ਪੈਣਾ। ਬਿਲਕੁਲ ਜੀ। ਵੱਡੀਆਂ ਤਾਕਤਾਂ ਸਰ ਕਰੋਨਾ ਵਾਇਰਸ ਨੇ ਜਿਹੜੀਆਂ ਆਪਣੇ ਆਪ ਨੂੰ ਕਹਾਉਂਦੀਆਂ ਸੀ, ਵੱਡੇ ਦੇਸ਼ ਕਹਾਉਂਦੇ ਸੀਗੇ, ਸੋ ਸਭ ਦੀ ਤਾਕਤ ਦਿਖਾ ਦਿੱਤੀ ਕਿ ਕੌਣ ਕਿੰਨੇ ਬਾਣੀ ਦੇ ਵਿੱਚ ਹੈ। ਤੇ ਮਿਸਟਰ ਟਰੰਪ ਇਜ਼ ਨਾਟ ਸੀਰੀਅਸ ਅਬਾਊਟ ਇਟ। ਜਿਹੜਾ ਉੱਥੇ ਦਾ ਆਊਟ ਆਫ ਕੰਟਰੋਲ ਹੋ ਰਿਹਾ, ਇਟਸ ਗੋਇੰ ਟੂ ਬੀ ਬਿਗ ਪ੍ਰੋਬਲਮ ਫॉर ਮਿਸਟਰ ਬਾਈਡਨ ਐਸ ਵੈਲ। ਬਿਲਕੁਲ ਜੀ। ਹੁਣ ਸਮਾਂ ਵੀ ਇਜਾਜ਼ਤ ਲੈਣ ਲਈ ਹੋ ਰਿਹਾ। ਖਬਰਾਂ ਬਹੁਤ ਸਾਰੀਆਂ ਸੀ ਜਿਹੜੀਆਂ ਅਸੀਂ ਡਿਸਕਸ ਕਰਨਾ ਚਾਹੁੰਦੇ ਸੀ, ਪਰ ਅੱਜ ਚਲੋ ਦੀਵਾਲੀ ਵੀ ਬਹੁਤ ਜ਼ਰੂਰੀ ਸੀ ਉਸ ਦੇ ਬਾਰੇ ਵਿੱਚ ਗੱਲਬਾਤ ਕਰਨੀ। ਤੇ ਇਸ ਦੇ ਨਾਲ ਹੀ ਸਰ ਹਮੇਸ਼ਾ ਦਰਸ਼ਕਾਂ ਲਈ ਜਿਹੜਾ ਸਵਾਲ ਹੁੰਦਾ, ਅੱਜ ਸੋਮਵਾਰ ਹੈ, ਅੱਜ ਕਿੰਨਾ ਔਖਾ ਲੈ ਕੇ ਆਏ ਹੋ? ਉਹ ਜਾਣ ਤੋਂ ਪਹਿਲਾਂ ਇੱਕ ਗੱਲ ਹੋਰ ਸਾਂਝੀ ਕਰਦੇ ਹਾਂ। ਉਹ ਇਹ ਹੈ ਜੀ 14 ਨਵੰਬਰ ਨੂੰ ਜੀ ਇਹ ਬਾਲ ਦਿਵਸ ਕਿਉਂ ਮਨਾਇਆ ਜਾਂਦਾ? ਬਿਲਕੁਲ। ਇੱਕ ਤਾਂ ਚਾਚਾ ਖਮਨੀ ਕਿਹੜੇ ਹਿਸਾਬ 'ਚ ਕਹਿੰਦੇ ਆ, ਨਾ ਉਦੋਂ ਵੱਡਾ ਸੀ ਕੋਈ, ਨਾ ਉਦੋਂ ਛੋਟਾ ਸੀਗਾ। ਸੌਰੀ, ਚਾਚਾ ਨਹਿਰੂ, ਜਵਾਹਰ ਨਹਿਰੂ ਦਾ ਜਨਮ 14 ਨਵੰਬਰ ਦਾ। ਦੁਨੀਆ ਦੇ ਵਿੱਚ ਜਿਹੜਾ ਵਰਲਡ ਚਿਲਡਰਨਸ ਡੇ ਹੈਗਾ ਉਹ 20 ਨਵੰਬਰ ਨੂੰ ਹਰ ਸਾਲ ਮਨਾਇਆ ਜਾਂਦਾ। 1953 ਤੋਂ ਇਹ ਸ਼ੁਰੂ ਹੋਇਆ ਹੈ। ਔਰ ਕਿਸੇ ਨੇ ਭੱਦਰਪੁਸ਼ ਨੇ ਇਹ ਸਲਾਹ ਦਿੱਤੀ ਹੈ ਵੀ 20 ਨੂੰ ਮਨਾਉਣ ਦੇ ਆਪਾਂ 14 ਕਰ ਲਓ, ਨਹਿਰੂ ਦਾ ਜਨਮ ਦਿਨ ਹੋ ਜਾਊਗਾ। 20 ਤੇ 14 ਦੇ ਨੇੜੇ ਹੈਗਾ। That's when it started like that. Otherwise there is no reason for ਉਹ ਗੱਲਾਂ ਜਿਹੜੀਆਂ ਮਰਜ਼ੀ ਬਣਾਈ ਚੱਲੋ ਵੀ ਬੱਚਿਆਂ ਨੂੰ ਪਿਆਰ ਕਰਦੇ ਸੀ, ਬੱਚੇ ਪਿਆਰ ਨਾਲ ਚਾਚਾ, ਅਸੀਂ ਆਹ ਕੁਛ ਕਰਦੇ ਆਏ ਉੱਥੇ ਜੋ ਲਿਖ ਰਹੇ ਹੁੰਦੇ ਬੱਚੇ ਪਿਆਰ ਨਾਲ ਚਾਚਾ ਨਹਿਰੂ ਕਹਿੰਦੇ ਹੁੰਦੇ ਸੀਗੇ। No, that's not the reason. Reason is World Children Day is on November the 20th since 1953. ਇਹ ਮਨਾਇਆ ਜਾ ਰਿਹਾ। ਅਗਲੇ ਨੇ ਕਹਿੰਦੇ ਚੱਲ ਨਾਲੇ ਵੀ ਲਾ ਦੇ, ਕੰਮ ਚੱਲਦਾ ਹੋ ਗਿਆ। ਐਸੇ ਇਹ ਗੱਲ ਹੈ ਜੀ। ਲਓ ਜੀ। ਬਿਲਕੁਲ ਜੀ। ਨਾਲੇ ਜਿਹੜੇ ਦਰਸ਼ਕ ਕਹਿੰਦੇ ਸੀ ਇੰਡੀਆ ਦੀ ਅਸੀਂ ਗੱਲ ਨਹੀਂ ਕਰਦੀ, ਲੋਕ ਕਿੱਡਾ ਵੱਡਾ ਫੈਕਟ ਅਸੀਂ ਲੈ ਕੇ ਆਏ ਆ। ਤਰਨ ਨੇ ਬੁੱਝਣਾ ਹੈ। ਓਕੇ 19 ਮਤਲਬ ਕਿ 85 86 87 90 ਤਰਨ ਤੇਰਾ ਹੁਣ 20 ਸਵਾਲ ਵਾਲੀ ਗੱਲ ਹੋ ਗਈ ਬਸ ਹੁਣ। 85 ਹੈ। 85 ਓਕੇ। ਹਾਂਜੀ, ਜਨਮ 85 ਦਾ ਜੀ। ਵੈਰੀ ਵਰਸਟਾਈਲ ਐਕਟਰ ਹੈ ਜੀ। ਕਈ ਅਵਾਰਡਸ ਮਿਲੇ ਨੇ ਜੀ ਇਹਨੂੰ। 4 ਫਿਲਮ ਫੇਅਰ ਅਵਾਰਡ ਮਿਲੇ ਹੋਏ ਨੇ। ਕੀ ਬਾਤ ਹੈ। ਇਹ ਜੀ ਸਿੰਧੀ ਫੈਮਿਲੀ ਨੂੰ ਬਿਲੋਂਗ ਕਰਦਾ ਜੀ। ਇਹ ਇੱਕ ਹੋਰ ਗੱਲ ਤਰਨ ਇਹਦੀ, ਇਹ ਨਾ ਇੱਥੇ US 'ਚ ਪੜ੍ਹ ਕੇ ਗਿਆ। ਇੱਥੇ ਇਹਨੇ ਆਪਦੀ ਐਜੂਕੇਸ਼ਨ ਕਰਕੇ ਗਿਆ। ਯਸ਼ ਰਾਜ ਫਿਲਮਸ ਦੇ ਨਾਲ ਇਹਦਾ ਸੰਬੰਧ ਰਿਹਾ ਜੀ। ਬੜੀਆਂ ਪਹਿਲੀ ਫਿਲਮ ਇਹਦੀ ਉਹਨਾਂ ਦੇ ਨਾਲ ਆਈ ਸੀਗੀ ਤੇ ਉਹ ਮੇਲ ਡੈਬਿਊਟ ਦਾ ਇਹਨੂੰ ਉਹ 'ਚ ਅਵਾਰਡ ਮਿਲਿਆ ਸੀਗਾ ਜੀ। ਤੇ ਉਦੋਂ ਮਗਰੋਂ ਫਿਰ ਇੱਕ ਹੋਰ ਫਿਰ ਲੀਲਾ ਭੰਸਾਲੀ ਨਾਲ ਵੀ ਇਹਨੇ ਫਿਲਮਾਂ ਕੀਤੀਆਂ ਕੁਛ। ਫਿਰ ਇਹਨੇ ਕੁਛ ਹਿਸਟੋਰਿਕ ਫਿਲਮਾਂ ਵੀ ਕੀਤੀਆਂ। ਉਹਦੇ 'ਚ ਵੀ ਇੱਕ ਫਿਲਮ 'ਚ, ਫਿਲਮ ਦਾ ਨਾਮ ਵੀ ਇਹ ਸੀ, ਉਹ 'ਚ ਇਹਦਾ ਨਾਮ ਵੀ ਉਹੀ ਸੀਗਾ, ਫਿਲਮ ਵਾਲਾ ਨਾਮ ਸੀਗਾ। ਇਹਦਾ ਲਾਸਟ ਨੇਮ ਵੀ ਹੈਗਾ ਲੰਬਾ ਸਾਰਾ। ਇਹ ਫਿਰ ਵਰਤੋਂ ਹਟ ਗਿਆ, ਕਹਿੰਦਾ ਥੋੜਾ ਟਿਪੀਕਲ ਆ, ਬਸ ਪਹਿਲੇ ਤੱਕ ਹੀ ਰੱਖ ਲਾ ਉਹਨੇ। ਲਓ ਜੀ। ਜੀ ਬਿਲਕੁਲ। ਨਾਲ ਹੀ ਕਾਲ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਫੇਸਬੁੱਕ ਵਾਲੇ ਦਰਸ਼ਕਾਂ ਨੂੰ ਵੀ ਕਵਾਂਗੇ ਥੋੜੇ ਜਿਹੇ ਐਕਟਿਵ ਹੋ ਜਾਵੋ। ਹਾਂਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੀਕੇ ਕੋਲ ਬੋਲ ਰਹੇ ਜੀ। ਹਾਂਜੀ ਗੱਲ ਸਾਹਿਬ ਕੌਣ ਹੈ ਜੀ? ਰਣਵੀਰ ਸਿੰਘ ਜੀ। ਉਹ ਤੁਹਾਡੇ ਰਣਵੀਰ ਸਿੰਘ। ਤੁਸੀਂ ਇਹਨਾਂ ਦਾ ਲਾਸਟ ਨੇਮ ਦੱਸ ਸਕਦੇ ਹੋ? ਨਹੀਂ ਇਹਨਾਂ ਨਹੀਂ ਪਤਾ ਜੀ। ਮੈਨੂੰ ਰਣਵੀਰ ਸਿੰਘ ਪਤਾ, ਦਿੱਲੀ ਤੋਂ ਬਿਲੋਂਗ ਕਰਦੇ ਹਾਂ ਨਾ, ਪਤਾ ਜੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਥੈਂਕ ਯੂ ਸੋ ਮਚ ਜੀ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਪ੍ਰੋਗਰਾਮ ਜੀ। ਮੈਂ ਮਨਦੀਪ ਕੌਰ ਬੋਲ ਰਹੀ ਹਾਂ ਵਿਨੀਪੈਗ ਤੋਂ। ਜੀ ਮਨਦੀਪ ਜੀ। ਹਾਂਜੀ ਰਣਵੀਰ ਸਿੰਘ ਆਨਸਰ। ਰਣਵੀਰ ਸਿੰਘ। ਕੋਈ ਮੂਵੀ ਦੱਸ ਸਕਦੇ ਹੋ ਜੀ ਇਹਨਾਂ ਦੀ? ਮੂਵੀ ਦੀ ਹੈਗੀ ਹੈ ਜੀ ਰਿੱਕੀ ਵਰਸਸ ਲੇਡੀ ਵਰਸਸ ਵਿੱਕੀ ਬਹਿਲ ਜੀ। ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ। ਥੈਂਕ ਯੂ ਸੋ ਮਚ ਸਰ। ਤੁਸੀਂ
ਫੇਸਬੁੱਕ ਦੇ ਉੱਤੇ ਇਸ ਵਕਤ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਜਿਹੜੇ ਕਿ ਇਸ ਵਕਤ ਦੱਸ ਰਹੇ ਨੇ। ਮਨਜੋਤ ਸਿੰਘ ਜੀ ਕਹਿ ਰਹੇ ਨੇ ਰਣਵੀਰ ਸਿੰਘ, ਹਾਂਜੀ ਵਿੰਕੀ ਜੀ ਕਹਿ ਰਹੇ ਨੇ ਰਣਵੀਰ ਸਿੰਘ, ਅਮਰਜੀਤ ਕੌਰ ਜੀ ਕਹਿ ਰਹੇ ਨੇ ਰਣਵੀਰ ਸਿੰਘ ਭਵਨਾਨੀ, ਤੇ ਸੋਨੀਆ ਸੂਰਧਰ ਕਹਿ ਰਹੇ ਨੇ ਰਣਵੀਰ ਸਿੰਘ, ਜੈਕ ਗਿੱਲ ਕਹਿ ਰਹੇ ਨੇ ਰਣਵੀਰ ਸਿੰਘ, ਵਿੰਕੀ ਜੀ ਨਾਲ ਪੂਰਾ ਨਾਮ ਦੱਸ ਰਹੇ ਨੇ ਰਣਵੀਰ ਸਿੰਘ ਭਵਨਾਨੀ। ਕੀ ਬਾਤ ਹੈ ਜੀ। ਇਹ ਵੈਸੇ ਸੋਨਮ ਕਪੂਰ ਦਾ ਵੀ ਰਿਸ਼ਤੇਦਾਰ ਹੈ ਜੀ। ਇਹ ਜਿਹੜੀ ਅਨਿਲ ਕਪੂਰ ਦੀ ਵਾਈਫ ਹੈ, ਇਹਦੀ ਉਹਦੇ ਨਾਲ ਉਹਦਾ ਵੀ ਲਾਸਟ ਨੇਮ ਜਿਹੜਾ ਇਹਦਾ ਲਾਸਟ ਨੇਮ ਹੈ ਇਹੀ ਹੈ। ਮੇਰੇ ਖਿਆਲ ਦੀ ਭੂਆ ਲੱਗਦੀ ਹੈ ਸ਼ਾਇਦ ਉਹ, ਤੇ ਰਿਸ਼ਤੇਦਾਰ। ਸਹੀ ਗੱਲ ਹੈ ਜੀ। ਹੁਣ ਆਪਾਂ ਹੋਰ ਕਿੰਨਾ ਕੁ ਲੁਕੋ ਸਕਦੇ ਹਾਂ ਜੀ। ਵੈਰੀ ਐਕਟਿਵ ਐਕਟਰ, ਬਿਲਕੁਲ ਇਹਨੇ એનર્ਜੀ ਲੈਵਲ ਸੱਚੀ ਬਹੁਤ ਜ਼ਿਆਦਾ। ਬਿਨਾਂ ਐਕਟਿੰਗ ਤੋਂ ਵੀ ਨਾ, ਮੈਨੂੰ ਕਈ ਫਿਲਮਾਂ ਇਹਦੀਆਂ ਵੈਸੇ ਵੀਡੀਓਜ਼ ਦੇਖੀਆਂ ਨੇ, ਉਹਦੇ ਵਿੱਚ ਵੀ ਬੜਾ ਐਕਟਿਵ ਹੈ। ਫਿਰ ਖਾਸ ਫਿਲਮਾਂ 'ਚ ਜਿਹੜਾ ਐਕਟਿੰਗ ਬੜੀ ਜ਼ਬਰਦਸਤ ਐਕਟਿੰਗ ਕੀਤੀ ਹੈ ਜੀ। ਔਰ ਪਹਿਲਾਂ ਐਸੀ ਹਾਲਤ ਹੋ ਗਈ ਸੀ ਇਹਦੀ, ਇਹ ਐਕਟਰ ਬਣਨਾ ਚਾਹੁੰਦਾ ਸੀਗਾ, ਇਹਦੀ ਗੱਲ ਨਹੀਂ ਬਣੀ, ਫਿਰ ਪੜ੍ਹਨ ਚਲਾ ਗਿਆ। ਤਾਂ ਹੀ ਉੱਥੇ ਐਕਟਿੰਗ ਵੀ ਸਿੱਖ ਕੇ ਆਇਆ, ਤੇ ਆ ਕੇ ਫਿਰ ਕਈਆਂ ਡਾਇਰੈਕਟਰਸ ਨਾਲ ਕੰਮ ਕੀਤਾ। ਪਰ ਅਖੀਰ ਜਦੋਂ ਇਹਨੂੰ ਫਿਰ ਬੈਂਡ ਬਾਜਾ ਬਾਰਾਤ ਪਹਿਲੀ ਫਿਲਮ ਇਹਦੀ ਇਹ ਸੀ, ਉਹਦੇ ਚ ਇਹਨੂੰ ਦੇਖਿਆ। ਹਾਂਜੀ, ਉਹ ਅਨੁਸ਼ਕਾ ਸ਼ਰਮਾ ਸੀ ਨਾਲ ਮੇਰੇ ਖਿਆਲ ਉਹਦੇ, ਹਨਾ। ਤੇ ਜੀ ਇਹ ਫਿਰ ਇਹਦੀ ਵਾਈਫ ਵੀ ਬੜੀ ਤਕੜੀ ਐਕਟਰ ਹੈਗੀ ਹੈ ਜੀ, ਤੇ ਸੋਹਣੀ ਜੋੜੀ ਹੈ ਜੀ। ਬਿਲਕੁਲ। ਤੇ ਕਿਹਾ ਜਾਂਦਾ ਹੈ ਕਿ ਜਦੋਂ ਇਹਨਾਂ ਨੇ ਮੂਵੀ ਪਦਮਾਵਤ ਲਈ ਖਿਲਜੀ ਦਾ ਰੋਲ ਕਰਨਾ ਸੀ, ਤਾਂ ਉਸ ਟਾਈਮ ਦੇ ਵਿੱਚ ਇੰਨਾ ਕਰੈਕਟਰ ਦੇ ਵਿੱਚ ਉਹ ਘੁਸ ਗਏ ਸੀਗੇ ਕਿ ਉਹਨਾਂ ਨੂੰ ਡਾਕਟਰਸ ਦੀ ਹੈਲਪ ਲੈਣੀ ਪਈ ਸੀ ਕਿ ਉਸ ਵਿੱਚੋਂ ਬਾਹਰ ਆ ਸਕਣ, ਉਸ ਕਰੈਕਟਰ ਦੇ ਵਿੱਚੋਂ। ਕਿ ਉਹਨਾਂ ਨੂੰ ਮਤਲਬ ਡਿਪਰੈਸ਼ਨ ਟਾਈਪ ਜਾਂ ਕੁਝ ਉਵੇਂ ਦੀਆਂ ਆਉਣ ਲੱਗ ਗਿਆ ਸੀਗਾ ਕਿ ਉਹਨਾਂ ਨੂੰ ਡਾਕਟਰਸ ਦੀ ਹੈਲਪ ਲੈਣੀ ਪਈ, ਕਿ ਪੂਰਾ ਜਾਨ ਫੂਕ ਦਿੰਦੇ ਆ ਕਰੈਕਟਰ ਦੇ ਵਿੱਚ। ਸਹੀ ਗੱਲ ਹੈ ਜੀ। ਔਰ ਸੱਚੀ ਲੱਗਦਾ ਹੈ ਜਦੋਂ ਐਕਟਿੰਗ ਕਰਦਾ ਵੀ ਸੱਚੀ ਜਿਹੜੇ ਕਿਰਦਾਰ ਦੀ ਇਹਨੂੰ ਭੂਮਿਕਾ ਦਿੱਤੀ ਗਈ ਹੈ, ਉਸ ਭੂਮਿਕਾ ਨੂੰ ਬੜੀ ਵਧੀਆ ਤਰੀਕੇ ਨਾਲ ਨਿਭਾਉਂਦਾ ਹੈ। ਇਸੇ ਕਰਕੇ ਇੰਨੀ ਛੇਤੀ ਕਿੱਥੇ ਤੱਕ ਗਿਆ, ਤੇ ਕਿੱਥੇ ਥੱਲੇ ਸੀਗਾ, ਬਰਾਬਰ ਆ ਕੇ ਵਿਆਹ ਵੀ ਉਹਦੇ ਨਾਲ ਕਰਵਾ ਗਿਆ। ਸੋ ਮੈਚ ਬਰਾਬਰ ਕਰ ਗਿਆ। ਹਾਂਜੀ, ਮੈਨੂੰ ਪਤਾ ਸੀਗਾ ਜੀ, ਤੁਹਾਨੂੰ ਸਾਰੀਆਂ ਰਿਸ਼ਤੇਦਾਰੀਆਂ ਉਹਦੀਆਂ ਪਤਾ ਨੇ ਜੀ। ਤੇ ਅੱਜ ਫਿਰ ਇੰਨੇ ਕਾਫੀ। ਬਿਲਕੁਲ ਜੀ। ਕੱਲ ਨੂੰ ਫਿਰ ਮਿਲਾਂਗੇ ਜੀ, ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸੋ ਇਸ ਦੇ ਨਾਲ ਹੀ ਆਪਣੇ ਸੁਜੈਸ਼ਨਸ ਵੀ ਸਾਨੂੰ ਜ਼ਰੂਰ ਦਿਆ ਕਰੋ ਪ੍ਰੋਗਰਾਮ ਵਿੱਚ। ਤੁਸੀਂ ਕੀ ਨਵਾਂ ਚਾਹੁੰਦੇ ਹੋ ਜਾਂ ਕੀ ਚਾਹੁੰਦੇ ਹੋ ਕਿ ਅਸੀਂ ਇਨਕਲੂਡ ਕਰੀਏ। ਸੋ ਤੁਹਾਡੀਆਂ ਕਾਲਸ ਦਾ ਵੀ ਸਾਨੂੰ ਇੰਤਜ਼ਾਰ ਰਹਿੰਦਾ ਹੈ। ਇਸ ਦੇ ਨਾਲ ਹੀ ਫਿਲਹਾਲ ਦਿਓ ਇਜਾਜ਼ਤ, ਪਰ 8 ਵਜੇ ਦੇਖਿਓ ਪ੍ਰੋਗਰਾਮ ਤੁਹਾਡਾ ਦੇਸ਼ ਦੁਨੀਆ ਬੁਲਟਨ। 9 ਵਜੇ ਸੁਣਨਾ ਸਰਕਾਰੀ, ਤੇ ਕੱਲ ਨੂੰ ਮਾਰਨਿੰਗ ਹੈਲੋ ਪੰਜਾਬ ਦੇ ਮੁੱਦੇ ਤੁਸੀਂ ਸੁਣਨਾ ਚਾਹੁੰਦੇ ਹੋ, ਹੈਲੋ ਪੰਜਾਬ 'ਚ ਸੁਣ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ। ਨਾਲ ਦੀ ਨਾਲ ਫੇਸਬੁੱਕ ਤੇ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਮਦਰਦ TV ਨੂੰ। ਸਤਿ ਸ਼੍ਰੀ ਅਕਾਲ ਜੀ।